ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਕੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਜਰ ਸਾਹਿਬ ਸਾਧ ਸੰਗਤ ਜੀ, ਅੱਜ ਆਪਾਂ 314 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ ਫਤਿਹ ਰਹਿਣ ਦਿਓ, ਲੇਟ ਹੋ ਗਏ। ਹਾਂਜੀ ਹਾਂ, ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤੀਸਰੀ ਪਾਤਸ਼ਾਹੀ ਦੇ ਜਿਹੜੇ ਹੈਗੇ ਸ਼ਲੋਕ ਤੋਂ ਸ਼ੁਰੂ ਕਰ ਰਹੇ ਹਾਂ ਆਪਾਂ। ਗੌੜੀ ਰਾਗ ਦੇ ਵਿੱਚ ਚੌਥੀ ਪਾਤਸ਼ਾਹੀ ਦੀ ਵਾਰ ਹੈਗੀ ਆ, ਉਹਦੀ ਜਿਹੜੀ ਹੈਗੀ ਆ 25ਵੀਂ ਪੌੜੀ ਆਪਾਂ ਲੈ ਰਹੇ ਹਾਂ। ਅਤੇ ਉਸ ਤੋਂ ਪਹਿਲਾਂ ਸ਼ਲੋਕ ਹੈਗਾ ਚੌਥੀ ਪਾਤਸ਼ਾਹੀ ਦਾ ਹੀ ਸ਼ਲੋਕ ਹੈਗਾ। ਇਕੱਠੇ ਬਾਅਦ ਵਿੱਚ ਆਉਂਦੇ ਆ, ਪਹਿਲਾਂ ਨਹੀਂ ਆਉਂਦੀ ਸੰਗਤ। ਸ਼ਲੋਕ ਮਹੱਲਾ ਚੌਥਾ, ਅੰਗ 314 314। ਇਹ ਮਨੁਆ ਦ੍ਰਿੜ ਕਰ ਰੱਖੀ ਹੈ, ਗੁਰਮੁਖੇ ਲਾਈਏ ਚਿੱਤ। ਦੇਖੋ ਇਹਦੇ ਵਿੱਚ ਨਾ ਰੱਖੀਏ ਵਰਡ ਆਇਆ, ਇੱਕ ਆਇਆ ਲਾਈਏ। ਤੇ ਜੇ ਰੱਖੀਏ ਦੀ ਖੱਖੇ ਦੀ ਬਿਹਾਰੀ ਹੈਗੀ ਹੈ, ਤੇ ਜੇ ਇਹਨੂੰ ਸਿਹਾਰੀ ਕਰ ਦਈਏ ਰੱਖਿਆ ਤੇ ਲਾਈਏ ਦੀ ਜਿਹੜਾ ਲਾਇਆ ਕਰ ਦਈਏ, ਫਿਰ ਕੀ ਹੋਏਗਾ? ਇਹਦਾ ਮਤਲਬ ਜਿਹੜਾ ਰੱਖੂਗਾ ਉਹ ਬਣ ਜਾਏਗਾ ਇਹਦੇ ਅਰਥ। ਤੇ ਇਹ ਰੱਖੀਏ ਹੈ ਤੇ ਲਾਈਏ ਹੈ, ਇਹਦਾ ਮਤਲਬ ਇੰਸਟਰਕਸ਼ਨ ਦੇ ਰਹੇ ਮਹਾਰਾਜ ਜਿਹੜੇ ਚੌਥੀ ਪਾਤਸ਼ਾਹੀ ਕਹਿ ਰਹੇ ਕਿ ਸਾਨੂੰ ਆਪਣਾ ਚਿੱਤ ਦ੍ਰਿੜ ਕਰਕੇ, ਮਨ ਨੂੰ ਦ੍ਰਿੜ ਕਰਕੇ ਰੱਖਣਾ ਚਾਹੀਦਾ ਹੈਗਾ। ਜੇ ਇਸ ਸੰਸਾਰ ਤੋਂ, ਵਿਸ਼ੇ ਵਿਕਾਰਾਂ ਦੇ ਇਸ ਸਮੁੰਦਰ ਤੋਂ ਆਪਾਂ ਨੇ, ਭੌਜਲ ਤੋਂ ਨਿਕਲਣਾ, ਆਪਾਂ ਨਿਕਲਣਾ ਚਾਹੁੰਦੇ ਹਾਂ। ਅਤੇ ਮਨ ਜਿਹੜਾ ਹੈਗਾ ਇਹ ਖੇਡ ਸਾਰੀ ਮਨ ਨੂੰ ਕੰਟਰੋਲ ਕਰਨ ਦੀ ਹੈਗੀ। ਇਹ ਮਨ ਨੂੰ ਜਿਹੜਾ ਹੈਗਾ ਕੰਟਰੋਲ ਕਰਨਾ ਪਊਗਾ, ਮਨ ਨੂੰ ਦ੍ਰਿੜ ਕਰਕੇ ਕੰਟਰੋਲ ਕਰਨਾ ਪਊਗਾ। ਦ੍ਰਿੜ, ਬਿਲਕੁਲ ਪੱਕਾ ਇਰਾਦਾ। ਗੇਮ ਮਨ ਦੀ ਹੈਗੀ ਆ, ਗੇਮ ਚੇਂਜਰ ਮਨ ਹੈਗਾ। ਇਹ ਮਨੁਆ ਦ੍ਰਿੜ ਕਰ ਰੱਖੀਏ। ਕਿਵੇਂ ਪਾਈ? ਗੁਰਮੁਖੇ ਲਾਈਏ ਚਿੱਤ। ਕਹਿੰਦੇ ਬ੍ਰਹਮ ਗਿਆਨ ਨੂੰ ਚਿੱਤ ਲਗਾ, ਜੋ ਬ੍ਰਹਮ ਗਿਆਨੀ ਕਹਿ ਰਹੇ ਆ ਉਹਨਾਂ ਦੇ ਨਾਲ ਚਿੱਤ ਲਗਾ। ਜਿਹੜੀ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਹੈਗਾ, ਇਹਦੇ ਵਿੱਚ ਜਿਹੜੇ ਹੈਗੇ ਇਹ 36 ਬ੍ਰਹਮ ਗਿਆਨੀ ਹੈਗੇ, ਔਰ ਇਹਨੂੰ ਜਾਗਤ ਜੋਤ ਕਹਿੰਦੇ ਆ। ਇਹ ਗੁਰੂ ਦੀ ਉਪਾਧੀ ਹੈ, ਗੁਰੂ ਦਾ ਦਰਜਾ ਦਿੱਤਾ ਹੋਇਆ ਇਹਨੂੰ। ਇਹ ਜਾਗਤ ਜੋਤ ਕਿਉਂ? ਕਿਉਂਕਿ ਇਹ ਜਿਹੜਾ ਹੈਗਾ ਇਹ ਉਹਨਾਂ ਦਾ ਹਿਰਦਾ ਹੈਗਾ, ਉਹਨਾਂ ਦਾ ਮਨ ਹੈਗਾ। ਇਹ ਮਨ ਹੈ ਗੁਰੂ ਦਾ ਮਨ। ਜੇ ਗੁਰੂ ਦਾ ਮਨ ਮੰਨੂਗਾ ਤਾਂ ਗੱਲ ਬਣਨੀ ਆ। ਗੁਰੂ ਦਾ ਮਨ, ਇਹ ਬਾਣੀ ਗੁਰੂ ਦਾ ਮਨ ਹੈਗੀ ਆ। ਇਹ ਮਨੁਆ ਦ੍ਰਿੜ ਕਰ ਰੱਖੀਏ, ਗੁਰਮੁਖੇ ਲਾਈਏ ਚਿੱਤ। ਚਿੱਤ ਲਾਉਣਾ ਪਊਗਾ ਭਾਈ। ਕਿਉਂ ਸਾਸ ਗਿਰਾਸ ਵਿਸਾਰੀਏ, ਬਹਿੰਦਿਆਂ ਉੱਠਦਿਆਂ ਨਿੱਤ। ਕੁਐਸਚਨ ਮਾਰਕ ਆ ਗਿਆ ਭਾਈ। ਕਹਿੰਦੇ ਫਿਰ ਜਿਹੜਾ ਹੈਗਾ ਕਿਉਂ ਵਿਸਾਰੀਏ ਇਸ ਕੰਮ ਨੂੰ ਭਾਈ? ਮਨ ਨੂੰ ਦ੍ਰਿੜ ਕਰਨ ਵਾਸਤੇ ਜਿਹੜਾ ਕੰਮ ਕਿਹਾ ਹੈ, ਮਨ ਨੂੰ ਫੜ ਕੇ ਮਨ ਨੂੰ ਰੋਕਣਾ ਹੈਗਾ, ਤੇ ਕਿਉਂ ਮੈਂ ਵਿਸਾਰ ਦੇਵਾਂ ਇਹਨੂੰ? ਕਿਉਂ ਨਾ ਮੈਨੂੰ ਇਹ ਆਪਣੀ ਟਾਪ ਪ੍ਰਾਇੋਰਟੀ 'ਤੇ ਲਿਆਵਾਂ? ਆਪਣੇ ਸਕੈਡਿਊਲ ਦੇ ਵਿੱਚ ਸਭ ਤੋਂ ਉੱਪਰਲੇ ਸਭ ਤੋਂ ਮੇਨ ਕੰਮ ਆ ਕਰਾਂ ਮੈਂ। ਇਹਨੂੰ ਹਮੇਸ਼ਾ ਯਾਦ ਰੱਖਾਂ ਵੀ ਮਨ ਜਿਹੜਾ ਹੈਗਾ, ਇਹਨੂੰ ਕੋਈ ਵੀ ਕਿਸੇ ਪਾਸੇ ਨੂੰ ਵੀ ਕੋਈ ਵੀ ਡਿਮਾਂਡ ਆਉਂਦੀ ਹੈ ਤੇ ਪਹਿਲਾਂ ਕੁਐਸਚਨ ਮਾਰਕ ਲਵਾਵਾਂ ਬਈ ਕਾਹਦੇ ਵਾਸਤੇ ਚਾਹੀਦੀ ਆ, ਇਹਦੇ ਨਾਲ ਕੀ ਫਾਇਦਾ ਹੋਊਗਾ ਆਪਣਾ। ਕਿਉਂ ਸਾਸ ਗਿਰਾਸ ਵਿਸਾਰੀਏ, ਔਰ ਇਹਦੇ ਨਾਲ ਨੁਕਸਾਨ ਕੀ ਹੋਊਗਾ? ਕਿਉਂ ਸਾਸ ਗਿਰਾਸ ਵਿਸਾਰੀਏ, ਬਹਿੰਦਿਆਂ ਉੱਠਦਿਆਂ ਨਿੱਤ। ਔਰ ਬਹਿੰਦਿਆਂ ਉੱਠਦਿਆਂ ਨਿੱਤ ਜਿਹੜਾ ਹੈਗਾ ਆਹ ਕੰਮ ਕਰਨਾ ਹੈ, ਮਨ ਨੂੰ ਦ੍ਰਿੜ ਕਰਕੇ ਰੱਖਣਾ ਹੈ। ਕਿਉਂ ਇਹਨੂੰ ਵਿਸਾਰ ਦਈਏ ਆਪਾਂ ਭਾਈ ਇਸ ਗੱਲ ਨੂੰ? ਮਨ ਨੂੰ ਦ੍ਰਿੜ ਕਰਕੇ ਰੱਖ ਲਿਆ, ਮਾਇਆ ਵੱਲੋਂ ਇਹਨੂੰ ਰੋਕਿਆ, ਤੇ ਆਟੋਮੈਟਿਕਲੀ ਪਰਮਾਤਮਾ ਵੱਲ ਲੱਗ ਜਾਣਾ ਇਹਨੇ। ਪਰਮਾਤਮਾ ਜਿਹੜਾ ਹੈਗਾ, ਪਰਮਾਤਮਾ ਦੇ ਵਿੱਚ ਤਾਂ ਆਪਾਂ ਬੈਠੇ, ਆਪਾਂ ਤਾਂ ਬਾਹਰ ਭੱਜੇ ਹੋਏ। ਮਾਲਕ ਨੂੰ ਛੱਡ ਕੇ ਆਪਾਂ ਬਾਹਰ ਬੈਠੇ। ਮਾਲਕ ਤਾਂ ਆਪਣੇ ਤਨ ਦੇ ਵਿੱਚ ਹੈ, ਸਰੀਰ ਮਾਲਕ ਦੇ ਨਾਲ ਜੁੜਿਆ ਹੋਇਆ, ਆਪਾਂ ਬਾਹਰ ਆ। ਕਿਉਂ ਸਾਸ ਗਿਰਾਸ ਵਿਸਾਰੀਏ, ਬਹਿੰਦਿਆਂ ਉੱਠਦਿਆਂ ਨਿੱਤ। ਆਇਆ ਭਾਈ, ਬਹਿੰਦਿਆਂ ਉੱਠਦਿਆਂ ਨਿੱਤ। ਐਸੇ ਤਰੀਕੇ ਨਾਲ ਮਨ ਨੇ ਬਹਿ ਜਾਣਾ ਹੈ ਭਾਈ। ਇਹ ਸਵੇਰ ਸ਼ਾਮ ਦੀ ਜੇ ਭਗਤੀ ਕਰਾਂਗੇ ਆਪਾਂ, ਤੇ
ਮਨ ਜਿਹੜਾ ਹੈਗਾ ਆਟੋਮੈਟਿਕਲੀ ਜਿਹੜਾ ਹੈਗਾ ਦ੍ਰਿੜ ਹੋ ਜਾਏਗਾ, ਵਸ 'ਚ ਆ ਜਾਏਗਾ। ਮਰਨ ਜੀਵਨ ਕੀ ਚਿੰਤਾ ਗਈ, ਇਹ ਜਿਹੜਾ ਹਰ ਪ੍ਰਭ ਵਸ। ਇਸ ਤਰੀਕੇ ਦੇ ਨਾਲ ਜੇ ਆ ਉੱਪਰ ਦੱਸਿਆ ਜਿਹੜੇ ਕਾਰਵਾਈ ਆਪਾਂ ਕਰਾਂਗੇ, ਮਨ ਨੂੰ ਦ੍ਰਿੜ ਕਰ ਲਾਂਗੇ, ਤੇ ਫਿਰ ਤਾਂ ਕਹਿੰਦੇ ਜਨਮ ਮਰਨ ਦੇ ਗੇੜ ਦੀ ਚਿੰਤਾ ਹੀ ਖਤਮ ਹੋ ਗਈ। ਜਨਮ ਮਰਨ ਦਾ ਤੇਰਾ ਗੇੜਾ ਖਤਮ। ਇਹ ਜਿਹੜਾ ਹਰ ਪ੍ਰਭ ਵਸ, ਜੀ ਜਿਹੜਾ ਹੈਗਾ ਮਾਲਕ ਦੇ ਵਸ ਹੋ ਗਿਆ ਏ। ਇਸ ਤਰ੍ਹਾਂ ਜਿਹੜਾ ਹੈਗਾ ਮਾਲਕ ਦੇ ਵਸ ਹੋ ਗਿਆ ਹੈ। ਕੀ ਮਤਲਬ ਹੈ ਭਾਈ? ਮਾਲਕ ਦੇ ਵਸ ਹੈ ਵੀ ਮਾਲਕ ਦੇ ਨਾਲ ਜੁੜ ਜਾਏਗਾ ਇਹ। ਜਦ ਇਹਨੂੰ ਰੋਕਿਆ ਬਾਹਰੋਂ ਜਾਣੋ ਤੇ ਇਹ ਹੈ ਤਾਂ ਮਾਲਕ ਦੇ ਵਿੱਚ ਹੀ ਹੈ, ਤੇ ਮਾਲਕ ਦੇ ਵਸ ਹੋ ਗਿਆ। ਮਾਲਕ ਦੇ ਵਸ ਜਿਹੜਾ ਹੈਗਾ, ਜਿਹਨੇ ਆ ਸਾਰੀ ਖੇਡ ਬਣਾਈ ਆ, ਜਿਹਨੇ ਸਰੀਰ ਬਣਾਇਆ, ਜਿਹਨੇ ਸਾਰਾ ਕੁਝ, ਸਾਰਾ ਕੰਟਰੋਲ ਜਿਹਦੇ ਹੱਥ 'ਚ ਆ, ਤੇ ਉਹਦੇ ਹੱਥ ਦੇ ਵਿੱਚ ਮਨ ਆ ਗਿਆ, ਆਪਣਾ ਜੀਓ ਆ ਗਿਆ ਉਹਦੇ ਹੱਥ ਦੇ ਵਿੱਚ, ਤੇ ਬਸ ਫਿਰ ਕਿਵੇਂ ਜਾ ਸਕਦਾ ਭਾਈ ਜੀ ਉਹਨਾਂ ਦੇ ਵਿੱਚ? ਜਿਉਂ ਭਾਵੈ ਤਿਉਂ ਰੱਖ ਤੂੰ, ਜਨ ਨਾਨਕ ਨਾਮ ਬਖਸ਼। ਜਿਸ ਤਰ੍ਹਾਂ ਵੀ, ਹੇ ਮਾਲਕਾ, ਜਿਸ ਤਰ੍ਹਾਂ ਵੀ ਤੈਨੂੰ ਚੰਗਾ ਲੱਗਦਾ ਆ, ਮੈਨੂੰ ਜਿਸ ਕੰਡੀਸ਼ਨ ਦੇ ਵਿੱਚ ਜੋ ਕੁਛ ਵੀ ਤੈਨੂੰ ਚੰਗਾ ਲੱਗਦਾ ਹੈ, ਮੈਨੂੰ ਉਸ ਜਗ੍ਹਾ 'ਤੇ ਰੱਖ, ਉਹ ਦੇ। ਪਰ ਮੈਨੂੰ ਜਿਹੜਾ ਹੈਗਾ ਆਪਣੀ ਭਗਤੀ, ਆਪਣਾ ਧਿਆਨ ਸਿਮਰਨ, ਇਹ ਸਵਾਸ ਜਿਹੜੇ ਹੈਗੇ ਇਹ ਤੇਰੇ ਨਾਮ ਦੇ ਵੱਲ, ਨਾਮ ਧਨ ਦੇ ਵਾਸਤੇ ਮੈਂ ਲਾ ਸਕਾਂ। ਮੇਰੇ ਉੱਤੇ ਇਹ ਬਖਸ਼ਿਸ਼ ਕਰ, ਮੇਰੇ ਉੱਤੇ ਇਹ ਕਿਰਪਾ ਕਰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਜਿੱਦਾਂ ਆਪਾਂ ਕੱਲ ਦੀ ਵਿਚਾਰ ਨੂੰ ਹੀ ਅੱਗੇ ਲੈ ਕੇ ਚੱਲਦੇ ਹਾਂ, ਗੁਰੂ ਜੀ ਸਾਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਆ। ਵਿੱਚ ਟਾਈਮ ਪੀਰੀਅਡ ਦੀ ਵੀ ਵਾਰਨਿੰਗ ਦਿੰਦੇ ਆ ਕਿ ਤੇਰੇ ਕੋਲ ਜ਼ਿਆਦਾ ਸਮਾਂ ਨਹੀਂ ਹੈਗਾ। ਇੱਕ ਤੇ ਖੁੱਲਾ ਸਮਾਂ ਹੋਵੇ ਨਾ ਤਾਂ ਬੰਦੇ ਕੋਲ ਆਪਸ਼ਨ ਹੁੰਦਾ ਹੈ ਕਿ ਚਲੋ ਕੋਈ ਨਹੀਂ ਯਾਰ, ਬਾਅਦ 'ਚ ਕਰ ਲਾਂਗੇ, ਕੱਲ ਕਰ ਲਾਂਗੇ, ਗੈਰ ਜ਼ਰੂਰੀ ਕੰਮ ਆ, ਟਾਈਮ ਹੈਗਾ, ਫਿਰ ਕਿਤੇ ਕਰ ਲਾਂਗੇ। ਪਰ ਉਹ ਕਹਿੰਦੇ ਆ ਕਿ ਇਹ ਜਿਹੜਾ ਤੇਰਾ ਕੰਮ ਆ ਇਹ ਵੈਰੀ ਇੰਪੋਰਟੈਂਟ ਹੈ, ਔਰ ਜਿਹਨੂੰ ਤੂੰ ਪੋਸਟਪੋਨ ਕਰ ਰਿਹਾ ਹੈ ਔਰ ਕੋਈ ਗਰੰਟੀ ਨਹੀਂ ਹੈ ਕਿ ਤੂੰ ਇੰਨੇ ਸਾਲ ਇੱਥੇ ਧਰਤੀ ਤੇ ਰਵੇਂਗਾ ਐਜ਼ ਏ ਮਨੁੱਖਾ ਸਰੀਰ। ਇਸ ਕਰਕੇ ਥੋੜਾ ਜਿਹਾ ਲਾਈਨ ਅਪ ਕਰ, ਜਿਹੜਾ ਕੰਮ ਕਰਨਾ ਚਾਹੁੰਦਾ ਨੂੰ ਲਿਸਟ 'ਚ ਲਿਆ, ਉਸ ਡਾਇਰੈਕਸ਼ਨ ਦੇ ਵੱਲ ਗਤੀ ਕਰ। ਠੀਕ ਹੈ ਜੀ। ਹੁਣ ਗਤੀ ਦਾ ਮਤਲਬ ਹੈ ਅਧਿਆਤਮਿਕ ਹੋਣਾ। ਠੀਕ ਹੈ ਜੀ। ਅਧਿਆਤਮਿਕ ਪਹਿਲਾਂ ਹੋਣਾ ਪਊਗਾ, ਫਿਰ ਉਸ ਤੋਂ ਬਾਅਦ ਸੱਚ ਦੀ ਖੋਜ ਕਰਨੀ ਆ। ਇਹ ਜੀਵਨ ਦਾ ਮਕਸਦ ਹੈ। ਸੱਚ ਨੂੰ ਲੱਭਣਾ ਬੜਾ ਜ਼ਰੂਰੀ ਹੈ। ਜਦ ਤੱਕ ਤੁਸੀਂ ਸੱਚ ਨੂੰ ਨਹੀਂ ਲੱਭਦੇ, ਉਹਨਾਂ ਚਿਰ ਤੱਕ ਇਹ ਜਿਹੜੀ ਜੌਬ ਆ, ਜਿਹੜਾ ਕਾਰਜ ਹੈ, ਇਹ ਪੂਰਾ ਨਹੀਂ ਹੋਣਾ। ਠੀਕ ਹੈ ਜੀ। ਸੱਚ ਨੂੰ ਲੱਭਣਾ ਕੀ ਹੈਗਾ ਵੀ ਕੱਚ ਨੂੰ ਛੱਡਣਾ, ਤਿਆਰ ਹੋਈਏ ਕੱਚ ਨੂੰ ਛੱਡਣ ਵਾਸਤੇ। ਹਾਂਜੀ ਬਿਲਕੁਲ। ਹੁਣ ਦੇਖੋ ਸਾਧ ਸੰਗਤ ਜੀ, ਦੇਖੋ ਜਦੋਂ ਇੱਕ ਆ ਤੁਕ ਬੋਲੋ ਨਿਜ ਸਭ ਗਿਆਨ ਧਿਆਨ ਕੁਝ ਕਰਮ ਨਾ ਜਾਣਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਹਾਂਜੀ, ਇੱਥੇ ਦੋ ਲਫ਼ਜ਼ ਨੇ, ਇੱਕ ਤੇ ਗਿਆਨ ਹੈ, ਇੱਕ ਧਿਆਨ ਹੈ ਤੇ ਇੱਕ ਕਰਮ ਹੈ। ਠੀਕ ਹੈ ਜੀ। ਤਿੰਨ ਲਫ਼ਜ਼ ਨੇ ਮੇਨ। ਹੁਣ ਇਹ ਤਿੰਨਾਂ ਨੂੰ ਆਪਾਂ ਖੋਲਾਂਗੇ, ਨਾਲ ਹੀ ਬਾਣੀ ਦੇ ਨਾਲ ਚੱਲਾਂਗੇ। ਦੇਖੋ, ਇਹ ਧਰਤੀ ਜਿਹੜੀ ਆ, ਇਹ ਸੂਰਜ, ਇਹ ਚੰਦਰਮਾ, ਇਹ ਤਾਰੇ, ਇਹ ਆਕਾਸ਼, ਇਹ ਪਵਨ, ਇਹ ਦਰਿਆ, ਇਹ ਸਭ ਜਿਹੜੇ ਹੁਕਮ ਦੇ ਅੰਦਰ ਨੇ। ਬਾਣੀ 'ਚ ਕਿਹਾ ਗਿਆ ਹੈ, ਹੁਕਮੇ ਅੰਦਰ ਸਭ ਕੁਛ, ਬਾਹਰ ਹੁਕਮ ਨਾ ਕੋਏ। ਕਿਉਂਕਿ ਉਹ ਜਿੱਥੇ ਉਹਨਾਂ ਦਾ ਡਿਜ਼ਾਈਨ ਕੀਤਾ, ਜਿੱਥੇ ਉਹਨਾਂ ਨੂੰ ਪੋਜੀਸ਼ਨ ਦਿੱਤੀ ਹੈ, ਜਿਸ ਏਰੀਏ 'ਚ ਉਹਨਾਂ ਘੁੰਮਣਾ ਹੈ, ਉਸੇ ਏਰੀਏ 'ਚ ਉਹ ਘੁੰਮ ਰਹੇ ਨੇ। ਉਹ ਉਸ ਹੁਕਮ ਤੋਂ ਬਾਹਰ ਨਹੀਂ ਹੁੰਦੇ। ਇਹ ਯੂਨੀਵਰਸਲ ਲਾਅ ਹੈਗਾ। ਜਿੱਦਾਂ ਤੁਹਾਡੇ ਸ਼ਹਿਰਾਂ ਦੇ ਵਿੱਚ ਵੇਖਿਆ ਨਹੀਂ, ਟ੍ਰੈਫਿਕਸ ਹੁੰਦੀਆਂ, ਉੱਥੋਂ ਦੇ ਸਿਗਨਲਸ, ਜਿੱਦਾਂ ਅਸੀਂ ਖੱਬੇ ਬੰਨੇ ਇੰਡੀਆ 'ਚ ਗੱਡੀ ਚਲਾਉਂਦੇ ਹਾਂ, ਦੂਜੀਆਂ ਕੰਟਰੀਆਂ 'ਚ ਹੋਰ ਸਾਈਡ ਤੇ ਵੀ ਚਲਾ ਸਕਦੇ ਨੇ। ਉਹਨਾਂ ਦੇ ਆਪਣੇ ਰੂਲ ਰੈਗੂਲੇਸ਼ਨਸ,
ਜੇਕਰ ਆਪਾਂ ਉਹਨਾਂ ਨੂੰ ਆਪਾਂ ਚਾਹੁੰਦੇ ਹਾਂ ਕਿ ਸਾਡੇ ਜੀਵਨ 'ਚ ਕੋਈ ਟਰਬਲ ਨਾ ਆਵੇ ਤੇ ਸਾਨੂੰ ਬੇਸਿਕਲੀ ਉਹਨਾਂ ਦੇ ਰੂਲ ਜਿਹੜੇ ਹੈਗੇ ਨੇ, ਜਿਹੜੇ ਬਣਾਏ ਹੋਏ, ਉਹਨਾਂ ਨੂੰ ਫੋਲੋ ਕਰਨਾ ਪਊਗਾ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ। ਦੇਖੋ, ਇਹ ਸੰਸਾਰ ਤੇ ਜੋ ਵੀ ਕੋਈ ਤੁਹਾਨੂੰ ਦਿਖਾਈ ਦਿੰਦਾ ਹੈ ਨਾ, ਇਹਦੇ ਪਿੱਛੇ ਇੱਕ ਕਾਨੂੰਨ ਹੈ, ਧਰਮ ਹੈ, ਹੁਕਮ ਹੈ। ਉਹ ਹੁਕਮ ਦੇ ਅੰਦਰ ਉਹ ਚੱਲਦੇ ਨੇ। ਜਿੱਦਾਂ ਦੇਖੋ, ਲੋਹਾ ਕਿੰਨੇ ਟੈਂਪਰੇਚਰ ਤੇ ਜਾ ਕੇ ਪਿਘਲੇਗਾ, ਇੱਕ ਤੁਹਾਨੂੰ ਪਤਾ ਹੀ ਹੈ। ਸੋ ਜਿੰਨਾ ਵੀ ਧਰਤੀ ਤੇ ਲੋਹਾ ਹੋਵੇਗਾ ਉਹਦਾ ਟੈਂਪਰੇਚਰ ਸੇਮ ਹੋਵੇਗਾ। ਪਾਣੀ ਕਿੰਨੇ ਟੈਂਪਰੇਚਰ ਤੇ ਜਾ ਕੇ ਉਬਲੇਗਾ। ਪਾਰਾ, ਚਾਂਦੀ, ਸੋਨਾ, ਪਿੱਤਲ, ਜੋ ਵੀ ਹੈ, ਸਟੀਲ, ਕੱਚ, ਇਹ ਕਿੰਨੇ ਟੈਂਪਰੇਚਰ ਤੇ ਜਾ ਕੇ ਉਬਲੇਗਾ। ਇਹਦਾ ਟੈਂਪਰੇਚਰ ਆ ਕਿਸੇ ਸੁਪਰ ਪਾਵਰ ਨੇ ਡਿਸਾਈਡ ਕੀਤਾ। ਜਿੱਦਾਂ ਜਿਹੜੀ ਆਕਾਸ਼ ਦੀ ਕਿਰਨ ਆ, ਜਾਂ ਮਤਲਬ ਕਹਿ ਲਓ ਲਾਈਟ ਕਿੰਨੀ ਫਾਸਟ ਜਾਵੇਗੀ, ਇਹਦਾ ਵੀ ਜਿਹੜੀ ਸਪੀਡ ਹੈ ਉਹ ਕਿਸੇ ਨੇ ਡਿਸਾਈਡ ਕੀਤੀ ਹੋਈ ਹੈ। ਜਿੱਦਾਂ ਧਰਤੀ ਦੀ ਜਿਹੜੀ ਮੈਗਨੇਟ ਆ ਉਹ ਕਿੰਨੀ ਕੁ ਸਟਰੋਂਗ ਹੋਵੇਗੀ, ਉਹ ਵੀ ਕਿਸੇ ਨੇ ਡਿਸਾਈਡ ਕੀਤੀ। ਸਭ ਕੁਝ ਆਲਰੇਡੀ ਬੀਨ ਡਿਸਾਈਡਡ। ਤੇ ਜਿਹਨੇ ਡਿਸਾਈਡ ਕੀਤਾ ਹੈ, ਇਹ ਸਾਰਾ ਕੁਝ ਉਹਦੀ ਉਸ ਫੈਸਲੇ ਦੇ ਵਿੱਚ, ਉਸ ਆਰਡਰ ਦੇ ਵਿੱਚ ਚੱਲ ਰਿਹਾ। ਇਸੇ ਹੀ ਤਰ੍ਹਾਂ ਮਨੁੱਖ ਦੇ ਲਈ ਇੱਕ ਲਾਅ ਬਣਾਇਆ ਸੀ, ਧਰਮ। ਦੇਖੋ, ਉਹ ਇੱਕ ਵੱਡੇ ਲੈਵਲ ਤੇ ਧਰਮ ਹੈ। ਸਾਡੇ ਲੈਵਲ ਤੇ ਵੀ ਇੱਕ ਛੋਟਾ ਜਿਹਾ ਧਰਮ ਹੈਗਾ, ਜਿਹਨੂੰ ਮੈਂ ਹੋਰ ਛੋਟਾ ਕਰ ਦਾਂਗਾ, ਆਸਾਨ ਕਰਾਂਗਾ ਤਾਂ ਜੋ ਤੁਹਾਡੀ ਗੱਲ ਪਕੜ 'ਚ ਆ ਜੇ। ਜਿੱਦਾਂ ਇੱਕ ਪਿਓ ਦਾ ਧਰਮ ਹੈ, ਉਹ ਇੱਕ ਮਾਂ ਦਾ ਧਰਮ ਹੈ, ਇੱਕ ਬੱਚੇ ਦਾ ਧਰਮ ਹੈ, ਇੱਕ ਪਤਨੀ ਦਾ ਧਰਮ ਹੈ, ਇੱਕ ਪਤੀ ਦਾ ਧਰਮ ਹੈ, ਇੱਕ ਭਰਾ ਦਾ ਧਰਮ ਹੈ, ਇੱਕ ਭੈਣ ਦਾ ਧਰਮ ਹੈ, ਹੋਰ ਬਾਕੀ ਜਿਹੜੇ ਉਹ ਰਿਸ਼ਤੇ ਹੈਗੇ ਉਹਨਾਂ ਦਾ ਇੱਕ ਧਰਮ ਹੈ। ਜਦੋਂ ਇੱਕ ਪਿਓ ਆਪਣੇ ਬੱਚੇ ਲਈ ਧਰਮ ਨੂੰ ਪੂਰਾ ਕਰਦਾ ਹੈ, ਉਹ ਕੋਸ਼ਿਸ਼ ਕਰਦਾ ਹੈ ਕਿ ਜੋ ਵੀ ਮੇਰੇ ਘਰੇ ਪੈਦਾ ਹੋਇਆ ਉਹਨੂੰ ਚੰਗੀ ਪੜ੍ਹਾਈ, ਚੰਗਾ ਕੱਪੜਾ, ਚੰਗਾ ਖਾਣਾ ਪੀਣਾ, ਰਹਿਣਾ, ਇੱਕ ਸਟੈਂਡਰਡ ਲਾਈਫ ਜਿੰਨਾ ਉਹ ਕਰ ਸਕਦਾ ਹੈ। ਚਾਹੇ ਉਹ ਵਿਚਾਰਾ ਰਕਸ਼ਾ ਚਲਾਉਣ ਵਾਲਾ ਹੈ, ਚਾਹੇ ਕੋਈ IPS ਅਫਸਰ ਹੈ ਜਾਂ ਕੋਈ ਹੋਰ ਵੱਡੀ ਪੋਸਟ ਤੇ। ਹਰ ਕੋਈ ਪਿਓ ਉਹ ਜਿਹੜੀਆਂ ਬੇਸਿਕ ਰਿਕੁਆਇਰਮੈਂਟਾਂ ਪੂਰੀਆਂ ਕਰਦਾ ਹੈ ਤਾਂ ਉਹ ਇੱਕ ਪਿਓ ਹੋਣ ਦਾ ਫਰਜ਼ ਨਿਭਾ ਰਿਹਾ ਹੈ। ਠੀਕ ਹੈ ਜੀ। ਇੱਕ ਪਿਓ ਦਾ ਫਰਜ਼, ਇੱਕ ਪਤੀ ਦਾ ਫਰਜ਼ ਹੈ ਆਪਣੀ ਪਤਨੀ ਪ੍ਰਤੀ ਤਨ, ਮਨ ਤੇ ਧਨ। ਉਸੇ ਤਰ੍ਹਾਂ ਪਤਨੀ ਦਾ ਫਰਜ਼ ਹੈ ਤਨ, ਮਨ ਤੇ ਧਨ। ਇਹ ਚੀਜ਼ਾਂ ਦੇਖੋ ਨਾ, ਜਦੋਂ ਲਾਵਾਂ ਫੇਰੇ ਹੁੰਦੇ ਨਾ, ਉਹ ਚੀਜ਼ਾਂ ਦੱਸੀਆਂ ਜਾਂਦੀਆਂ ਨੇ। ਉਹ ਪਹਿਲਾਂ ਸਿੱਖਿਆ ਵੀ ਚੱਲਦੀ ਸੀ, ਆਪਣੇ ਗਰੁੱਪ 'ਚ ਵੀ ਹੈਗੇ ਨੇ ਲੇਡੀਜ਼, ਉਹਨਾਂ ਨੇ ਸਿੱਖਿਆ ਬੋਲੀ ਸੀ। ਉਹ ਸਿੱਖਿਆ ਮੀਨਿੰਗ, ਉਹ ਗੱਲਾਂ ਦੱਸੀਆਂ ਜਾਂਦੀਆਂ ਕਿ ਜੇ ਪੁੱਤ ਤੂੰ ਇਹ ਪ੍ਰੋਟੋਕੋਲ ਨੂੰ ਫੋਲੋ ਕਰੇਂਗੀ, ਜਾਂ ਮੁੰਡੇ ਨੂੰ ਕਹੋ ਜਾਂ ਕੁੜੀ ਨੂੰ ਕਹੋ, ਤੇ ਤੇਰੇ ਜੀਵਨ ਦੇ ਵਿੱਚ ਹਾਰਮੋਨਿਕ ਰਵੇਗਾ, ਸੰਗੀਤ ਰਵੇਗਾ। ਜਿੱਦਾਂ ਇੱਕ ਛੋਟੇ ਬੱਚੇ ਨੂੰ ਆਪਾਂ ਸਮਝਾਉਂਦੇ ਆ ਕਿ ਬੱਚੇ ਤੂੰ ਦੇਖ ਪੁੱਤ, ਪੜ੍ਹ ਲੈ, ਹਨਾ, ਪੜ੍ਹਾਈ ਕਰ ਲਾ ਪੁੱਤ। ਹੁਣ ਮੈਂ ਜਦ ਤੱਕ ਜਿੰਦਾ ਵਾਂ, ਤੇਰੀ ਮਾਂ ਜਦ ਤੱਕ ਜਿੰਦਾ ਹੈ, ਤੂੰ ਪੜ੍ਹਾਈ ਕਰ, ਪੜ੍ਹ ਲਿਖ ਲੈ, ਕਿਉਂਕਿ ਇਸ ਚੀਜ਼ ਨੇ ਤੇਰੇ ਅਗਲੇ ਜੀਵਨ ਨੂੰ ਕਿੱਦਾਂ ਦਾ ਹੋਵੇਗਾ ਉਹਨੂੰ ਡਿਸਾਈਡ ਕਰਨਾ ਹੈ। ਔਰ ਜਦੋਂ ਕੋਈ ਉਹ ਕਹਿਣਾ ਨਹੀਂ ਮੰਨਦਾ, ਔਰ ਇਸ ਦੇ ਵਿੱਚ ਫਿਰ ਕੀ ਨੁਕਸਾਨ ਹੋਊਗਾ, ਉਸ ਬੰਦੇ ਨੂੰ ਉਹ ਚੀਜ਼ਾਂ ਭੋਗਣੀਆਂ ਪੈਂਦੀਆਂ। ਠੀਕ ਹੈ। ਇਹ ਚੀਜ਼ ਆਉਣ ਵਾਲੇ ਸਮੇਂ 'ਚ ਉਹਨੂੰ, ਬੱਚੇ ਨੂੰ ਨਹੀਂ ਪਤਾ, ਪਰ ਮਾਂ ਬਾਪ ਨੂੰ ਪਤਾ ਹੁੰਦਾ, ਉਹ ਦੱਸਦੇ ਆਪਣੇ ਬੱਚਿਆਂ, ਕਿਉਂਕਿ ਉਹਨਾਂ ਦੇ ਨਾਲ ਵਾਪਰ ਚੁੱਕੀ ਉਹ ਚੀਜ਼। ਇਹ ਜਿਹੜਾ ਧਰਮ ਆ, ਇੱਕ ਪਤਨੀ ਦਾ, ਇੱਕ ਭਰਾ ਦਾ, ਇੱਕ ਭੈਣ ਦਾ, ਇਹ ਸਭ ਧਰਮ ਬਣਾਏ ਹੋਏ ਨੇ। ਜਦੋਂ ਆਪਾਂ ਆਪਣੀ ਜ਼ਿੰਮੇਵਾਰੀ ਤੋਂ ਸਟੈਪ ਬੈਕ ਕਰ ਲੈਂਦੇ ਹਾਂ, ਆਪਾਂ ਉਹ ਕੰਮ ਨਹੀਂ ਕਰਦੇ, ਫਿਰ ਆਪਾਂ ਅਧਰਮੀ ਹੋ ਜਾਂਦੇ। ਹੁਣ ਦੇਖੋ, ਵੈਸੇ ਆਦਮੀ ਨੂੰ ਕੁੱਟਣਾ ਜਾਂ ਉਹਨੂੰ ਟੌਰਚਰ ਕਰਨਾ ਪਾਪ ਆ, ਮਾੜੀ ਚੀਜ਼ ਹੈ। ਪਰ ਇੱਕ ਬੰਦਾ ਗੁਨਾਹਗਾਰ ਆ ਔਰ ਉਸਨੇ ਏਦਾਂ ਦਾ ਕੋਈ ਕੰਮ ਕੀਤਾ ਹੈ, ਹੁਣ ਉਹ ਉਸ ਤੋਂ ਬਕਾਉਣਾ ਹੈ ਜਾਂ ਉਸ ਤੋਂ ਕੁਛ ਕਰਾਉਣਾ ਹੈ, ਉਸ ਟਾਈਮ ਤੇ ਉਹਨੂੰ ਟੌਰਚਰ ਕੀਤਾ, ਉਸ ਪੁਲਿਸ ਵਾਲੇ ਦਾ ਇੱਕ ਧਰਮ ਹੈ, ਉਹਨੂੰ ਦੀ ਸਜ਼ਾ ਨਹੀਂ ਮਿਲੇਗੀ, ਕਿਉਂਕਿ ਉਹ ਕੋਈ ਪਰਸਨਲ ਉਹਨੂੰ ਮਾਰ ਨਹੀਂ ਰਿਹਾ, ਉਹਦੇ ਪਿੱਛੇ ਰੀਜ਼ਨ ਹੈ। ਠੀਕ ਹੈ। ਹੁਣ ਇਹ ਸਭ ਧਰਮ ਨੇ,
ਅਸਲ 'ਚ ਪ੍ਰੋਬਲਮ ਕੀ ਹੁੰਦੀ ਆ ਕਿ ਅਸੀਂ ਆਪ ਧਰਮ ਤੋਂ ਸਟੈਪ ਬੈਕ ਕਰ ਜਾਂਦੇ ਹਾਂ। ਇਸੇ ਕਰਕੇ ਆਪਾਂ ਦੁਖੀ ਹਾਂ, ਹੋਰ ਕੋਈ ਕਾਰਨ ਨਹੀਂ ਹੈਗਾ। ਸਾਡੇ ਦੁੱਖਾਂ ਦਾ ਕਾਰਨ ਹੈ ਅਸੀਂ ਉਹ ਜਿਹੜਾ ਰੋਲ ਆ, ਜਿਹੜਾ ਸਾਡਾ ਕਰੈਕਟਰ ਆ, ਅਸੀਂ 101% ਉਹਨੂੰ ਪਲੇ ਨਹੀਂ ਕਰ ਪਾ ਰਹੇ। ਇਸੇ ਕਰਕੇ ਬੰਦਾ 84 ਲੱਖ 'ਚ ਬੈਠਾ, ਹੋਰ ਤੇ ਕੋਈ ਕਾਰਨ ਨਹੀਂ ਹੈਗਾ। ਰੱਬ ਨਾਲ ਸਾਡੀ ਕੋਈ ਪਰਸਨਲ ਦੁਸ਼ਮਣੀ ਥੋੜੀ ਹੈਗੀ ਆ ਨਿੱਜਰ ਸਾਹਿਬ। ਨਾ, ਰੱਬ ਤਾਂ ਜਿਹੜਾ ਹੈਗਾ ਪਿਓ ਹੈ ਆਪਣਾ। ਹਾਂ, ਉਹਦੀ ਕੋਈ ਸਾਨੂੰ ਪਰਸਨਲ ਥੋੜੀ ਹੋਵੇ, ਏਦਾਂ ਸਾਨੂੰ ਜ਼ਬਰਦਸਤੀ ਫਸਾ ਕੇ ਬੈਠਾ। ਇਹਦੇ ਪਿੱਛੇ ਅਸੀਂ ਅਧਰਮੀ ਹਾਂ। ਅਸੀਂ ਪਤਾ ਕੀ ਕਰ ਰਹੇ ਹਾਂ, ਅਸੀਂ ਆਪਣੀ ਮਰਜ਼ੀ ਨਾਲ ਜੋ ਵੀ ਕਰ ਰਹੇ ਹਾਂ, ਹਰ ਥਾਂ ਭੱਜ ਰਹੇ ਹਾਂ ਆਪਣੀ ਜ਼ਿੰਮੇਵਾਰੀ ਤੋਂ। ਫਿਰ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਹਾਂ, ਮੰਦਿਰ 'ਚ ਜਾ ਕੇ ਫੁੱਲ ਚੜਾਉਂਦੇ ਹਾਂ, ਉੱਥੇ ਗਿਰਜੇ 'ਚ ਜਾ ਕੇ ਉੱਥੇ ਵੀ ਪ੍ਰੇ ਪਰੂ ਕਰ ਆਉਂਦੇ ਹਾਂ। ਪਰ ਇਹ ਪ੍ਰੇ ਪਰਮਾਤਮਾ ਕਿੱਥੋਂ ਤੁਹਾਡੀ ਸਵੀਕਾਰ ਕਰੂਗਾ? ਇੱਕ ਚੀਜ਼ ਨਾਲ ਆਪ ਅੰਡਰਸਟੈਂਡ ਕਰੋ ਨਾ। ਹੁਣ ਇੱਕ ਤੁਹਾਡੇ ਘਰ ਕੰਮ ਵਾਲਾ ਬੰਦਾ ਰੱਖਿਆ, ਬੜਾ ਨਲਾਇਕ ਬੰਦਾ, ਕੰਮ ਤੁਹਾਡਾ ਕਰਦਾ ਨਹੀਂ ਆ, ਤੇ ਸਵੇਰੇ ਸ਼ਾਮ ਤੁਹਾਨੂੰ ਸਲੂਟ ਮਾਰਦਾ ਹੈ, ਜੈਸ ਸਰ ਕਰਦਾ ਹੈ, ਤੇ ਕੀ ਸੱਚੀ ਉਸ ਬੰਦੇ ਨੂੰ ਤੁਸੀਂ ਬੜਾ ਲਾਈਕ ਕਰੋਗੇ ਕਿ ਬੜੀ ਮੇਰੀ ਤਾਰੀਫ ਕਰਦਾ ਹੈ, ਮੈਨੂੰ ਸਲੂਟ ਬੜੇ ਮਾਰਦਾ ਹੈ, ਤੇ ਕਿਤੇ ਕੁਝ ਤੇ ਕਿਤੇ ਕੁਝ, ਤੇ ਕੰਮ ਦੁਖੀ ਤਾਂ ਨਹੀਂ ਕਰਦਾ? ਤੁਸੀਂ ਲਾਈਕ ਕਰੋ ਮੈਨੂੰ? ਨਹੀਂ, ਤੁਸੀਂ ਬਿਲਕੁਲ ਲਾਈਕ ਨਹੀਂ ਕਰੋਗੇ। ਤੇ ਫਿਰ ਪਰਮਾਤਮਾ ਕਿੱਥੋਂ ਲਾਈਕ ਕਰੂਗਾ? ਆਪਾਂ ਇਹ ਅੰਡਰਸਟੈਂਡ ਕਰੀਏ, ਧਰਮ ਦੇ ਵਿੱਚ ਕੋਈ ਅਗਿਆਨ, ਕੁਛ ਅਨਪੜ੍ਹਤਾ ਦਾ ਕੋਈ ਕੰਮ ਨਹੀਂ ਹੈ। ਇੱਥੇ ਬੜੀ ਜ਼ਰੂਰੀ ਆ, ਤੁਹਾਡੇ ਕੋਲ ਗਿਆਨ ਹੋਣਾ ਜ਼ਰੂਰੀ ਆ। ਬਾਣੀ ਸਾਨੂੰ ਗਿਆਨ ਦੇ ਬਾਰੇ ਗਿਆਨ ਕਰਾਉਂਦੀ ਹੈ। ਦੇਖੋ, ਬਾਈ ਬਰਥ ਕੋਈ ਥੋੜਾ ਜਿਹਾ ਗਿਆਨ ਸਾਨੂੰ ਮਿਲਦਾ ਹੈ। ਬੇਸਿਕਲੀ ਬੱਚੇ ਨੂੰ ਪਤਾ ਹੁੰਦਾ ਕਿ ਦੁੱਧ ਪੀਣਾ ਹੈ, ਉਹ ਕੋਈ ਵੀ ਚੀਜ਼ ਉਹਦੇ ਮੂੰਹ ਵਾਲੀ ਲਿਆਓਗੇ ਤੇ ਉਹਨੂੰ ਚੂਸੇਗਾ। ਇਹ ਥੋੜਾ ਜਿਹਾ ਗਿਆਨ ਬੱਚੇ ਕੋਲ ਹੁੰਦਾ। ਬਾਕੀ ਜਿਹੜਾ ਜ਼ਿਆਦਾਤਰ ਗਿਆਨ ਆ, ਉਹ ਸਾਨੂੰ ਇਸ ਸੰਸਾਰ ਚੋਂ ਮਿਲਣਾ ਹੁੰਦਾ। ਕਈ ਲੋਕ ਥੋੜੇ ਸਮੇਂ 'ਚ ਕਾਫੀ ਗਿਆਨ ਪ੍ਰਾਪਤ ਕਰ ਲੈਂਦੇ ਆ, ਕਈ ਉਮਰ ਸਾਰੀ ਲੰਘ ਜਾਂਦੀ ਵਿਚਾਰਿਆਂ ਦੀ, ਉਹ ਨਹੀਂ ਸਿੱਖ ਪਾਉਂਦੇ ਔਰ ਉਸੇ ਹੀ ਤਰ੍ਹਾਂ ਦਾ ਆਪਣਾ ਜੀਵਨ ਬਤੀਤ ਕਰਕੇ ਸੰਸਾਰ ਤੋਂ ਚੱਲ ਜਾਂਦੇ। ਬਾਣੀ ਦੇ ਵਿੱਚ ਕਿਹਾ ਹੈ ਕਿ ਗਿਆਨ, ਧਿਆਨ, ਦੇਖੋ ਪਲੀਜ਼, ਗਿਆਨ ਬੜਾ ਜ਼ਰੂਰੀ ਹੈ ਤੁਹਾਡੇ ਕੋਲ। ਇਹ ਜਿਹੜੀ ਪਰਾ ਤੇ ਅਪਰਾ ਵਿਦਿਆ, ਦੋ ਵਿਦਿਆ ਹੈਗੀਆਂ ਨੇ। ਪਰਾ ਵਿਦਿਆ ਜਿਹੜੀ ਤੇ ਅਪਰਾ ਨੂੰ ਅਸੀਂ ਗ੍ਰਹਿਣ ਕਰਨਾ ਹੁੰਦਾ ਹੈ। ਪਰਾ ਵਿਦਿਆ ਮਤਲਬ ਉਹ ਆਤਮਾ ਦਾ ਗਿਆਨ ਹੁੰਦਾ ਹੈ, ਉਹ ਇੱਕ ਅਲੱਗ ਕਿਸਮ ਦਾ ਇੱਕ ਗਿਆਨ ਹੈ। ਉਹ ਦੋਨੋਂ ਵਿਦਿਆ ਸਾਨੂੰ ਜ਼ਰੂਰੀ ਨੇ। ਜਿਹੜੀ ਅਪਰਾ ਵਿਦਿਆ ਹੈ, ਇਹ ਗ੍ਰੰਥਾਂ ਦੇ ਵਿੱਚ ਹੈ। ਜੋ ਅਸੀਂ ਬੋਲ ਰਹੇ ਹਾਂ, ਨਿੱਜਰ ਸਾਹਿਬ ਜੋ ਐਕਸਪਲੇਨ ਕਰ ਰਹੇ ਆ, ਜੋ ਗੁਰੂਆਂ ਨੇ ਸਮਝਾਇਆ, ਇਹ ਸਾਰੀ ਅਪਰਾ ਵਿਦਿਆ ਹੈ। ਆਤਮਾ ਦਾ ਗਿਆਨ ਨਹੀਂ ਹੈ। ਆਤਮਾ ਦਾ ਗਿਆਨ ਬੰਦਾ ਖੁਦ ਲੈ ਸਕਦਾ, ਹੋਰ ਕੋਈ ਸੋਰਸ ਨਹੀਂ। ਆਤਮਾ ਦਾ ਗਿਆਨ ਤੁਹਾਨੂੰ ਉਦੋਂ ਪ੍ਰਾਪਤ ਹੋਊਗਾ ਜਦੋਂ ਤੁਸੀਂ ਉਹਨੂੰ ਆਪ ਅਨੁਭਵ ਕਰੋਗੇ, ਐਕਸਪੀਰੀਅੰਸ ਕਰੋਗੇ, ਫਿਰ ਹੀ ਉਸਨੂੰ ਤੁਸੀਂ ਮਹਿਸੂਸ ਕਰ ਸਕਦੇ। ਜੇਕਰ ਤੁਸੀਂ ਕਿਤਾਬਾਂ 'ਚ ਪੜ੍ਹ ਲਿਆ ਆਤਮਾ ਹੈ, ਪਰਮਾਤਮਾ ਹੈ, ਤੇ ਉਹ ਪਰਮਾਤਮਾ ਨਹੀਂ ਹੈਗਾ, ਉਹ ਤੇ ਬਿਲਕੁਲ ਨਹੀਂ ਹੈਗਾ। ਦੈਟ ਇਜ਼ ਨਾਟ ਅ ਗੋਡ। ਪਰ ਲੋਕਾਂ ਨੇ ਏਦਾਂ ਹੀ ਸੋਚਿਆ। ਉਹ ਥੋੜੀਆਂ ਜਿਹੀ ਕਿਤਾਬਾਂ ਪੜ੍ਹ ਲੈਂਦੇ ਨੇ, ਉਹ ਫਿਰ ਸੋਚਦੇ ਕਿ ਮੈਨੂੰ ਆਤਮਾ ਦੇ ਬਾਰੇ ਬੜਾ ਗਿਆਨ ਹੈ, 5-6 ਗ੍ਰੰਥ ਪੜ੍ਹ ਲਓ। ਗ੍ਰੰਥਾਂ 'ਚ ਆਤਮਾ ਦੇ ਬਾਰੇ ਕੋਈ ਲਿਖ ਨਹੀਂ ਸਕਦਾ। ਯੂ ਕਾਂਟ ਐਕਸਪਲੇਨ, ਵੈਰੀ ਡਿਫਿਕਲਟ। ਕੋਈ ਬੰਦਾ ਸਾਰੀ ਜ਼ਿੰਦਗੀ ਬੋਲੀ ਜਾਵੇ, ਪਰਮਾਤਮਾ ਦੇ ਬਾਰੇ ਨਹੀਂ ਲਿਖ ਸਕਦਾ। ਇਟ ਇਜ਼ ਨਾਟ ਪੋਸੀਬਲ। ਕਿਉਂ ਨਹੀਂ ਪੋਸੀਬਲ? ਕਿਉਂਕਿ ਉਹ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਉਹ ਪਦਾਰਥ ਨਹੀਂ ਹੈ, ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਰੇਖ ਨਹੀਂ। ਉਹ ਕਿੱਦਾਂ ਯੂਨੀਵਰਸ ਨੂੰ ਚਲਾ ਰਿਹਾ ਹੈ, ਇਹ ਕੇਵਲ ਉਹਨੂੰ ਹੀ ਪਤਾ ਹੈ, ਹੋਰ ਕਿਸੇ ਨੂੰ ਨਹੀਂ ਪਤਾ। ਇੱਥੋਂ ਤੱਕ ਕਿ ਬ੍ਰਹਮ ਗਿਆਨੀ ਵੀ ਨਹੀਂ ਜਾਣ ਸਕਦਾ। ਅਭੇਦ ਹੋ ਸਕਦਾ ਹੈ, ਆਤਮਾ ਨੂੰ ਜਾਣ ਸਕਦਾ ਹੈ, ਪਰ ਆਤਮਾ ਕਿੱਦਾਂ ਇਹ ਸਿਸਟਮ ਚਲਾ ਰਹੀ ਆ, ਇਹ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਨਹੀਂ ਜਾਣ। ਤੁਸੀਂ ਬ੍ਰਹਮਲੀਨ ਹੋ ਜਾਓਗੇ, ਮੁਕਤ ਹੋ ਜਾਓਗੇ, ਸੰਸਾਰ ਤੋਂ ਪਰਮ ਆਨੰਦ ਪ੍ਰਾਪਤ ਕਰ ਲੋਗੇ, ਅਗਲੇ ਬੰਨੇ ਤੁਸੀਂ ਬ੍ਰਹਮ 'ਚ ਚਲ ਗਏ, ਗੱਲ ਖਤਮ ਹੋ ਗਈ। ਜੇਕਰ ਤੁਸੀਂ ਸੋਚੋ ਕਿ ਇਹ ਪਰਮਾਤਮਾ ਦੇ ਬਾਰੇ ਤੁਸੀਂ ਜਾਣ ਲਓ, ਇਟ ਇਜ਼ ਨਾਟ ਪੋਸੀਬਲ। ਬਹੁਤ ਛੋਟੇ ਹਾਂ ਆਪਾਂ ਬਹੁਤ ਛੋਟੇ, ਇੰਨੇ ਛੋਟੇ ਹਾਂ ਕਿ ਮੈਂ ਐਕਸਪਲੇਨ ਵੀ ਨਹੀਂ ਕਰ ਸਕਦਾ। ਪਹਿਲਾਂ ਵੀ ਇੱਕ ਦੋ ਵਾਰੀ ਵਿਚਾਰ ਕੀਤੀ ਕਿ ਜਿਹੜੀ ਆਪਣੀ ਧਰਤੀ ਹੈ, ਇਹ ਕਹਿੰਦੇ ਬ੍ਰਹਿਮੰਡ ਦੇ ਵਿੱਚ ਇੱਕ ਰੇਤਾ ਦੇ ਕਣ ਤੋਂ ਵੀ ਛੋਟੀ ਹੈ। ਤੇ ਜੇ ਧਰਤੀ ਸਾਡੀ ਰੇਤਾ ਦੇ ਕਣ ਤੋਂ ਛੋਟੀ ਹੈ, ਤੇ ਮੈਂ ਤੇ ਤੁਸੀਂ ਕੀ ਆ, ਇਹ ਜਸਟ ਸੋਚ ਸਕਦੇ। ਬਹੁਤ ਛੋਟੇ, ਇੰਨੇ ਛੋਟੇ
ਛੋਟਾ ਵੀ ਨਹੀਂ ਕਹਿ ਸਕਦੇ। ਠੀਕ ਹੈ ਜੀ। ਹੁਣ ਇੱਥੇ ਆਪਾਂ ਇੱਕ ਚੀਜ਼ ਨੂੰ ਸਮਝੀਏ, ਗਿਆਨ ਸਪਰੈਡ ਹੁੰਦਾ, ਗਿਆਨ ਵੰਡਿਆ ਜਾਂਦਾ। ਗਿਆਨ ਦੀ ਕੋਈ ਲਿਮਟ ਨਹੀਂ ਆ ਕਿ ਤੁਸੀਂ ਥੋੜਾ ਪੜ੍ਹ ਲਿਆ, ਜਾਣ ਲਿਆ ਤੇ ਬਸ ਹੁਣ ਮੈਂ ਸਭ ਕੁਝ ਜਾਣ ਲਿਆ। ਤੁਹਾਨੂੰ ਹਰ ਦਿਨ ਗਿਆਨ ਪ੍ਰਾਪਤ ਕਰਨਾ ਪਊਗਾ। ਤੁਹਾਨੂੰ ਪਤਾ ਹੋਣਾ ਚਾਹੀਦਾ, ਹਰ ਦਿਨ ਆਪਣੇ ਆਪ ਨੂੰ ਅਪਗ੍ਰੇਡ ਕਰੋ। ਜਿਹੜੀ ਗਲਤੀ ਕੱਲ ਕੀਤੀ ਉਹਨੂੰ ਅੱਜ ਨਾ ਕਰੋ। ਬਾਣੀ ਤੇ ਉਹ ਕਹਿੰਦੀ ਹੈ। ਦੇਖੋ ਪਤਾ ਕਿਉਂ? ਕਿਉਂਕਿ ਜਿਹੜਾ ਨਦੀ ਦੇ ਥੱਲੋਂ ਪਾਣੀ ਲੰਘ ਗਿਆ ਉਹ ਤੇ ਗਿਆ, ਉਹਦੇ ਬਾਰੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ, ਪਰ ਕਮ ਸੇ ਕਮ ਜਿਹੜਾ ਆ ਰਿਹਾ ਹੈ ਉਹਦੇ ਬਾਰੇ ਆਪਾਂ ਕੁਝ ਕਰ ਸਕਦੇ। ਉਹੀ ਜੀਵਨ ਹੈ। ਵਰਤਮਾਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਹਮ ਆਦਮੀ ਹਾਂ ਇੱਕ ਦਮੀ, ਕਿ ਇਹ ਜਿਹੜਾ ਦਮ ਆ ਤੁਸੀਂ ਇੱਥੇ ਕੁਝ ਕਰ ਸਕਦੇ। ਹੋਰ ਤੇ ਜਿਹੜਾ ਲੰਘ ਗਿਆ ਉਹਦੇ ਬਾਰੇ ਵੀ ਕੁਝ ਨਹੀਂ ਹੋਣਾ, ਜਿਹੜਾ ਆਉਣਾ ਉਹਦੇ ਬਾਰੇ ਵੀ ਨਹੀਂ ਕੁਝ ਪਤਾ। ਉਦੋਂ ਕੀ ਪਤਾ ਕੀ ਸਿਚੁਏਸ਼ਨ ਕੀ ਬਣੇਗਾ। ਜਿਹੜੀਆਂ ਗੱਲਾਂ ਆਪਾਂ ਸੋਚਦੇ ਨਾ ਉੱਥੇ ਬੋਲਾਂਗੇ, ਉੱਥੇ ਮੌਕਾ ਹੀ ਨਹੀਂ ਮਿਲਦਾ ਉਹ ਗੱਲਾਂ ਬੋਲਣ ਦਾ। ਉਹ ਸਬਜੈਕਟ ਕੁਝ ਹੋਰ ਤੁਰ ਪੈਂਦਾ। ਬਿਲਕੁਲ ਸਹੀ ਗੱਲ ਹੈ। ਉਹ ਜਿਹੜਾ ਨਿੱਜਰ ਸਾਹਿਬ ਇਬਰਾਹਿਮ ਲਿੰਕਨ ਨੂੰ ਪੁੱਛਿਆ ਉਹਦੇ ਮੁੰਡੇ ਨੇ, ਹਾਂਜੀ, ਕਿ ਪਾਪਾ ਜਿਹੜਾ ਤੁਸੀਂ ਭਾਸ਼ਣ ਦਿੱਤਾ ਕਿਹੋ ਜਿਹਾ ਸੀ? ਉਹ ਕਹਿੰਦਾ ਕਿਹੜਾ ਭਾਸ਼ਣ? ਕਹਿੰਦਾ ਜਿਹੜਾ ਤੁਸੀਂ ਜਿਹੜਾ ਦੇ ਕੇ ਆਏ ਜੋ। ਕਹਿੰਦਾ ਇੱਕ ਤੇ ਪੁੱਤ ਭਾਸ਼ਣ ਮੈਂ ਲਿਖਿਆ ਸੀ, ਇੱਕ ਜਿਹੜਾ ਮੈਂ ਬੋਲਣਾ ਚਾਹੁੰਦਾ ਸਾਂ, ਤੇ ਇੱਕ ਜਿਹੜਾ ਮੈਂ ਉੱਥੇ ਬੋਲ ਆਇਆ ਵਾਂ। ਇਹ ਤਿੰਨ ਚੀਜ਼ਾਂ ਨੇ। ਹੁਣ ਦੱਸ ਕਿਹੜਾ ਭਾਸ਼ਣ ਵਧੀਆ ਸੀ? ਬਿਲਕੁਲ। ਬਾਣੀ ਵੀ ਕਹਿੰਦੀ ਹੈ, ਗੋਰਖੀ ਸਾਹਿਬ ਬਾਣੀ ਕਹਿੰਦੀ ਹੈ, ਮਤਾ ਪਕਾਵੇ ਪश्चिम को पूरब ही ले जात। ਮਤਾ ਤਾਂ ਪਕਾ ਲਿਆ ਪश्चिम। ਇਟ ਇਜ਼ ਟੋਟਲੀ ਡਿਫਰੈਂਟ ਸਟੋਰੀ। ਹਾਂ। ਔਰ ਇਹ ਬਾਣੀ ਕਹਿੰਦੀ ਆ ਕਿ ਸਮਾਂ ਆਪਣੇ ਕੋਲ ਜ਼ਿਆਦਾ ਨਹੀਂ ਹੈ। ਜਦ ਕਿ ਆਪਾਂ ਲੰਮੀਆਂ ਤਾਣ ਕੇ ਬੈਠੇ ਆ, ਮੇਰੇ ਵਰਗਾ ਉੱਠਦਾ ਹੈ, ਚਲੋ ਜੀ ਗਰੰਟੀ ਆ, ਫਾਲ ਗਰੰਟੀ, ਸਵੇਰੇ ਉੱਠ ਜਾਣਾ। ਉਹ ਨਹੀਂ ਏਦਾਂ ਦਾ ਸਿਸਟਮ। ਤੂੰ ਪਤਾ ਨਹੀਂ ਕਦੋਂ ਚੱਲ ਜਾਣਾ ਵਾ। ਤੂੰ ਏਦਾਂ ਕਿਉਂ ਸੋਚਦਾ ਕਿ ਤੂੰ ਚੱਲ ਇੱਥੇ ਸਸਟੇਨ ਕਰਨਾ ਹੈ? ਹੁਣ ਦੇਖੋ ਰਤਨ ਟਾਟਾ ਸੀ, ਇੱਕ ਟਾਈਮ ਸੀ ਉਹਦਾ, ਤੇ ਅੱਜ ਉਹ ਵੇਖ ਰਿਹਾ ਮੈਂ ਬੰਦਾ ਬਿਲਕੁਲ ਹੀ ਬੁੱਢਾ ਹੋ ਗਿਆ ਵਿਚਾਰਾ। ਇਜ਼ ਵੈਰੀ ਓਲਡ। ਹੌਲੀ ਹੌਲੀ ਜਾਨ ਉਹਦੇ ਸਰੀਰ ਚੋਂ ਘੱਟਦੀ ਗਈ। ਸੋ ਮਤਲਬ ਇੱਕ ਸਮਾਂ ਉਹਨੂੰ ਜਾਣਾ ਪੈਣਾ ਵਿਚਾਰੇ ਨੂੰ। ਕਿੱਡਾ ਵੱਡਾ ਅੰਪਾਇਰ ਖੜਾ ਕੀਤਾ, ਸਭ ਕੁਝ ਇੱਥੇ ਰਹਿ ਗਿਆ। ਸੋ ਕਈ ਵਾਰੀ ਨਾ ਐਨਰਜੀ ਸਾਡੇ ਤੋਂ ਕੰਮ ਕਰਾਉਂਦੀ ਹੈ, ਵੱਡੇ ਵੱਡੇ ਕੰਮ ਕਰਾ ਦਿੰਦੀ ਹੈ। ਬੰਦਾ ਤੇ ਕਠਪੁਤਲੀ ਹੁੰਦਾ ਹੈ। ਇਹ ਲੱਲੂ ਕਰੇ ਕਬੱਲੀਆਂ ਤੇ ਰੱਬ ਸਿੱਧੀਆਂ ਪਾਵੇ। ਇੱਕ ਮਾਮੂਲੀ ਜਿਹਾ ਬੰਦਾ ਹੁੰਦਾ ਤੇ ਉਹਦੀ ਸੋਚ ਵੇਖੋ ਸਾਰੀ ਦੁਨੀਆ ਚ ਘੁੰਮ ਜਾਂਦੀ ਆ, ਕਿਉਂਕਿ ਐਨਰਜੀ ਉਹਦੇ ਥਰੂ ਕੰਮ ਕਰਨਾ ਚਾਹੁੰਦੀ ਹੈ। ਜਿੱਦਾਂ ਵੇਖੋ ਗੋਰੇ ਇੱਥੇ ਦੇਸ਼ ਚ ਆਏ, ਸਾਡੇ ਦੇਸ਼ ਚ ਆਏ, ਮਲੇਸ਼ੀਆ ਚ ਗਏ, ਹੋਰ ਸਾਰੇ ਦੇਸ਼ ਚ ਘੁੰਮੇ। ਉਹ ਵੀ ਇੱਕ ਐਨਰਜੀ ਆ। ਐਨਰਜੀ ਨੇ ਕੀ ਕੰਮ ਕੀਤਾ ਕਿ ਇੱਕ ਲੈਂਗੁਏਜ ਦੇਣੀ ਸੀ ਧਰਤੀ ਤੇ, ਇੱਕ ਵਧੀਆ ਲੈਂਗੁਏਜ। ਉਹ ਨਿੱਜਰ ਸਾਹਿਬ ਉਹ ਇੰਗਲਿਸ਼ ਆ ਗਈ। ਆਪ ਜਸਟ ਮੇਰੀ ਗੱਲ ਜੇ ਵੱਡੇ ਲੈਵਲ ਤੇ ਸੋਚੋਗੇ ਨਾ, ਤੇ ਉਹਦੇ ਪਿੱਛੇ ਨਿੱਜਰ ਸਾਹਿਬ ਉਹ ਛੋਟਾ ਜਿਹਾ ਦੇਸ਼ ਨਹੀਂ ਸੀ, ਉਹਦੇ ਪਿੱਛੇ ਉਹ ਐਨਰਜੀ ਸੀ ਕਿ ਕੋਈ ਦੁਨੀਆ ਨੂੰ ਇੱਕ ਕਮਿਊਨੀਕੇਸ਼ਨ ਕਰਨ ਲਈ ਇੱਕ ਵਧੀਆ ਜੀ ਲੈਂਗੁਏਜ ਦੇਣੀ ਸੀ। ਤੇ ਉਹ ਵੇਖੋ ਉਹਦੇ ਕਰਕੇ ਕਿੰਨਾ ਦੇਸ਼ ਵਧੇ। ਕੁਝ ਲੋਕ ਉੱਧਰੋਂ ਇਹਨੂੰ ਆ ਜਾਂਦੇ ਨੇ, ਕੁਝ ਇੱਧਰ ਦੇ ਉੱਧਰ ਜਾਂਦੇ ਨੇ। ਕਮਿਊਨੀਕੇਸ਼ਨ ਦੇ ਨਾਲ ਕਿੰਨਾ ਡਿਵੈਲਪਮੈਂਟ ਹੋ ਗਈ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਇੱਥੋਂ ਤੱਕ ਕਿ ਕਹਿੰਦੇ ਜਿਹੜੀਆਂ ਸਿੱਧੀਆਂ ਸੜਕਾਂ ਬਣੀਆਂ ਨੇ ਅੰਗਰੇਜ਼ਾਂ ਦੀ ਦੇਣ ਨਹੀਂ ਹੈ, ਇਹ ਇਜਿਪਟ ਦੇ ਲੋਕ ਸਨ, ਉਹਨਾਂ ਦੀ ਦੇਣ ਆ। ਕਿ ਜਦੋਂ ਇਹ ਇੰਗਲੈਂਡ ਵਾਲੇ ਉੱਥੇ ਗਏ ਨਜਰ ਸਾਹਿਬ, ਉੱਥੋਂ ਸਿੱਖੀ ਇਹ ਟੈਕਨੀਕ ਇਹਨਾਂ। ਬਿਲਕੁਲ। ਉਸੇ ਟੈਕਨੀਕ ਨੂੰ ਫਿਰ ਦੁਨੀਆ ਚ ਉਹਨਾਂ ਨੇ, ਕਿਉਂਕਿ ਇਜਿਪਟ ਦੇ ਲੋਕਾਂ ਦੇ ਪੱਲੇ ਕੁਛ ਨਹੀਂ ਸੀ, ਉਹ ਨਹੀਂ ਸਪਰੈਡ ਕਰ ਸਕੇ, ਪਰ ਗੋਰਿਆਂ ਨੇ ਉਹੀ ਸਬਜੈਕਟ, ਉਹੀ ਚੀਜ਼ ਨੂੰ ਸਾਰੀ ਦੁਨੀਆ ਚ ਸਪਰੈਡ ਕੀਤਾ। ਹੌਸਪਿਟਲ, ਸਕੂਲਸ, ਰੇਲਵੇ ਸਟੇਸ਼ਨ। ਮਲੇਸ਼ੀਆ ਦੇ ਵਿੱਚ ਸਭ ਤੋਂ ਪਹਿਲਾਂ ਇੰਡੀਆ ਚ ਰੇਲਾਂ ਆਈਆਂ, ਉਸ ਤੋਂ ਬਾਅਦ ਅੰਡਰਗਰਾਊਂਡ ਟ੍ਰੇਨਾਂ ਬਣੀਆਂ ਵਾ। ਅੱਜ ਤੋਂ ਕਿੰਨੇ ਸਾਲ ਪਹਿਲਾਂ। ਆਪਣੇ ਤੇ ਹੁਣ ਅੰਡਰਗਰਾਊਂਡ ਟਨਲ ਬਣਾਉਂਦੇ ਨੇ, ਗੋਰੇ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਇੰਡੀਆ ਚ ਬਣਾ ਕੇ ਕਲਕੱਤੇ ਚਲ ਗਏ। ਫਿਰ ਇਹੋ ਟ੍ਰੇਨਾਂ ਜਦੋਂ ਮਲੇਸ਼ੀਆ ਚ ਗਈਆਂ, ਵੈਸੇ ਟੌਪਿਕ ਦੀ ਇਹ ਕਥਾ ਹੀ ਹੈ, ਇਹ ਕੋਈ ਵੱਖਰੀ ਗੱਲ ਨਹੀਂ। ਮਲੇਸ਼ੀਆ ਚ ਜਿਹੜੇ ਆਪਣੇ ਇੰਡੀਅਨ ਰਹਿੰਦੇ ਨੇ, ਪਤਾ ਮੈਂ ਪੁੱਛਿਆ ਇਹਨੂੰ ਕਿੱਥੋਂ ਆਏ ਜੇ? ਕਹਿੰਦੇ ਇਹ ਜਿਹੜੇ ਟੈਕਨੀਸ਼ੀਅਨ ਸੀ ਸਾਰੇ ਇੰਡੀਆ ਦੇ ਸੀ, ਜਿਨ੍ਹਾਂ ਨੇ ਟ੍ਰੇਨ ਦੀਆਂ ਪਟੜੀਆਂ ਬਣਾਈਆਂ ਸੀ। ਫਿਰ ਮਲੇਸ਼ੀਆ ਚ ਲੋਡ ਸੀ, ਫਿਰ ਇਹ ਉੱਥੇ ਲੈ ਗਏ ਉਹਨਾਂ ਨੂੰ। ਉਹ ਫਿਰ ਮਲੇਸ਼ੀਅਨ ਹੀ ਬਣ ਗਏ ਇੰਡੀਅਨ, ਉੱਥੇ ਰਹਿਣ ਡੈ ਪਏ। ਸੋ ਦੇਖੋ ਇਹ ਕੁਦਰਤ ਦਾ ਪਿੱਛੇ ਕੋਈ ਮਕਸਦ ਹੁੰਦਾ ਹੈ। ਹੁਣ ਵੀ ਅੱਜ ਦੀ ਡੇਟ ਚ ਆਪਾਂ ਜਿਹੜਾ ਗਿਆਨ ਪ੍ਰਾਪਤ ਕਰ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਤੋਂ ਜੋ ਸੇਧ ਲੈ ਰਹੇ ਹਾਂ, ਉਹ ਕੇਵਲ ਸਾਨੂੰ ਕੇਵਲ ਇਹ ਨਹੀਂ ਸਿੱਖਿਆ ਮਿਲਣੀ ਹੈ ਕਿ ਮੈਂ ਇੱਕ ਵਧੀਆ ਪਿਓ ਬਣ ਜਾ, ਇੱਕ ਵਧੀਆ ਮਾਂ ਬਣ ਜਾ, ਵਧੀਆ ਪਤੀ ਬਣ ਜਾ, ਵਧੀਆ ਪਤਨੀ ਬਣ ਜਾ। ਹੁਣ ਜਿੱਦਾਂ ਸੰਤਾਨ ਦਾ ਇੱਕ ਧਰਮ ਆ।
ਮੈਂ ਇੱਕ ਬੱਚੇ ਬਣ ਜਾ ਵਧੀਆ। ਸੰਤਾਨ ਦਾ ਧਰਮ ਹੈ ਜਿੱਦਾਂ ਉਹਦੇ ਪਿਓ ਨੇ ਉਸ ਬੱਚੇ ਦੀ ਪਰਵਰਿਸ਼ ਕੀਤੀ ਹੈ, ਔਰ ਜਦੋਂ ਉਸ ਪਿਓ ਨੂੰ ਲੋੜ ਪੈਣੀ ਆ ਉਦੋਂ ਬੱਚਾ ਆਪਣੀ ਉਹਦਾ ਧਰਮ ਆ ਕਿ ਉਹਨੂੰ ਟੇਕ ਕੇਅਰ ਕਰਨੀ ਪਊਗੀ। ਔਰ ਜੇ ਉਹ ਬੱਚਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ ਉਹ ਅਧਰਮੀ ਹੋ ਗਿਆ, ਫਸ ਗਿਆ ਉਹ। ਔਰ ਬਹੁਤ ਲੋਕ ਇੱਥੇ ਫੇਲ ਹੋ ਰਹੇ ਨੇ ਕਿਉਂਕਿ ਦੱਸਦਾ ਨਹੀਂ ਕਿਉਂ ਪਿਆ। ਗੁਰੂ ਗ੍ਰੰਥ ਸਾਹਿਬ 'ਚ ਕੇਵਲ ਇਹੋ ਗੱਲ ਦੱਸੀ ਗਈ ਹੈ ਔਰ ਇਹਨਾਂ ਲੋਕਾਂ ਕੋਲ ਕਨਵਿੰਸ ਨਹੀਂ ਹੋਈ, ਲੋਕਾਂ ਤੱਕ ਪਹੁੰਚਾਈ ਨਹੀਂ ਗਈ ਗੱਲ। ਇਹ ਪਤਾ ਨਹੀਂ ਕੀ ਬਣਾ ਕੇ ਬਹਿ ਗਏ, ਇੱਥੇ ਆ ਕੇ ਮੱਥਾ ਟੇਕੋ ਘਰ ਚੱਲ ਜਾਓ। ਉੱਥੇ ਏਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਗੁਰੂਆਂ ਨੇ ਕੋਈ ਵੀ ਏਦਾਂ ਦੀ ਗੱਲ ਨਹੀਂ ਕੀਤੀ। ਆਹ ਦੇਖੋ, ਗਿਆਨ ਧਿਆਨ ਕੁਛ ਕਰਮ ਨਾ ਜਾਣਾ, ਇਹ ਤਿੰਨ ਗੱਲਾਂ ਦੇ ਵਿੱਚ ਗੱਲ ਚੱਲੀ ਸੀ। ਕਰਮ ਦੇ ਬਾਰੇ ਗੱਲ ਚੱਲੀ ਸੀ, ਕਰਮ ਦੇ ਬਾਰੇ ਤੇ ਕੋਈ ਦੱਸਦਾ ਹੀ ਨਹੀਂ ਪਿਆ ਕਿ ਤੈਨੂੰ ਆਪਣੇ ਕਰਮ ਸਹੀ ਕਰਨੇ ਪੈਣਗੇ ਬੱਚੇ। ਕਿਉਂਕਿ ਤੂੰ ਜਿੱਥੇ ਗੱਡੀ ਚਲਾ ਰਿਹਾ ਉਹ ਵੇਖਣ ਦਿਆ ਵਾ ਤੇਰੇ ਵੱਲ, ਜਿੱਦਾਂ ਸੀਸੀ ਕੈਮਰੇ ਲੱਗੇ ਆ, ਤੂੰ ਸਿਗਨਲ ਬ੍ਰੇਕ ਕੀਤਾ ਹੈ ਜਾਂ ਤੂੰ ਗਲਤ ਤਰੀਕੇ ਨਾਲ ਗੱਡੀ ਚਲਾਈ ਆ ਜਾਂ ਕਿਸੇ ਨੂੰ ਸੱਟ ਲਾਤੀ ਆ, ਉਹ ਉੱਥੇ ਜਿੱਦਾਂ ਦੇਸ਼ ਦਾ ਲਾਅ ਹੈਗਾ, ਕਾਨੂੰਨ ਹੈਗਾ, ਉਸੇ ਤਰ੍ਹਾਂ ਹੀ ਧਰਮ ਰੂਪੀ ਜਿਹੜਾ ਚਿੱਤਰਗੁਪਤ ਤੇਰੇ ਅੰਦਰ ਬੈਠਾ ਹੈ ਤੇਰੀਆਂ ਹਰਕਤਾਂ ਨੂੰ ਵੇਖ ਰਿਹਾ ਹੈ। You are being monitoring, somebody monitoring from you inside। ਔਰ ਤੂੰ ਕਿਹਨੂੰ ਬੇਵਕੂਫ ਬਣਾ ਰਿਹਾ? ਤੂੰ ਆਪਣੇ ਆਪ ਨੂੰ ਬੇਵਕੂਫ ਬਣਾ ਰਿਹਾ। ਉਹ ਤੇਰੇ ਅੰਦਰ ਜਿਹੜਾ ਵਾਲਮੀਕੀ ਹੈ ਨਾ, ਉਹਨੂੰ ਕਨਵਿੰਸ ਕਰ। ਬਾਣੀ ਤੈਨੂੰ ਉਹੀ ਸਮਝਾਉਣਾ ਚਾਹੁੰਦੀ ਆ ਕਿ ਜਿਨ੍ਹਾਂ ਦੇ ਬਦਲੇ ਤੂੰ ਪੰਗੇ ਸ਼ੰਗੇ ਲੈ ਰਿਹਾ ਨਾ, they are not going to give you any jus। ਇਹ ਮਨ ਚ ਵਰਕਾ ਪਾੜ ਦੇ ਕੇ ਤੇਰੇ ਇੱਥੇ ਝੰਡੇ ਗੱਡੇ ਜਾਣਗੇ ਤੇ ਪਤਾ ਨਹੀਂ ਕੀ ਹੋ ਜਾਊਗਾ। ਉਹ ਜਸਟ ਜੀਵ ਹੈਗੇ ਨੇ, ਉਹ ਤੇਰੇ ਥਰੂ ਆਏ ਨੇ, ਔਰ ਜਾਂ ਕਹਿ ਲਾ ਕਿ ਤੇਰੇ ਨਾਲ ਅਟੈਚਮੈਂਟ ਆ, ਉਹ ਜਸਟ ਤੇਰਾ ਕੋਈ ਲੈਣਾ ਦੇਣਾ ਹੈ। ਆਪਾਂ ਉਹਨਾਂ ਲੋਕਾਂ ਨੂੰ ਮਿਲਦੇ ਹਾਂ ਕੇਵਲ ਜਿਨ੍ਹਾਂ ਲੋਕਾਂ ਦੇ ਨਾਲ ਸਾਡਾ ਲੈਣਾ ਦੇਣਾ ਹੈ। ਅਦਰਵਾਈਜ਼ ਦੇਰ ਮਿਲੀਅਨਸ ਬਿਲੀਅਨਸ, ਨੋਬਡੀ ਨੋਜ਼। ਕੌਣ ਜਾਣਦਾ? ਤੁਸੀਂ ਕੌਣ ਜੋ? ਤੁਹਾਨੂੰ ਕੋਈ ਵੀ ਨਹੀਂ ਜਾਣਦਾ। ਇੱਥੇ ਮੈਨੂੰ ਕੋਈ ਨਹੀਂ ਜਾਣਦਾ। ਮੈਂ 10 15 20 ਘਰ ਦੂਰ ਹੋ ਜਾ। ਇਹ ਸੰਸਾਰ ਆ। ਇਸ ਸੰਸਾਰ 'ਚ ਆਪਾਂ ਰਹੀਏ, ਸਾਫ਼ ਸੁਥਰਾ ਜੀਵਨ ਬਤੀਤ ਕਰੀਏ। ਔਰ ਜਿੱਥੇ ਮੇਰਾ ਧਰਮ ਆ, ਜਿੱਥੇ ਮੇਰੀ ਜ਼ਿੰਮੇਵਾਰੀ, ਦੇਖੋ ਨਦੀ ਦੀ ਮਰਿਆਦਾ ਕੀ ਆ, ਨਦੀ ਦਾ ਧਰਮ ਕੀ ਆ? ਕਿਨਾਰਿਆਂ ਦੇ ਵਿੱਚ ਚੱਲਣਾ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਸਹੀ ਗੱਲ ਹੈ। ਇਸੇ ਤਰ੍ਹਾਂ ਆਪਣੇ ਆਪ ਨੂੰ ਮਰਿਆਦਾ 'ਚ ਚਲਾਓ। ਆਪਣੀ ਜ਼ਿੰਮੇਵਾਰੀਆਂ ਤੋਂ ਤੁਸੀਂ ਭੱਜ ਨਹੀਂ ਸਕਦੇ। ਜੇ ਤੁਸੀਂ ਭੱਜ ਗਏ ਤਾਂ ਉੱਥੇ ਤੇ ਪੰਗਾ ਪੈ ਗਿਆ। ਤੁਹਾਡਾ ਸਵਾਲ ਹੀ ਨਹੀਂ ਹੱਲ ਹੋਇਆ, ਤੁਸੀਂ ਸਵਾਲ ਤੋਂ ਭੱਜ ਜਾਓ। ਮੇਰੇ ਸਾਰਿਆਂ ਕੋਲ ਮੈਂ ਗਿਆ, ਉੱਥੇ ਪੈਰੀ ਦਾ ਕੋਈ ਮਸਲਾ ਸੀ। 10 ਸਾਲ ਹੋ ਗਏ। ਮੈਂ ਉਹਨਾਂ ਨੂੰ ਕਿਹਾ ਕਿ ਏਦਾਂ ਕਰੋ ਭੋਲਿਓ, ਆਪਾਂ ਪਾਰਟੀ ਨੂੰ ਮਿਲ ਆਏ ਆ, ਹੁਣ ਆਪਾਂ ਸ਼ਾਂਤੀ ਨਾਲ ਬਹਿਣਾ ਹੈ। ਤੇ ਉਹਨਾਂ ਨੇ ਕਿਹਾ ਕਿ 1.5 ਸਾਲ ਪੈ ਲੈਣ ਦੋ ਤੇ ਅਸੀਂ ਤੁਹਾਡੇ ਨਾਲ ਤੇ ਜ਼ਮੀਨ ਲਾ ਦਾਂਗੇ। ਇਹ ਘਰੇ ਆਏ, ਇਹਨਾਂ ਲੜਾਈ ਕਰ ਲਈ। ਮੈਂ ਇਹਨਾਂ ਨੂੰ ਇਹ ਕਿਹਾ, ਮੈਂ ਕਿਹਾ ਤੁਸੀਂ ਇੱਕ ਬਹੁਤ ਵਧੀਆ ਮੌਕਾ ਗਵਾ ਲਿਆ। ਹੁਣ ਅੱਜ 10 ਸਾਲ ਹੋ ਗਏ ਗੱਲ ਨੂੰ, ਨਿੱਜਾ ਸਵਾਲ ਤੇ ਉੱਥੇ ਖਲੋਤਾ। ਕਈ ਵਾਰੀ ਆਪਾਂ ਹੁਲੜਬਾਜ਼ੀ ਕਰਦੇ ਆ, ਉਹ ਮਸਲਾ ਅਸੀਂ ਖਰਾਬ ਕਰ ਲੈਂਦੇ ਆ। ਇਸੇ ਹੀ ਤਰ੍ਹਾਂ ਇਹ ਜਿਹੜਾ ਸਾਡੇ ਜੀਵਨ ਦਾ ਮਸਲਾ ਹੈ ਨਾ, ਵੈਰੀ ਇੰਪੋਰਟੈਂਟ ਆ। ਸਾਧ ਸੰਗਤ ਜੀ, ਇਹ 'ਚ ਕੋਈ ਮਜ਼ਾਕ ਨਹੀਂ ਜੇ, ਇਹ ਬਹੁਤ ਇੰਪੋਰਟੈਂਟ ਆ। ਔਰ ਖਾਸ ਕਰਕੇ ਇੱਥੇ ਬੜੀ ਤਵੱਜੋ ਦੇਣ ਦੀ ਲੋੜ ਆ। ਐਵੇਂ ਤੁਸੀਂ ਇਹ ਨਾ ਸੋਚੋ ਕਿ ਕਿਸੇ ਤੇ ਆਸਾਨ ਕਰ ਰਹੇ ਜੋ, ਤੁਸੀਂ ਕਿਸੇ ਤੇ ਆਸਾਨ ਨਹੀਂ ਕਰ ਰਹੇ। ਇਸ ਕਰੈਕਟਰ ਨੂੰ ਪਲੀਜ਼ ਤੁਸੀਂ ਠੀਕ ਕਰ ਲਓ। ਮੈਂ ਇਹ ਕਹਿਣਾ ਚਾਹੁੰਦਾ ਤੁਹਾਨੂੰ, ਕਦੇ ਲੇਟ ਨਹੀਂ ਹੈਗਾ ਜੋ। ਕਾਲੇ ਮੇਢੇ ਕੱਪੜੇ, ਕਾਲਾ ਮੇਢਾ ਵੇਸ਼, ਗੁਨਾਹੀ ਭਰਿਆ ਮੈਂ ਫਿਰਾ, ਲੋਕ ਕਹਿਣ ਦਰਵੇਸ਼। ਇਹ ਸਾਰੇ ਬੰਦੇ ਉਹ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਇਹ ਸਾਰੇ ਆਪਣੇ ਆਪ ਤੇ ਕੰਮ ਕਰ ਗਏ ਨੇ ਔਰ ਸਾਨੂੰ ਸਮਝਾ ਗਏ ਨੇ ਕਿ ਕੰਮ ਕਰ ਲਓ ਆਪਣੇ ਆਪ ਤੇ। ਉਹ ਤੁਸੀਂ ਲੋਕਾਂ 'ਚ ਨੁਕਸ ਲੱਗੀ ਜਾਂਦੇ ਹੋ, ਨੁਕਸ ਤੁਹਾਡੇ ਅੰਦਰ ਆ, ਉਹਨੂੰ ਫਿਕਸ ਕਰ ਲਓ। ਕਿਉਂਕਿ ਜਦ ਤੱਕ ਤੇਰਾ ਮੁਖ ਉਜਲਾ ਨਹੀਂ ਹੋਵੇਗਾ, ਤੂੰ ਨਹੀਂ ਐਕਸੈਪਟ ਹੋਵੇਗਾ ਉੱਥੇ। ਤੂੰ ਧਰਮਰਾਜ ਤੋਂ ਅੱਗੇ ਨਹੀਂ ਲੰਘ ਸਕਦਾ। ਇਹ ਬਾਣੀ ਇਹੋ ਕਹਿਣਾ ਚਾਹੁੰਦੀ ਆ। ਇੱਥੇ ਆਪਾਂ ਕਿਸੇ ਲਈ ਨਹੀਂ ਕਰਨਾ, ਭੈ ਦੇ ਵਿੱਚ ਚੱਲਣਾ ਹੈ। ਭੈ ਦਾ ਮਤਲਬ ਇੱਥੇ ਮੈਂ ਇਕੱਲਾ ਹੀ ਬੈਠਾ ਵਾਂ, ਮੇਰੇ ਮਾਂ ਪਿਓ, ਮੇਰੀ ਵਾਈਫ, ਮੇਰੇ ਬੱਚੇ ਨਹੀਂ ਬੈਠੇ। ਭੈ ਦੇ ਮਤਲਬ ਕਿ ਮੈਂ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਨਜ਼ਦੀਕ ਰੱਖਾਂ, ਕੋਈ ਏਦਾਂ ਦਾ ਕਰਮ ਹੀ ਨਾ ਕਰਾਂ। ਭੈ ਦੇ ਵਿੱਚ ਮਤਲਬ, ਭੈ ਦਾ ਮਤਲਬ ਕਿ ਮੈਨੂੰ ਡਰ ਨਹੀਂ। ਮੈਂ ਭਾਵੇਂ ਜੰਗਲ 'ਚ ਬੈਠਾ, ਉੱਥੇ ਵੀ ਮੈਂ ਭੈ ਦੇ ਵਿੱਚ ਚੱਲਾਂ ਕਿ ਇਹ ਜਿਹੜਾ ਮੇਰਾ ਜੀਵਨ ਆ, ਇਹ ਜੀਵਨ ਨੂੰ ਮੈਂ ਮਿਸਯੂਜ਼ ਨਹੀਂ ਕਰਨਾ ਇਹਦਾ।
ਔਰ ਮਿਸਯੂਜ਼ ਕਰੋਗੇ ਤੇ ਉੱਥੇ ਆਪਾਂ ਬਲੌਕ ਹੋ ਜਾਣਾ। ਠੀਕ ਹੈ ਨਜਰ ਸਾਹਿਬ, ਆ ਵਿਚਾਰ ਸ਼ੁਰੂ ਕਰੋ ਪਲੀਜ਼। ਹਾਂਜੀ, ਸ਼ਲੋਕ ਮਾਲਾ ਚੌਥਾ, ਇਹੋ ਮਨੁਆ ਦ੍ਰਿੜ ਕਰ ਰੱਖੀਏ ਗੁਰਮੁਖ ਲਾਈਏ ਚਿੱਤ। ਮਨ ਨੂੰ ਕਹਿੰਦੇ ਆ ਭਾਈ, ਦੇਖੋ ਮਨ ਨੂੰ ਅਵਗੁਣਾ ਤੇ ਰੋਕਣਾ ਹੈਗਾ ਭਾਈ, ਇਹਨੂੰ ਦ੍ਰਿੜ ਕਰਨਾ ਹੈਗਾ। ਤੇ ਇਹਦੇ ਵਾਸਤੇ ਜਿਹੜਾ ਹੈਗਾ ਬ੍ਰਹਮ ਗਿਆਨ ਲੈਣਾ ਪਊਗਾ ਭਾਈ, ਚਿੱਤ ਲਗਾ ਕੇ ਪੂਰੀ ਕੰਸਨਟ੍ਰੇਸ਼ਨ ਦੇਣੀ ਪਊਗੀ ਜਿਹੜੀ ਇਹ ਬ੍ਰਹਮ ਗਿਆਨ ਨੂੰ। ਵੀ ਕਿਵੇਂ ਕਹਿ ਰਹੇ ਵੀ ਮਨ ਨੂੰ ਕਿਵੇਂ ਦ੍ਰਿੜ ਕੀਤਾ ਜਾ ਸਕਦਾ ਹੈ, ਕਿਵੇਂ ਇਸ ਮਨ ਨੂੰ ਜਿਹੜਾ ਹੈਗਾ ਇਹਦੇ ਤੇ ਚੌਕਸੀ ਜਿਹੜਾ ਹੈਗਾ, ਇਹ ਭੈ ਪਰਮਾਤਮਾ ਦਾ ਭੈ ਜਿਹੜਾ ਹੈਗਾ, ਪਰਮਾਤਮਾ ਦੇ ਭੈ ਦੇ ਨਾਲ ਮਨ ਨੂੰ ਦ੍ਰਿੜ ਕੀਤਾ ਜਾ ਸਕਦਾ ਹੈ। ਵੀ ਆਰ ਅੰਡਰ ਸਰਵੀਲੈਂਸ, ਆਪਾਂ ਜਿਹੜੇ ਹੈਗੇ ਬਈ ਮੇਰਾ ਜੋ ਕੁਛ ਵੀ ਮੈਂ ਕਰ ਰਿਹਾ ਹਾਂ ਇਹਦਾ ਮੇਰੇ ਕੋਲ ਰਿਜ਼ਲਟ ਮੇਰੇ ਸਾਹਮਣੇ ਆਉਣਾ ਹੈ, ਔਰ ਸਾਰਾ ਦਾ ਸਾਰਾ ਮੇਰੀ ਇੱਕ ਐਕਸ਼ਨ ਨੋਟ ਹੋ ਰਹੀ ਹੈ। ਕਿਉਂ ਸਾਸ ਗਿਰਾਸ ਵਿਸਾਰੀਏ ਬਹਿੰਦਿਆਂ ਉੱਠਦਿਆਂ ਨਿੱਤ, ਕਹਿੰਦੇ ਇਹਦੇ ਵਾਸਤੇ ਜਿਹੜਾ ਹੈਗਾ ਹੁਣ ਆਪਾਂ ਜਿਹੜੇ ਕਾਰ ਵਿਹਾਰ ਕਰੀ ਜਾਂਦੇ ਦੁਨੀਆ ਦੇ ਕੰਮਕਾਰ ਕਰਦੇ ਹਾਂ, ਕਹਿੰਦੇ ਸਾਡੇ ਕੋਲ ਤਾਂ ਫੁਰਸਤ ਹੀ ਨਹੀਂ ਹੈ ਜੀ, ਇਹ ਕੰਮ ਵਾਸਤੇ ਸਾਡੇ ਕੋਲ ਥੋੜ੍ਹਾ ਨਾ ਫੁਰਸਤ ਹੈਗਾ, ਇਹ ਤਾਂ ਵਿਹਲਣਾ ਦਾ ਕੰਮ ਹੈ। ਉਹ ਪਿਆਰਿਓ, ਸਾਸ ਤੁਹਾਨੂੰ ਆ ਰਿਹਾ ਆ, ਤੁਹਾਡੇ ਜਿਹੜੇ ਕੰਮ ਕਰ ਰਹੇ ਹੋ ਸਾਸ ਆ ਰਿਹਾ ਹੈ, ਖਾਣ ਨੂੰ ਮਿਲ ਰਿਹਾ ਹੈ ਤੁਹਾਨੂੰ ਰੋਜ਼ ਹਰ ਟਾਈਮ ਸਾਸ ਆ ਰਿਹਾ ਹੈ, ਉਹਦਾ ਕੰਮ ਨਹੀਂ ਕਰ ਰਹੇ, ਇੱਕ ਸਾਸ ਤਾਂ ਬੰਦ ਕਰ ਦੇ ਤੇ ਉਸੇ ਟਾਈਮ ਤਾਂ ਤੁਹਾਡਾ ਬਲਬ ਫਿਊਜ਼ ਹੋ ਜਾਏਗਾ। ਉਹਦਾ ਕੰਮ ਨਹੀਂ ਕਰ ਰਹੇ ਜਿਹਦਾ ਤਾਂ ਤੁਹਾਨੂੰ ਦੂਜੇ ਕੰਮ ਜਿਹੜੇ ਕਹਿ ਰਹੇ ਸਾਨੂੰ ਤਾਂ ਫੁਰਸਤ ਨਹੀਂ ਆ, ਜਿਹੜੇ ਕੰਮਾਂ ਵਾਸਤੇ ਤੁਹਾਨੂੰ ਫੁਰਸਤ ਨਹੀਂ ਆ, ਉਹ ਤਾਂ ਇੱਕ ਸਾਹ ਵੀ ਬੰਦ ਕਰੂਗਾ ਉਸੇ ਟਾਈਮ ਤੁਹਾਡੀ ਫੁਰਸਤ ਆ ਜਾਊਗੀ। ਉਹਨੂੰ ਕਹਿ ਰਹੇ ਹੋ ਕਮਾਲ ਹੋਈ ਪਈ ਆ। ਕਿਉਂ ਸਾਸ ਗਿਰਾਸ ਵਿਸਾਰੀਏ ਬਹਿੰਦਿਆਂ ਉੱਠਦਿਆਂ ਨਿੱਤ, ਕਹਿੰਦੇ ਨਿੱਤ ਬਹਿੰਦਿਆਂ ਉੱਠਦਿਆਂ ਹਰ ਟਾਈਮ ਮਾਲਕ ਨੂੰ ਯਾਦ ਕਰਨਾ ਕੀ ਹੈਗਾ, ਮਾਲਕ ਨੂੰ ਯਾਦ ਕਰਨਾ ਹੈਗਾ ਭਾਈ ਆਪਣਾ ਜਿਹੜਾ ਤੇਰਾ ਧਰਮ ਹੈਗਾ ਉਹ ਧਰਮ ਨੂੰ ਨਿਭਾ, ਉਹਦੇ ਵਿੱਚ ਕੁਤਾਹੀ ਨਾ ਕਰ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ, ਸਾਸ ਗਰਾਸ ਨਾ ਵਿਸਰੇ। ਆਪ ਅੰਡਰਸਟੈਂਡ ਕਰ ਗਏ ਜੋ ਮੈਂ ਬੋਲਿਆ ਉਹੀ ਆ। ਤੁਸੀਂ ਭੱਜ ਨਹੀਂ ਸਕਦੇ ਉੱਥੋਂ, ਭੱਜ ਜੋ। ਉੱਥੇ ਫਾਈਲ ਆਈ ਆ, ਮੈਂ ਸਾਈਨ ਨਹੀਂ ਕੀਤੇ, ਅਗਲੇ ਦੇ 3 ਘੰਟੇ ਬਰਬਾਦ ਕਰਤੇ, ਸਮਝ ਲਓ ਪੰਗਾ ਪੈ ਗਿਆ। ਘੰਟੇ ਦਾ ਕੰਮ ਹੈ, ਮੈਂ 10 ਘੰਟਿਆਂ 'ਚ ਕੀਤਾ, ਪੰਗਾ ਉੱਥੇ ਵੀ ਪੈ ਗਿਆ ਜੀ। ਬਿਲਕੁਲ 100 ਰੁਪਏ ਦਾ ਕੰਮ ਮੈਂ 10,000 ਲੈ ਲਿਆ, ਪੰਗਾ ਉੱਥੇ ਪੈ ਗਿਆ ਜੀ। ਇਹ ਸਭ ਕਬੀਰ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਕਾਲ, ਕਬੀਰ ਸਾਹਿਬ ਜੀ ਦੀ ਬਾਣੀ ਹੈ, ਕਿਹਦੀ ਬਾਣੀ ਨੇ? ਸਭ ਕਾਲ ਕਰੇ ਕੁਛ ਹੱਥ, ਕਾਲ ਖਾਏ ਕਿ ਕੁਛ ਕਾਲ ਕਰੇ ਕੁਛ ਹੱਥੋਂ ਦੇਵੇ ਨਾਨਕ ਰਾਹ ਪਛਾਣੇ ਸੇ। ਹਾਂ ਗੁਰੂਆਂ ਦੀ ਬਾਣੀ। ਹਾਂ ਚਲੋ ਕੋਈ ਗੱਲ ਨਹੀਂ, ਚਲੋ ਆਪਣੇ ਗੁਰੂਆਂ ਦੀ ਬਾਣੀ, ਉਹ ਕਹਿੰਦੇ ਕਾਲ ਕਰੇ, ਕਾਲ ਕੀਤੀ ਹੈ ਮਤਲਬ ਮਿਹਨਤ ਕੀਤੀ। ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਗੁਰੂ ਨਾਨਕ ਸਾਹਿਬ ਦੀ ਬਾਣੀ। ਹਾਂ ਕਾਲ ਖਾਏ, ਕਾਲ ਦਾ ਮਤਲਬ ਮਿਹਨਤ ਕਰਕੇ, ਹਨਾ? ਬਿਲਕੁਲ ਕਾਲਣਾ ਕੀਤੀ ਹੋਈ, ਫਿਰ ਉਹਦੇ ਵਿੱਚੋਂ ਦੇਣਾ। ਹੁਣ ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਇੱਥੇ ਧਰਮ ਦਾ ਮਤਲਬ ਕੇਵਲ ਇੰਨਾ ਵਾ ਕਿ ਜਿਹੜੀ ਚੀਜ਼ ਰਾਈਟ ਲੀਗਲੀ ਤੇਰੀ ਆ, ਕੇਵਲ ਉਹ ਤੇਰੀ ਆ। ਬਾਕੀ ਜੇ ਤੂੰ ਇਲੀਗਲੀ ਚੀਜ਼ ਲੈ ਕੇ ਆ ਰਿਹਾ, ਪ੍ਰਕਿਰਤੀ ਦੀ ਨਜ਼ਰ ਚੋਂ ਕ੍ਰਾਈਮ ਆ, ਉਹ ਤੇਰਾ ਹੈ ਹੀ ਨਹੀਂ, ਖੋਲਿਆ ਤੂੰ ਕਿਸੇ ਦਾ। ਹੁਣ ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਧਰਮ ਇਹੋ ਹੀ ਕਹਿ ਰਿਹਾ, ਜਿੰਨਾ ਜ਼ਿਆਦਾ ਆਪਾਂ ਖੋਵਾਂਗੇ, ਜਿੰਨਾ ਜ਼ਿਆਦਾ ਖਿੱਚਾ ਧੂਈ ਕਰਾਂਗੇ, ਓਨਾ ਜੀਵਨ ਅਸੀਂ ਆਪਣਾ ਡਿਸਟਰਬ ਕਰ ਲਿਆ। ਕਬੀਰ ਸਾਹਿਬ ਜੀ ਦਾ ਮਹਿਲ ਵੇਖਿਆ ਕੋਈ ਹੈਗਾ ਉਹਨਾਂ ਦਾ ਮਹਿਲ ਮੁੰਡੇਜਰ ਸਾਹਿਬ ਜਿੱਥੇ ਰਹਿੰਦੇ ਸੀ? ਨਾ, ਮੁਸ਼ਕਿਲ ਹੀ ਹੋਣਾ। ਆਖਰ ਤੇ ਉਹ ਛੱਡ ਕੇ ਤੇ ਉਹ ਮਗਰ ਚਲੇ ਗਏ, ਕਹਿੰਦੇ ਛੱਡੋ ਖੜਾ, ਉੱਥੇ ਜਾ ਕੇ ਸਰੀਰ ਦਾ ਤਿਆਗ ਕਰਨਾ ਹੈ। ਬਿਲਕੁਲ ਕੋਈ ਅਟੈਚਮੈਂਟ ਨਹੀਂ, ਇੱਕ ਨੰਬਰ ਦੀ ਅਟੈਚਮੈਂਟ। ਕਿਹਾ ਤੇ ਕਰਤਾ। ਪ੍ਰੈਕਟੀਕਲੀ ਜੇ ਲੀਡਰ ਰੋਲ ਮਾਡਲ ਪਲੇ ਕਰ ਰਹੇ ਸੀ ਤਾਂ ਉਸੇ ਤਰ੍ਹਾਂ ਦਾ ਜੀਵਨ ਵੀ ਬਤੀਤ ਕੀਤਾ ਹੈ। ਆਪ ਪਲੀਜ਼ ਅੰਡਰਸਟੈਂਡ ਕਰੋ। ਇਹ ਗੱਲਾਂ ਲਿਖੀਆਂ ਹੋਈਆਂ ਨੇ, ਤੁਹਾਡੇ ਸਾਹਮਣੇ ਆਪਾਂ ਡਿਸਕਸ ਕਰ ਰਹੇ ਹਾਂ। ਕੇਵਲ ਡਿਸਾਈਡ ਤੁਸੀਂ ਕਰਨਾ ਹੈ, ਕਰਨਾ ਨਹੀਂ ਕਰਨਾ, ਇਟ ਇਜ਼ ਨਥਿੰਗ, ਇਟ ਇਜ਼ ਨਾਟ ਆਵਰ ਡਿਸੀਜਨ, ਇਟ ਇਜ਼ ਯੋਰ ਡਿਸੀਜਨ। ਤੁਹਾਡਾ ਫੈਸਲਾ ਹੈ ਤੁਸੀਂ ਕੀ ਕਰਨਾ, ਪਰ ਬਾਣੀ 'ਚ ਲਿਖਿਆ।
ਇਹ ਕਹਿੰਦੇ ਆ ਕਿ ਸਾਸ ਗਰਾ ਦਾ ਮਤਲਬ ਹੈ ਕਿ ਜੋ ਵੀ ਤੁਹਾਡਾ ਜੀਵਨ ਹੈਗਾ, ਤੁਹਾਡੇ ਕੋਲ ਸਮਾਂ, ਹਰ ਸਮੇਂ ਉਹ ਟਾਈਮ ਹੈਗਾ, ਉਸ ਸਮੇਂ ਦੇ ਵਿੱਚ ਤੁਸੀਂ ਆਪਣੇ ਧਰਮ ਤੋਂ ਅਲੱਗ ਨਹੀਂ ਹੋਣਾ, ਉੱਥੋਂ ਭੱਜਣਾ ਨਹੀਂ, ਆਪਣੀ ਡਿਊਟੀ ਤੋਂ ਨਹੀਂ ਭੱਜਣਾ। ਠੀਕ ਹੈ ਨਾ ਜੀ ਸਾਹਿਬ? ਅਗਲੀ ਤੁਕ ਬੋਲੋ। ਮਰਨ ਜੀਵਨ ਕੀ ਚਿੰਤਾ ਗਈ, ਇਹੋ ਜਿਹੜਾ ਹਰ ਪ੍ਰਭ ਵਸ। ਦੇਖ ਲਓ, ਜੇ ਆਪਾਂ ਆਪਣੇ ਧਰਮ ਨੂੰ ਯਾਦ ਰੱਖ ਰਹੇ ਹਾਂ, ਧਰਮ ਦੇ ਉੱਤੇ ਹੈਗਾ, ਧਰਮ ਕੀ ਹੈ ਵੀ ਪਰਮਾਤਮਾ ਜਿਹੜਾ ਹੈਗਾ ਮਾਲਕ ਦਾ ਪੈ ਹੈਗਾ, ਆਪਾਂ ਨੂੰ ਹਰ ਟਾਈਮ ਮਾਲਕ ਜਿਹੜਾ ਹੈਗਾ ਆਪਣੇ ਫਰਜ਼ ਆਪਾਂ ਨੂੰ ਚੇਤੇ ਆ, ਆਪਾਂ ਕੋਈ ਗਲਤ ਨਹੀਂ ਕਰ ਰਹੇ, ਬਿਲਕੁਲ ਜਿਹੜਾ ਹੈਗਾ ਆਪਣੇ ਧਰਮ ਨੂੰ ਪੂਰੀ ਤਰ੍ਹਾਂ ਨਿਭਾ ਰਹੇ ਹਾਂ, ਅਤੇ ਫਿਰ ਤਾਂ ਆਪਾਂ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਆ ਬਿਲਕੁਲ ਨੇੜੇ ਹੈ, ਪਰਮਾਤਮਾ ਦੇ ਅੰਦਰ ਹੀ ਵਸ ਰਹੇ, ਆਤਮਾ ਦੇ ਨੇੜੇ ਹੈ ਆਪਾਂ। ਅਤੇ ਮਰਨ ਜੀਵਨ ਦੀ ਚਿੰਤਾ ਕਾਹਦੀ ਫਿਰ ਰਹਿ ਗਈ ਆਪਣੇ ਕੋਲ। ਅਤੇ ਆਖਰੀ ਲਾਈਨ ਆ, ਕਹਿੰਦੇ ਮਾਲਕਾ ਜਿਉਂ ਭਾਵੈ ਤਿਉਂ ਰੱਖ ਤੂੰ, ਜਨ ਨਾਨਕ ਨਾਮ ਬਖਸ਼। ਜਿਸ ਤਰ੍ਹਾਂ ਵੀ ਤੈਨੂੰ ਚੰਗਾ ਲੱਗਦਾ ਹੈ ਨਾ ਮਾਲਕਾ, ਮੈਨੂੰ ਮੇਰੇ ਧਰਮ ਦੇ ਉੱਤੇ ਰੱਖ, ਬਸ ਮੈਂ ਤੇਰੇ ਭੈ ਦੇ ਵਿੱਚ ਰਵਾਂ, ਅਤੇ ਬਸ ਮੈਨੂੰ ਜਿਹੜਾ ਹੈਗਾ ਇਹ ਸਵਾਸ ਜਿਹੜੇ ਹੈਗੇ ਤੇਰੀ ਯਾਦ ਦੇ ਵਿੱਚ ਜਿਹੜੇ ਹੈਗੇ ਲੱਗ ਜਾਣ। ਇਹ ਮੇਰਾ ਜਿਹੜਾ ਹੈਗਾ, ਮੈਨੂੰ ਜਿਹੜੇ ਮੇਰਾ ਧਨ ਹੈਗਾ, ਔਰ ਮੈਂ ਉਹ ਨਾਮ ਨੂੰ ਪ੍ਰਾਪਤ ਕਰ ਸਕਾਂ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ ਨਿੱਜਰ ਸਾਹਿਬ, ਬਿਲਕੁਲ। ਆਪ ਅੱਗੇ ਚੱਲੋ। ਹਾਂਜੀ, ਮਹੱਲਾ ਤੀਜਾ, ਮਨਮੁਖ ਤੀਸਰੀ ਪਾਤਸ਼ਾਹੀ ਹੁਣ ਕਹਿੰਦੇ ਆ ਭਾਈ, ਪਰ ਸਾਰੇ ਇਹ ਕੰਮ ਕਰਦੇ ਨਹੀਂ ਆ ਭਾਈ। ਮਨਮੁਖ ਜਿਹੜਾ ਹੈਗਾ ਇਹ ਗੁਰੂ ਦੀ ਗੱਲ ਜਿਹੜੇ ਹੈਗੇ ਨਹੀਂ ਮੰਨਦੇ, ਆਪਣੇ ਮਨ ਦੇ ਹਿਸਾਬ ਨਾਲ ਚੱਲਦੇ ਆ। ਮਨ ਕਹਿੰਦਾ ਲੈ ਇਹਨੂੰ ਵੱਢ, ਚੰਗਾ ਇਹਦੇ ਕੋਲ ਧਨ ਹੈਗਾ, ਲੈ ਲਾ ਇਹਨੂੰ ਡਿਮਾਂਡ ਕਰ ਲਾ, ਜਿਹੜਾ ਹੈਗਾ ਬਸ ਉੱਥੇ ਸ਼ੁਰੂ ਹੋ ਗਿਆ ਕੰਮ ਜਿਹੜਾ ਹੈਗਾ। ਮਨਮੁਖ ਅਹੰਕਾਰੀ, ਉਹਨੂੰ ਹੰਕਾਰ ਆ ਆਪਣੇ ਸਰੀਰ ਦਾ, ਆਪਣਾ ਸਮਝਦਾ ਹੈ ਕਿ ਮੈਂ ਇਸ ਤਰ੍ਹਾਂ ਹੀ ਰਹਿਣਾ ਹੈ, ਆਹ ਸਾਹ ਆ ਰਿਹਾ ਮੇਰਾ ਆਪਣਾ ਸਾਹ ਹੈਗਾ, ਮੈਂ ਖਾ ਰਿਹਾ ਮੇਰੀ ਕਮਾਈ ਦਾ ਖਾ ਰਿਹਾ। ਮਨਮੁਖ ਅਹੰਕਾਰੀ ਮਹਿਲ ਨਾ ਜਾਣਾ, ਉਹ ਨਹੀਂ ਜਿਹੜਾ ਹੈਗਾ ਮਾਲਕ ਪਰਮਾਤਮਾ ਦੀ ਦਰਗਾਹ ਦੀ ਗੱਲ, ਉਹਦੇ ਮਹਿਲ ਦੀ ਗੱਲ ਨਹੀਂ ਸਮਝਦਾ, ਨਹੀਂ ਜਾਣਦਾ। ਖਿਨ ਆ ਗਏ ਖਿਨ ਪਿੱਛੇ। ਜੇ ਜਿਹੜਾ ਹੈਗਾ ਇਹ ਮਨਮੁਖ ਅਹੰਕਾਰੀ ਕੌਣ ਆ? ਜਿਹੜਾ ਹੈਗਾ ਆਪਣੇ ਆਪ ਨੂੰ ਧਾਰਮਿਕ ਅਖਵਾਉਂਦਾ ਵੀ ਹੈਗਾ, ਕਹਿੰਦਾ ਮੈਂ ਪੂਰੇ ਧਰਮ ਦੇ ਉੱਤੇ ਚੱਲ ਰਿਹਾ, ਮੈਂ ਜਿਹੜਾ ਹੈਗਾ ਪੂਰਾ ਇੰਨਾ ਨਿਤਨੇਮ ਕਰਦਾ, ਇੰਨਾ ਜਿਹੜਾ ਹੈਗਾ ਇੰਨੀਆਂ ਜਿਹੜੀਆਂ ਮਾਲਾ ਫੇਰਦਾ, ਇੰਨਾ ਜਿਹੜਾ ਹੈਗਾ ਮੈਂ ਉਹ 5 ਵਾਰੀ ਨਮਾਜ਼ ਪੜ੍ਹਦਾ, ਸਾਰਾ ਜਿਹੜਾ ਹੈਗਾ ਕਹਿੰਦੇ ਉਹ ਜਿਹੜਾ ਹੈਗਾ ਗਲਤ ਉਹਦੇ ਵਿੱਚ ਹੈਗਾ ਭਾਈ, ਮੁਗਾਲਤੇ ਦੇ ਵਿੱਚ, ਧੋਖੇ ਦੇ ਵਿੱਚ ਹੈਗਾ। ਉਹਨੂੰ ਨਹੀਂ ਪਤਾ ਮਾਲਕ ਪਰਮਾਤਮਾ ਦਾ ਮਹਿਲ ਦੇ ਬਾਰੇ। ਉਹਨੂੰ ਤਾਂ ਜਿਹੜਾ ਹੈਗਾ ਬ੍ਰਹਮ ਗਿਆਨ ਹੀ ਹੈ ਨਹੀਂ ਉਹਦੇ ਕੋਲ, ਉਹਨੂੰ ਤਾਂ ਕਰੈਕਟ ਸਹੀ ਜਿਹੜਾ ਹੈਗਾ ਦੀਵਾ ਹੀ ਹੈ ਨਹੀਂ ਉਹਦੇ ਕੋਲ, ਤਾਂ ਜਿਹਦੇ ਚਾਨਣ ਦੇ ਨਾਲ ਰਸਤਾ ਪਤਾ ਲੱਗੇ ਉਹਨੂੰ, ਉਹ ਗੁਰਮਤ। ਮਨਮੁਖ ਅਹੰਕਾਰੀ ਮਹਿਲ ਨਾ ਜਾਣੇ, ਖਿਨ ਆ ਗਏ ਖਿਨ ਪਿੱਛੇ। ਕਹਿੰਦੇ ਮਾੜਾ ਜੇ ਕਿਤੇ ਥੋੜ੍ਹਾ ਬਹੁਤ ਚੱਲੂਗਾ ਅਤੇ ਵਾਪਸ ਫਿਰ ਜਿਹੜਾ ਹੈਗਾ ਉਸ ਤੋਂ ਜ਼ਿਆਦਾ ਬੈਕਆਊਟ ਹੋ ਜਾਊਗਾ। ਉਹ ਜਿੱਥੇ ਮਾਇਆ ਦੇ ਵਿੱਚ ਆ ਗਿਆ, ਗਲਤ ਸੁਸਾਇਟੀ 'ਚ ਆ ਗਿਆ, ਉੱਥੇ ਜਿਹੜਾ ਹੈਗਾ ਗਲਤ ਕੰਮ ਕਰ ਲਏ, ਅਤੇ ਜਿਹੜੇ ਸੰਗਤ ਦੇ ਵਿੱਚ ਚਲਾ ਗਿਆ ਉੱਥੇ ਮਾੜਾ ਮੋਟਾ ਸੰਗਤ ਕਰ ਲਈ। ਕਹਿੰਦੇ ਉੱਥੇ ਜਿਹੜਾ ਹੈਗਾ ਉਹ ਉੱਥੇ ਇੱਕ ਮਾੜਾ ਜਿਹਾ ਵੀ ਅੱਗੇ ਨਹੀਂ ਵਧੇਗਾ। ਖਿਨ ਆ ਗਏ ਖਿਨ ਪਿੱਛੇ, ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗਾਹ ਸੀਜੇ। ਔਰ ਜਿਹੜਾ ਹੈਗਾ ਸਾਧ ਸੰਗਤ ਤਾਂ ਕਦੀ ਕਰਦਾ ਹੀ ਨਹੀਂ ਆ ਭਾਈ। ਸਾਧ ਸੰਗਤ ਜੋ ਗੁਰੂ ਕਹਿ ਰਹੇ, ਜੋ ਬ੍ਰਹਮ ਗਿਆਨੀ ਕਹਿ ਰਹੇ ਆ, ਅਤੇ ਉਹਦੇ ਬਾਰੇ ਉਹਨੂੰ ਕੋਈ ਗਿਆਨ ਹੀ ਨਹੀਂ ਹੈ, ਉਸ ਦੇ ਉੱਤੇ ਕੋਈ ਧਿਆਨ ਹੀ ਨਹੀਂ ਹੈ, ਉਸ ਗੱਲ ਦੇ ਉੱਤੇ ਕੋਈ ਜਿਹੜਾ ਹੈਗਾ ਉਹਨੂੰ ਗੱਲ ਨੂੰ ਸਮਝਦਾ ਹੀ ਨਹੀਂ ਹੈ। ਅਤੇ ਉਹਨੂੰ ਪਰਮਾਤਮਾ ਦੀ ਦਰਗਾਹ ਜਿਹੜੀ ਹੈਗੀ ਆ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਉਹਦੀ ਜਾਣਕਾਰੀ ਮਿਲੇਗੀ ਭਾਈ। ਅੰਦਰ ਜਿਹੜਾ ਹੈਗਾ ਉਹ ਦਸਮ ਦੁਆਰ 'ਤੇ ਕਿੱਥੇ ਪਹੁੰਚੇਗਾ? ਸਦਾ ਬੁਲਾਈਏ ਮਹਿਲ ਨਾ ਆਵੇ, ਉਹ ਤਾਂ ਇਹ ਕੰਮ ਕਰਦਾ ਹੀ ਨਹੀਂ, ਉਹ ਸੱਚ ਦੇ ਉੱਤੇ ਚੱਲਦਾ ਹੀ ਨਹੀਂ ਹੈ, ਉਹ ਧਰਮ ਨੂੰ ਸਮਝਦਾ ਹੀ ਨਹੀਂ ਹੈਗਾ। ਸਤਿਗੁਰ ਕਾ ਮਹਿਲ ਵਿਰਲਾ ਜਾਣੇ, ਸਦਾ ਰਹੇ ਕਰ ਜੋੜ। ਕਹਿੰਦੇ ਸਤਿਗੁਰੂ ਬ੍ਰਹਮ ਗਿਆਨੀ ਜਿਹੜੇ ਮਹਿਲ ਦੀ ਗੱਲ ਕਰ ਰਹੇ ਆ, ਉਹ ਤਾਂ ਕੋਈ ਟਾਵਾਂ ਵਿਰਲਾ ਜਿਹੜਾ ਹੈਗਾ, ਕੋਟਨ ਮੇ ਨਾਨਕ ਕੋ ਨਾਰਾਇਣ ਜੇ ਚੀਤ, ਕਰੋੜਾਂ ਦੇ ਵਿੱਚ ਕੋਈ ਵਿਰਲਾ ਜਿਹੜਾ ਹੈਗਾ ਉਹ ਜਾਣਦਾ ਹੈ, ਔਰ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਕਰ ਜੋੜ ਕੇ ਰਹਿੰਦਾ ਹੈ। ਇਹਦਾ ਮਤਲਬ ਕੀ ਆ ਬਈ ਕਿਤੇ ਮਾੜਾ ਮੋਟਾ ਵੀ ਮੇਰੇ ਕੋਲੋਂ ਜਿਹੜਾ ਹੈਗਾ ਮੈਂ ਕਿਤੇ ਜਿਹੜਾ ਹੈਗਾ ਗਲਤ ਨਾ ਹੋ ਜਾਵਾਂ। ਪੂਰੀ ਤਰ੍ਹਾਂ ਜਿਹੜਾ ਹੈਗਾ ਗੁਰੂ ਨੂੰ ਹਰ ਟਾਈਮ ਬ੍ਰਹਮ ਗਿਆਨ ਨੂੰ ਕੰਸਲਟ ਕਰਦਾ ਹੈ, ਹਰ ਟਾਈਮ ਮਾਲਕ ਨੂੰ ਯਾਦ ਰੱਖਦਾ ਹੈ। ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ।
ਆਹ ਮਾਲਕ ਪਰਮਾਤਮਾ ਦੀ ਕਿਰਪਾ। ਜਿਹਨੂੰ ਸਤਿਗੁਰੂ ਦੇ ਜਿਹਨੂੰ ਬ੍ਰਹਮ ਗਿਆਨ ਦੇ ਦਿੱਤਾ, ਜਿਹਨੂੰ ਧਰਮ ਦੇ ਬਾਰੇ ਜਾਣਕਾਰੀ ਹੋ ਗਈ, ਤੇ ਸਮਝ ਲਓ ਮਾਲਕ ਨੇ ਉਹਨੂੰ ਜਿਹੜਾ ਹੈਗਾ ਬਹੋੜ ਲਿਆ। ਬਹੋੜ ਕਹਿੰਦੇ ਆ ਜਿਹੜਾ ਗਲਤ ਰਸਤੇ ਤੇ ਜਾ ਰਿਹਾ ਉਹਨੂੰ ਮੋੜ ਲਿਆ ਭਾਈ ਵਾਪਸ। ਆਹ 84 ਲੱਖ ਦੀਆਂ ਜੂਨਾਂ ਦੇ ਵਿੱਚੋਂ ਕੱਢ ਲਿਆ ਉਹਨੂੰ, ਸੰਸਾਰ ਸਮੁੰਦਰ ਤੋਂ ਕੱਢ ਲਿਆ। ਇਸ ਤਰ੍ਹਾਂ ਮੇਰਾ ਪ੍ਰਭ ਬਹੋੜ ਲੈਂਦਾ ਹੈ, ਕਿਰਪਾ ਕਰ ਦਿੰਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਇੱਥੇ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਮਨ ਮੁੱਖ ਤੇ ਹੈਗਾ, ਨਾਲੇ ਅਹੰਕਾਰੀ ਹੈ। ਮੈਲ ਨਾ ਜਾਣੇ ਖਿਣ ਆਗੇ ਖਿਣ ਪਿੱਛੇ। ਇਹ ਕਿਹਨਾਂ ਵਾਸਤੇ ਬਾਣੀ ਦਾ ਉਚਾਰਨ ਕੀਤਾ ਹੈ? ਉਹਨਾਂ ਲੋਕਾਂ ਵਾਸਤੇ ਕੀਤਾ ਹੈ ਜਿਨ੍ਹਾਂ ਨੇ ਥੋੜੀਆਂ ਬਹੁਤੀਆਂ ਕਿਤਾਬਾਂ ਪੜ੍ਹ ਕੇ ਕੇਵਲ ਮੰਜਨ ਕਰ ਲਿਆ ਦਿਮਾਗ ਆਪਣੇ ਦੇ ਅੰਦਰ ਕਿ ਉਹਨਾਂ ਨੂੰ ਪਤਾ ਹੈ। ਔਰ ਫਿਰ ਕੀ ਕਰਦੇ ਆ ਕਿ ਫਿਰ ਲੋਕਾਂ ਨੂੰ ਉਪਦੇਸ਼ ਕਰਦੇ ਆ, ਪਰ ਗੱਡੀ ਤੇ ਪ੍ਰੋਗਰੈਸ ਕਰਦੀ ਨਹੀਂ, ਕਿਤੇ ਅੱਗੇ ਕਿਤੇ ਪਿੱਛੇ, ਕਿਤੇ ਅੱਗੇ ਕਿਤੇ ਪਿੱਛੇ, ਉੱਥੇ ਸਟਕ ਹੋ ਗਏ ਨੇ। ਠੀਕ ਹੈ ਜੀ ਸਾਹਿਬ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਖਿਨ ਆਗੇ ਖਿਨ ਪਿੱਛੇ, ਮਤਲਬ ਪ੍ਰੋਗਰੈਸ ਨਹੀਂ ਹੋ ਰਹੀ, ਗੱਡੀ ਤੇ ਸਲਿੱਪ ਹੋ ਰਹੀ ਇਹਨਾਂ ਦੀ। ਬਾਣੀ ਤੇ ਕਹਿੰਦੀ ਅਵਰ ਉਪਦੇਸ਼ੀ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਬਾਣੀ ਕਹਿੰਦੀ ਜਿਹੜਾ ਬੰਦੇ ਦੂਜੇ ਨੂੰ ਉਪਦੇਸ਼ ਕਰ ਰਿਹਾ ਖੁਦ ਨਹੀਂ ਕਰ ਰਿਹਾ। ਹੁਣ ਮੈਂ ਤੁਹਾਨੂੰ ਕਹੀ ਜਾਵਾਂ ਕਿ ਐਕਸਰਸਾਈਜ਼ ਕਰੋ, ਬੜੀ ਵਧੀਆ ਐਕਸਰਸਾਈਜ਼ ਹੈ, ਏਦਾਂ ਠੀਕ ਹੋ ਜਾਓਗੇ ਤੁਸੀਂ, ਇਹ ਹੈ ਉਹ ਹੈ, ਪਰ ਮੈਂ ਖੁਦ ਤੇ ਕਰਦਾ ਹੀ ਨਹੀਂ। ਤੁਹਾਨੂੰ ਦੱਸਣ ਦੇ ਨਾਲ ਤੁਸੀਂ ਕਿੱਥੋਂ ਕਰਨੀ ਜਦ ਮੈਂ ਹੀ ਨਹੀਂ ਕਰਨ ਦਿਆ। ਕਿੰਨੇ ਕਾਢ ਕੱਢੀ। ਇਸ ਕਰਕੇ ਪਲੀਜ਼ ਬਾਣੀ ਕਹਿੰਦੀ ਹੈ ਕਿ ਖੁਦ ਕਰੋ, ਦੂਜੇ ਦਾ ਮੈਟਰ ਨਹੀਂ, ਮੈਟਰ ਤੁਹਾਡਾ ਆਪਣਾ ਹੈ। ਹੁਣ ਅਗਲੇ ਬੰਨੇ ਕਹਿ ਰਹੇ ਨੇ ਸਦਾ ਬੁਲਾਈ ਹੈ, ਉਹਨਾਂ ਨੂੰ ਬਾਣੀ ਬੁਲਾਉਂਦੀ ਹੈ। ਉਹਨਾਂ ਨੂੰ ਗੁਰਮੁਖ ਕਹਿੰਦੇ ਆ ਜਾ ਦਰਗਾਹ ਦੇ ਅੰਦਰ ਆ ਜਾ, ਤੂੰ ਆਪਣੇ ਅੰਦਰ ਆ ਜਾ, ਮਹਿਲ ਤੇਰੇ ਅੰਦਰ ਆ, ਤੇ ਤੂੰ ਕਾਮਯਾਬ ਹੋ ਸਕਦਾ ਹੈ ਅੰਦਰ ਪਹੁੰਚਣ ਦੇ ਵਿੱਚ, ਪਰ ਆਉਂਦਾ ਹੀ ਨਹੀਂ। ਪਰ ਬੁਲਾਉਂਦੇ ਵੀ ਆ, ਪਰ ਇਹ ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗਾਹ ਸੀਜੇ। ਇਹਦਾ ਮਤਲਬ ਦਰਗਾਹ ਤਾਂ ਸੁਝਦੀ ਨਹੀਂ, ਪਤਾ ਹੀ ਨਹੀਂ ਲੱਗਦਾ, ਉਹ ਸੁਣਦਾ ਹੀ ਨਹੀਂ ਹੈ ਗੁਰੂ ਦੀ ਗੱਲ। ਸਾਧ ਸੰਗਤ ਦੇ ਵਿੱਚ ਜਿਹੜਾ ਸਾਧ ਦੀ ਸੰਗਤ ਕਰਦਾ ਹੀ ਨਹੀਂ ਹੈ, ਉਹ ਆਉਂਦਾ ਹੀ ਨਹੀਂ ਹੈ, ਉਹ ਸੁਣਦਾ ਹੀ ਨਹੀਂ ਹੈ। ਉਹ ਸੁਣਦਾ ਹੈ, ਉਹਦੀ ਜਿਹੜੀ ਮੱਤ ਆ, ਜਿਹੜਾ ਉਹਦੇ ਦਿਮਾਗ 'ਚ ਬ੍ਰੇਨ ਵਾਸ਼ ਕੀਤਾ ਹੈ ਨਾ, ਬਹੁਤ ਲੋਕਾਂ ਦਾ ਬ੍ਰੇਨ ਵਾਸ਼ ਕੀਤਾ ਹੈ, ਔਰ ਖਾਸ ਕਰਕੇ ਸਿੱਖਾਂ ਦੇ ਵਿੱਚ ਵੀ ਬਹੁਤ ਲੋਕਾਂ ਦਾ ਬ੍ਰੇਨ ਵਾਸ਼ ਕੀਤਾ ਜੇ। ਵੈਰੀ ਇੰਪੋਰਟੈਂਟ। ਔਰ ਬਲੌਕ ਕਰਤਾ ਅਗਲੇ ਨੂੰ ਗਾਂਹ ਨਹੀਂ ਜਾਣ ਦਿੱਤਾ, ਬਾਣੀ ਤੱਕ ਪਹੁੰਚਣ ਨਹੀਂ ਦਿੱਤਾ। ਉਹ ਕਹਿੰਦੇ ਪੜ੍ਹ ਕੇ ਤੇ ਬਸ ਤੁਸੀਂ 5 ਬਾਣੀਆਂ ਦਾ ਪਾਠ ਕਰਨਾ ਹੈ, ਅੰਮ੍ਰਿਤ ਛਕ ਲਓ, ਕੱਪੜੇ ਏਦਾਂ ਪਾ ਲਓ, ਬਸ ਇਟ ਇਜ਼ ਇਨਫ। ਭਗਤੀ ਵੱਲ ਤੇ ਲੈ ਕੇ ਨਹੀਂ ਗਿਆ ਕੋਈ। ਨਜਰ ਸਾਹਿਬ ਬਿਲਕੁਲ ਸਹੀ ਹੈ ਗੋਰਖੀ ਸਾਹਿਬ। ਔਰ ਦੇਖੋ ਆਪਾਂ ਮੈਂ ਗਲਤ ਬੋਲਤਾ ਹੈ ਕੁਛ? ਨਹੀਂ, ਬਿਲਕੁਲ ਸਹੀ ਹੈ ਗੋਰਖੀ ਸਾਹਿਬ। ਔਰ ਆਪਾਂ ਜਿਹੜੇ ਆ ਔਰ ਜਿਹੜਾ ਹੈਗਾ ਮਨਮੁਖ ਅਹੰਕਾਰੀ ਜਿਹੜਾ ਹੁੰਦਾ ਆ, ਆਪਾਂ ਹੀ ਹੈਗੇ ਆ। ਆਪਾਂ ਸੰਗਤ ਦੇ ਵਿੱਚ ਆ ਕੇ ਵੀ ਜਿਹੜਾ ਹੈਗਾ, ਉੱਥੇ ਵੀ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਨਹੀਂ ਲੈਂਦੇ ਗੁਰੂ ਦੀ ਗੱਲ। ਉੱਥੇ ਵੀ ਸਾਡੇ ਅੰਦਰ ਉਹੀ ਚੱਲਦੀ ਰਹਿੰਦੀ ਹੈ, ਆਪਣੀ ਮਨਮਤ, ਆਪਣਾ ਫਿਲਟਰ, ਮੋਟਾ ਫਿਲਟਰ ਲੱਗਿਆ ਹੁੰਦਾ। ਹਾਂਜੀ ਵੀਰ ਜੀ। ਤੁਹਾਡੀ ਜਾਲੀ ਜਿਹੜੀ ਹੈਗੀ, ਜਾਲੀ ਦੇ ਤੁਹਾਡੇ ਅੰਦਰ ਗਿਆਨ ਨੂੰ ਵੜਨ ਨਹੀਂ ਦੇਣਾ, ਉੱਥੇ ਬਲੌਕ ਕਰ ਦਿੰਦੀ ਹੈ। ਕਿਉਂਕਿ ਉਹ ਜਿੱਦਾਂ ਦਾ ਤੁਹਾਨੂੰ ਸ਼ੀਸ਼ਾ ਦਿੱਤਾ ਹੈ, ਤੁਸੀਂ ਉਹ 'ਚ ਫਿਕਸ ਕਰਦੇ ਜੋ। ਜੇ ਉਹ ਮਸ਼ੀਨ ਤੁਹਾਡੀ ਫਿੱਟ ਬਹਿ ਜਾਂਦੀ ਆ, ਤੁਸੀਂ ਕਹਿੰਦੇ ਠੀਕ ਆ, ਤੇ ਜੇ ਤੁਹਾਡੀ ਤਸਵੀਰ ਦੇ ਵਿੱਚ ਕੋਈ ਛੇੜਖਾਨੀ ਕਰਦਾ ਹੈ ਕਿ ਇੱਥੇ ਆ ਸਹੀ ਕਰ, ਇੱਥੇ ਆ ਸਹੀ ਕਰ, ਤੁਸੀਂ ਕਹਿੰਦੇ ਭਰਾ ਬਾਹਰ ਜਾ, ਔਰ ਆਏਗਾ ਹੀ। ਐਡੀ ਫੋਟੋ ਨਾ, ਇਹਨੂੰ ਨਾ ਖੁਸ਼ ਕਰ। ਇਹ ਮੇਰੀ ਫੋਟੋ ਜਿਹੜੀ ਹੈਗੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਇਹਨੂੰ ਟੱਚ ਨਾ ਕਰੋ ਤੁਸੀਂ। ਕਿਉਂਕਿ ਇਹ ਮੈਂ ਖੁਦ ਡਿਜ਼ਾਈਨ ਕੀਤਾ ਹੈ, ਮੇਰੀ ਪੇਂਟਿੰਗ ਹੈ, ਮੈਨੂੰ ਬੜੀ ਵਧੀਆ ਲੱਗਦੀ ਆ। ਤੇ ਜੇ ਕੋਈ ਕਹਿੰਦਾ ਹੈ ਕਿ ਥੋੜੀ ਗੜਬੜ ਹੈਗੀ ਹੈ, ਆਪਾਂ ਕਹਿੰਦੇ ਨਹੀਂ, ਇਹਨੂੰ ਨਹੀਂ ਸਹੀ ਕਰਨਾ। ਠੀਕ ਹੈ ਜੀ, ਬਿਲਕੁਲ। ਤੇ ਇਹ ਬਾਣੀ ਚ ਕਹਿ ਰਹੇ ਨੇ ਕਿ ਦਰਗਾਹ ਸਿੱਜੇ ਨਹੀਂ। ਫਿਰ ਅਗਲੇ ਬੰਨੇ ਕਹਿੰਦੇ ਸਤਿਗੁਰ ਕਾ ਮਹਿਲ ਵਿਰਲਾ ਜਾਣੇ ਸਦਾ ਰਹੇ ਕਰ ਜੋੜ ਕੇ, ਮਤਲਬ ਜਿਹੜਾ ਬਿਲਕੁਲ ਦੇਖੋ ਹੱਥ ਜੋੜ ਕੇ ਜਿਹੜਾ ਹੈਗਾ ਨੌਕਰ ਹੁੰਦਾ, ਹੱਥ ਜੋੜ ਕੇ ਰਹਿੰਦਾ ਹੈ, ਹੱਥ ਜੋੜ ਕੇ ਰਹਿੰਦਾ ਹੈ, ਵੀ ਤਤਪਰ ਰਹਿੰਦਾ ਹੈ ਕੋਈ ਵੀ ਕੰਮ ਕਰਨ ਵਾਸਤੇ। ਦੇਖ ਲਓ ਜਿਹੜਾ ਜੇ ਗੁਰੂ ਜੋ ਬ੍ਰਹਮ ਗਿਆਨੀ ਕਹਿ ਰਹੇ ਆ, ਤੇ ਉਹ ਤਾਂ ਬਿਲਕੁਲ ਉਸ ਕੰਮ ਨੂੰ ਕਰਨ ਨੂੰ, ਐਕਸ਼ਨ ਕਰਨ ਨੂੰ ਤਿਆਰ ਬੈਠਾ ਹੈ। ਉਹਨੇ ਮਹਿਲ ਪਾ ਲੈਣਾ ਹੈ ਭਾਈ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਗਤੀ ਕਰ ਜਾਏਗਾ ਤੇ ਉਹ ਪਹੁੰਚ ਜਾਏਗਾ ਜੀ। ਠੀਕ ਹੈ ਨਾ ਜੀ ਸਾਹਿਬ, ਅੱਗੇ ਚਲੀਏ। ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ। ਇਸ ਤਰੀਕੇ ਦੇ ਨਾਲ ਇਹ ਮਾਲਕ ਪਰਮਾਤਮਾ ਦਾ ਕਾਨੂੰਨ ਹੈਗਾ। ਇਹ ਮਾਲਕ ਨੇ ਆਹੀ ਰਸਤਾ ਰੱਖਿਆ ਹੋਇਆ ਹੈ। ਇਸ ਤਰ੍ਹਾਂ ਉਹ ਕਿਰਪਾ ਕਰਦਾ ਹੈ, ਔਰ ਵਾਪਸ ਜਿਹੜਾ ਹੈਗਾ ਆਪਾਂ ਨੂੰ ਮਲੀਨ ਹੋਏ ਜਿਹੜੇ ਆ, ਜਿੰਨਾ ਮਰਜੀ ਗਾਰਬੇਜ ਹੈ, ਜਿੰਨੀ ਮਰਜੀ ਪਾਪ ਕੀਤੇ ਆ, ਜਿੰਨੇ ਮਰਜੀ ਜਿਹੜੇ ਵਜਰ ਪਾਪ ਕੀਤੇ ਆ, ਇਸ ਤਰ੍ਹਾਂ ਮਾਲਕ ਬਹੋੜ ਲੈਂਦਾ। ਬਹੋੜ ਕਹਿੰਦੇ ਉਹ ਵਾਪਸ ਉੱਥੋਂ
ਜਿਹੜਾ ਹੈਗਾ ਪਾਪਾਂ ਵੱਲੋਂ ਚੱਕ ਲੈਂਦਾ ਉਹ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਉਸੇ ਤਰ੍ਹਾਂ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਇਹ ਸੋਚਣਾ ਚਾਹੀਦਾ ਵਾ ਕਿ ਪ੍ਰਮਾਤਮਾ ਦੇ ਘਰ ਅਸੀਂ ਜਦੋਂ ਮਰਜ਼ੀ ਜਾ ਸਕਦੇ ਹਾਂ, ਔਰ ਸਾਡੇ ਜਿਹੜੇ ਔਗਣ ਆ, ਚਾਹੇ ਬਾਣੀ 'ਚ ਪਹਿਲਾਂ ਵੀ ਕਿਹਾ, ਪਤਾ ਨਹੀਂ ਕਿਹੜੇ ਕਿਲ ਬਿਖ, ਉਹ ਵੀ ਕੱਢ ਦਿੰਦੀ ਬੱਜਰ ਪਾਪ, ਬੱਜਰ ਪਾਪ, ਬਹੁਤ ਬੱਜਰ ਪਾਪ। ਹਾਂਜੀ, ਮਹਾ ਜਿਹੜੇ ਮਾੜੇ ਪਾਪ ਹੁੰਦੇ ਨਾ, ਉਹ ਵੀ ਕਹਿੰਦੇ ਬਖਸ਼ੇ ਜਾਂਦੇ ਨੇ। ਉਦਾਂ ਨਹੀਂ ਬਖਸ਼ੇ ਜਾਂਦੇ, ਪਰ ਜਦੋਂ ਜਾਣਦੇ ਹਾਂ ਉਸ ਤੋਂ ਬਾਅਦ ਹੀ ਬਖਸ਼ੇ ਜਾਂਦੇ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਅੱਗੇ ਪੌੜੀ ਆ ਗਈ। ਪੌੜੀ ਨੇ ਇਹੀ ਕੁਛ ਕਹਿਣਾ ਹੈ ਜੋ ਆਹ 2 ਸ਼ਲੋਕਾਂ ਦੇ ਵਿੱਚ ਕਿਹਾ ਗਿਆ ਹੈ। ਪੌੜੀ, ਸਾਧ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੈ। ਕਹਿੰਦੇ ਉਹੀ ਸੇਵਾ ਸਫਲ ਆ ਪਾਏ ਜਿਹਦੇ ਨਾਲ ਕਿ ਗੁਰੂ ਦਾ ਮਨ ਮੰਨਦਾ ਹੈ। ਆ ਗੁਰੂ ਦਾ ਮਨ ਕੀ ਆ? ਆ ਗੁਰਬਾਣੀ ਜਿਹੜੀ ਹੈ ਗੁਰੂ ਦਾ ਮਨ ਆ। ਇਹਨੂੰ ਜਾਗਤ ਜੋਤ ਕਹਿੰਦੇ ਆ। ਇਹ ਜਾਗਤ ਜੋਤ ਆ, ਹਿਰਦਾ ਹੈ ਗੁਰੂ ਦਾ। ਇਹ ਗੁਰੂ ਦਾ ਹਿਰਦਾ ਹੈ, ਬ੍ਰਹਮ ਗਿਆਨੀਆਂ ਦਾ ਹਿਰਦਾ ਹੈਗਾ। ਬ੍ਰਹਮ ਗਿਆਨੀਆਂ ਹਿਰਦਾ ਪਰਮਾਤਮਾ ਦਾ ਮਾਲਕ, ਪਰਮਾਤਮਾ ਦਾ ਉਹਦਾ ਹਿਰਦਾ ਹੈਗਾ, ਮਾਲਕ ਪਰਮਾਤਮਾ ਦਾ। ਉਹ ਸੇਵਾ ਕੀਤੀ ਸਫਲ ਆ ਜਿਹਦੇ ਨਾਲ ਕਿ ਸਤਿਗੁਰੂ ਦਾ ਮਨ ਮੰਨੇ। ਔਰ ਸਤਿਗੁਰੂ ਦਾ ਮਨ ਜਿਹੜਾ ਗੁਰਬਾਣੀ ਹੈਗੀ ਆ, ਜੇ ਇਹਦੇ ਹਿਸਾਬ ਦੇ ਨਾਲ ਆਪਾਂ ਚੱਲ ਰਹੇ ਹਾਂ, ਮੈਗਨੇਟ ਆਪਣੇ ਸਾਹਮਣੇ ਹੈਗਾ ਭਾਈ। ਜੇ ਸੱਚ ਦੇ ਉੱਤੇ ਹੈਗੇ, ਇਹ ਕਹਿੰਦੇ ਸੱਚ ਦੇ ਉੱਤੇ ਰਹਿ, ਬਾਣੀ ਕਹਿੰਦੀ ਸੱਚ ਤੇ ਰਹਿ। ਉਹ ਮਾਲਕ ਪਰਮਾਤਮਾ ਤੇਰੀ ਆਤਮਾ ਦੇ ਨੇੜੇ ਹੋ ਕੇ ਕੰਮ ਕਰ। ਸਾਧ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਆ ਲਓ, ਆ ਗਏ ਬਜਰ ਪਾਪ, ਕਿਲਬਿਖ, ਸਾਰੇ ਦੇ ਸਾਰੇ ਭੰਨ ਜਾਣਗੇ ਜੇ ਸਤਿਗੁਰੂ ਦਾ ਮਨ ਮੰਨ ਗਿਆ ਪਾਏ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਕਹਿੰਦੇ ਜਿਹੜਾ ਆ ਉਪਦੇਸ਼ ਹੈ ਭਾਈ, ਆ ਸਾਰਾ ਗਿਆਨ ਹੈ, 1430 ਅੰਗ ਜਿਹੜੇ ਹੈਗੇ, ਇਹ ਬ੍ਰਹਮ। ਆਪਾਂ ਕੀ ਕਰ ਰਹੇ ਹਾਂ? ਆਪਾਂ ਬ੍ਰਹਮ ਗਿਆਨ, ਇਹ ਸਤਿਗੁਰੂ ਦਾ ਉਪਦੇਸ਼, ਆਹੀ ਇਸੇ ਨੂੰ ਆਪਾਂ ਜਿਹੜੇ ਹੈਗੇ ਇਸੇ ਦੀ ਵਿਚਾਰ ਕਰ ਰਹੇ ਹਾਂ, ਇਸੇ ਨੂੰ ਬੁੱਝ ਰਹੇ ਹਾਂ ਆਪਾਂ। ਸਿੱਖੀ ਜਿਹੜੇ ਆ, ਸਿੱਖ ਜਿਹੜੇ ਹੁੰਦੇ ਆ, ਉਹਨਾਂ ਨੇ ਕੰਨੇ ਮਤਲਬ ਪੂਰਾ ਧਿਆਨ ਲਗਾ ਕੇ ਸੁਣਦੇ ਆ ਇਹਨੂੰ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਨਹੀਂ ਤਾਂ ਬਾਕੀ ਜਿਹੜੇ ਹੈਗੇ ਮੋਢਾ ਮਾਰ ਕੇ ਚਲੇ ਜਾਂਦੇ, ਕੰਨ ਮਾਰ ਕੇ ਚਲੇ ਜਾਂਦੇ। ਨੋ ਵੇ, ਕੋਈ ਵੀ ਕੰਮ ਕਹਿ ਦੋ, ਨੋ ਵੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿਨ ਚੜੀ ਚਵਗਣ ਮੰਨੇ। ਕਹਿੰਦੇ ਜਿਨ੍ਹਾਂ ਨੇ ਇਹ ਉਪਦੇਸ਼, ਆ ਭਾਣਾ ਜੋ ਸਤਿਗੁਰੂ ਕਹਿ ਰਹੇ ਆ, ਬ੍ਰਹਮ ਗਿਆਨੀ ਕਹਿ ਰਹੇ, ਇਹਨੂੰ ਮੰਨ ਲਿਆ, ਇਹਦੇ ਅਨੁਸਾਰ ਆਪਣੇ ਆਪ ਨੂੰ ਘੜ ਲਿਆ, ਕਹਿੰਦੇ ਉਹਨਾਂ ਦੀ ਚੌਗੁਣੀ ਤਰੱਕੀ ਹੋਏਗੀ। ਤਿੰਨ ਚੜਾਈ ਉਹਨਾਂ ਦੀ 4 ਗੁਣੀ ਚੜਾਈ ਹੋਏਗੀ। ਚੌਗੁਣੀ ਵੰਨੇ ਉਹ 4 ਗੁਣੀ ਉਹਨਾਂ ਦੀ ਤਰੱਕੀ 4 ਗੁਣੀ ਹੋ ਜਾਏਗੀ ਭਾਈ। ਇਸ ਤਰੀਕੇ ਦੇ ਨਾਲ ਜਿਹੜੇ ਆ ਉਹਨਾਂ ਦੇ ਉੱਤੇ ਉਹਨਾਂ ਦਾ ਵਨ ਕਹਿੰਦੇ ਆ, ਉਹਨਾਂ ਦੇ ਉੱਤੇ ਜਿਹੜਾ ਹੈਗਾ ਸੱਚ ਜਿਹੜਾ ਹੈਗਾ, ਇਸ ਤਰ੍ਹਾਂ ਜਿਹੜੇ ਹੈਗੇ ਉਹ ਸੱਚ ਦਾ ਰੂਪ, ਪਰਮੇਸ਼ਰ ਦਾ ਰੂਪ ਹੁੰਦੇ ਜਾਣਗੇ, ਉਹ ਨਿਰਮਲ ਹੁੰਦੇ ਜਾਣਗੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਆ ਨਿਰਾਲੀ ਚਾਲ ਗੁਰੂਆਂ ਦੀ, ਬ੍ਰਹਮ ਗਿਆਨੀਆਂ ਦੀ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਗੁਰੂ ਦੀ ਗੱਲ ਸੁਣ ਕੇ ਮਨ ਜਿਹੜਾ ਹੈਗਾ, ਮਨ ਭਿੰਨ ਜਾਏਗਾ, ਉਹਦੇ ਵਿੱਚ ਭਿੱਜ ਜਾਏਗਾ ਮਨ ਜਿਹੜਾ ਹੈ ਗੁਰੂ ਦੀ ਚਾਲ ਦੇ ਨਾਲ, ਜਿਹੜੀ ਹੈ ਗੁਰੂ ਦੀ ਚਾਲ ਲੈ ਕੇ ਉਹਦੇ ਵਿੱਚ, ਤਾਂ ਜਿਹੜਾ ਹੈਗਾ ਆਪਣਾ ਮਨ ਪਰਮੇਸ਼ਰ ਦੇ ਵਿੱਚ, ਮਾਲਕ ਪਰਮਾਤਮਾ ਦੇ ਵਿੱਚ ਭਿੱਜਦਾ ਹੈ ਭਾਈ। ਨਾ ਤਾਂ ਮਾਲਕ ਦੇ ਨਾਲ ਪਿਆਰ, ਆਤਮਾ ਦੇ ਨਾਲ ਪਿਆਰ, ਆਤਮ ਦਰਸ਼ਨ ਹੁੰਦੇ। ਹਾਂਜੀ ਵੀਰ ਜੀ। ਠੀਕ ਹੈ ਜੀ। ਉੱਪਰ ਦੇਖ ਲਓ, ਉਹਨਾਂ ਨੇ ਫੇਰ ਸਮਝਾਤਾ ਆਪਾਂ ਨੂੰ, ਸਾਧ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਉਹ ਤੇ ਸੇਵਾ ਤਾਂ ਹੀ ਸਫਲ ਹੈ ਜਦੋਂ ਤੁਸੀਂ ਧਰਮ ਦੇ ਅਨੁਸਾਰ ਜੀਵਨ ਬਤੀਤ ਕਰੋਗੇ, ਬਸ ਉਹਦੇ ਚ ਸਫਲ। ਉਹਦਾ ਪੈਰਾਮੀਟਰ ਹੀ ਏਦਾਂ ਦਾ ਵਾ ਕਿ ਧਰਮ ਦੇ ਅਨੁਸਾਰ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਉਹ ਤੇ ਇਹ ਕਹਿੰਦੇ ਕਿ ਧਰਮ ਅਨੁਸਾਰ ਤੂੰ ਜੀਵਨ ਬਤੀਤ ਕਰ, ਜੋ ਸਹੀ ਹੈ, ਜੋ ਗਲਤ ਹੈ ਗਲਤ, ਗੱਲ ਖਤਮ ਹੋ ਗਈ। ਆਪਣੀ ਡਿਊਟੀ ਤੋਂ ਸਟੈਪ ਬੈਕ ਨਾ ਕਰ। ਜਿੱਥੇ ਤੇਰੀ ਡਿਊਟੀ ਹੈ ਉੱਥੇ ਇਹਨੂੰ ਉੱਥੇ ਜਾਣਾ ਪਊਗਾ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਲਿਖੀਆਂ ਨੇ, ਇਹ ਤੇ ਸਾਡੇ ਨੂੰ ਸਿੱਧੇ ਉਹਨਾਂ ਨੇ ਆਰਡਰ ਦਿੱਤੇ ਹੋਏ ਨੇ। ਇਹ ਆਰਡਰ ਪਤਾ ਨਹੀਂ ਕਦੋਂ ਸਾਡੇ ਕੋਲ ਪਹੁੰਚਣੇ ਨੇ। ਇਹ ਹੁਣ
ਇਹ ਤੇ ਹੁਣ ਜਿਹੜੇ ਹੁਣ ਇੱਥੇ ਬਾਬੇ ਨੇ ਇੱਕ ਨਵਾਂ ਹੀ ਸੱਪ ਕੱਢਤਾ। ਉਹ ਬਾਬਾ ਸਾਹਿਬ ਕਹਿ ਰਹੇ ਨੇ ਕਿ ਹਾਰਮੋਨੀਆ ਨਹੀਂ ਚਾਹੀਦਾ ਅੰਦਰ, ਤੇ ਮੈਂ ਫਿਰ ਟੀਵੀ ਵੀ ਬੰਦ ਕਰੋ, ਇਹ ਵੀ ਗੋਰਿਆਂ ਦਾ ਵਾ। ਇੱਥੇ ਮਾਈਕ ਲੱਗੇ ਆ, ਇਹ ਵੀ ਗੋਰਿਆਂ ਦੇ ਬੰਦ ਕਰੋ। ਕੱਪੜਾ ਵੀ ਤੁਹਾਨੂੰ ਤੁਸੀਂ ਪਾਇਆ, ਇਹ ਤੇ ਗੋਰਿਆਂ ਦੀਆਂ ਮਸ਼ੀਨਾਂ 'ਚ ਬਣੇ ਆ। ਅੜੀ ਤੁਹਾਡੀ ਜਿਹੜੀਆਂ ਪ੍ਰਿੰਟਿੰਗ ਪ੍ਰੈਸਾਂ ਲੱਗੀਆਂ ਨੇ, ਇਹ ਵੀ ਮਸ਼ੀਨਾਂ ਨੇ, ਸਭ ਗੋਰਿਆਂ ਦੀਆਂ ਵਾ। ਉਹ ਕਹਿੰਦੇ ਕਿ ਹਾਰਮੋਨੀਆ ਪਤਾ ਨਹੀਂ, ਮੈਂ ਜੋ ਵੇਖਣ ਦੇ ਮਾਤਾ ਨੂੰ ਵੀ ਪੜਾਇਆ ਕਿ ਐਸੀਆਂ ਸਟੇਟਮੈਂਟਾਂ ਦੇਣ ਦੇ ਨਾਲ ਸਾਡਾ ਅਕਸ਼ ਬਹੁਤ ਡਾਊਨ ਹੋ ਜਾਣਾ ਵਾ। ਜੇ ਕਿਸੇ ਗੋਰੇ ਨੂੰ ਪਤਾ ਲੱਗ ਗਿਆ ਕਿ ਇਹ ਇੰਨੇ ਨੈਰੋ ਮਾਈਂਡਡ ਲੋਕ ਨੇ, ਕੀ ਇਨਫਲੂਐਂਸ ਰਹੂਗਾ ਸਾਡਾ ਨੇਜਰ ਸਾਹਿਬ। ਬਿਲਕੁਲ ਵੈਰੀ ਬੈਡ ਵੈਰੀ ਸ਼ੇਮਫੁਲ ਐਕਟ। ਪਰ ਮੈਂ ਸੋਚਦਾ ਕਿ ਸਾਡੇ ਇੰਨੇ ਵੱਡੇ ਲੀਡਰਸ਼ਿਪ ਇੰਨਾ ਕੋਈ ਚੰਗੀ ਸਟੇਟਮੈਂਟ ਦੇ, ਸਾਫ਼ ਸੁਥਰੀ ਜੀ, ਔਰ ਇੰਸਟਰੂਮੈਂਟ ਤੇ ਕਿਸੇ ਦਾ ਵੀ ਨਹੀਂ ਹੁੰਦਾ। ਉੱਥੇ ਕੋਈ ਵੀ ਚਲਾ ਸਕਦਾ ਨੇਜਰ ਸਾਹਿਬ। ਇਟ ਇਜ਼ ਸੰਗੀਤ। ਬਿਲਕੁਲ ਸੰਗੀਤ ਦੀ ਕੋਈ ਹੁਣ ਥੋੜੀ ਕਿ ਨਾਰੀਅਲ ਹੈਗਾ ਉਹ ਹਿੰਦੂਆਂ ਦਾ ਵਾ, ਜੇ ਖਜੂਰ ਹੋ ਗਈ ਤੇ ਮੁਸਲਮਾਨਾਂ ਦੀ ਹੋ ਗਈ, ਉਹ ਤੇ ਫਰੂਟ ਨੇ। ਗੋਰਕੀ ਸਾਹਿਬ, ਪਰਮਾਤਮਾ ਜਿਹੜਾ ਹੈਗਾ ਉੱਪਰੋਂ ਜਿਹੜਾ ਹੈਗਾ ਹਿੰਦੂ ਲਿਖ ਕੇ ਭੇਜਦਾ ਹੈ ਉਹਦੇ ਮੱਥੇ ਦੇ ਬੱਚੇ ਦੇ, ਜਾਂ ਗੋਰਾ ਲਿਖ ਕੇ ਭੇਜਦਾ, ਜਾਂ ਕਾਲਾ ਲਿਖ ਕੇ ਭੇਜਦਾ, ਜਾਂ ਕੋਈ ਹੋਰ ਧਰਮ ਮਾਲਕ ਪਰਮਾਤਮਾ ਉੱਪਰੋਂ ਜਿਹੜਾ ਹੈਗਾ ਬਣਾਉਂਦਾ ਹੈ। ਉਹ ਤਾਂ ਇੱਕੋ ਜਿਹੇ ਭੇਜ ਰਿਹਾ। ਹਾਂ, ਔਰ ਉਸ ਤੋਂ ਬਾਅਦ ਮੇਰੇ ਵਰਗਾ ਆਪਣਾ ਪੇਂਟ ਮਾਰ ਦਿੰਦਾ ਵਾ, ਜੇ ਕੋਈ ਦੂਜਾ ਤੇ ਆਪਣਾ ਪੇਂਟ ਮਾਰ ਦਿੰਦਾ, ਸਟੈਂਪ ਮਾਰ ਦਿੰਦੇ ਆ। ਪਰ ਬਾਣੀ ਦੇ ਵਿੱਚ ਸਾਨੂੰ ਇੰਨਾ ਉੱਚਾ ਗਿਆਨ ਦਿੱਤਾ ਗਿਆ ਕਿ ਹਿੰਦੂ ਮੁਸਲਮਾਨ, ਬਾਣੀ ਚ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇਲਹਾਮ ਕੀਤਾ, ਅਵਲ ਅੱਲਾ ਨੂਰੋ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉੱਪਰ ਜੇ, ਕੌਣ ਭਲੇ ਕੌਣ ਮੰਦੇ। ਉਹ ਭੋਲਿਆ, ਜਦੋਂ ਬਾਣੀ ਚ ਇਹ ਲਾਈਨ ਲਿਖੀ ਹੈ ਤੇ ਤੂੰ ਕੌਣ ਹੁੰਦਾ ਉਹ ਚੀਜ਼ ਨੂੰ ਅਲੱਗ ਕਰਨ ਵਾਲਾ। ਬਾਣੀ ਕਹਿੰਦੀ ਹੈ ਗੋਰਖੀ ਸਾਹਿਬ, ਬਾਣੀ ਗੁਰੂ ਨਾਨਕ ਸਾਹਿਬ ਕਹਿੰਦੇ ਹਿੰਦੂ ਕੇ ਘਰ ਹਿੰਦੂ ਆਵੇ, ਪਹਿਲ ਜਨੇਊ ਲੈ ਗਲ ਪਾਵੇ। ਕਹਿੰਦੇ ਕਮਾਲ ਹੋਈ ਪਈ ਆ ਵੀ ਹਿੰਦੂ ਦੇ ਘਰ ਜਿਹੜਾ ਪੈਦਾ ਹੁੰਦਾ ਹੈ ਉਹਨੂੰ ਉਹ ਹਿੰਦੂ ਆਟੋਮੈਟਿਕਲੀ ਹਿੰਦੂ ਹੋ ਜਾਂਦਾ ਹੈ। ਮੁਸਲਮਾਨ ਦੇ ਜਿਹੜਾ ਪੈਦਾ ਹੁੰਦਾ ਮੁਸਲਮਾਨ ਹੋ ਜਾਂਦਾ ਹੈ। ਕਹਿੰਦੇ ਪਰਮਾਤਮਾ ਤਾਂ ਇਨਸਾਨ ਭੇਜ ਰਿਹਾ ਹੈ, ਇੱਥੇ ਜਿਹੜਾ ਹਿੰਦੂ ਮੁਸਲਮਾਨ ਬਣਾਈ ਜਾ ਰਹੇ। ਦੇਖ ਲਓ ਕੀ ਇੱਥੇ ਤੁਸੀਂ ਆਪਣੀ ਸਟੈਂਪ ਮਾਰ ਦਿੰਦੇ ਹੋ। ਵੇਖੋ, ਇੱਕ ਤਰਫ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਇਆ ਨਹੀਂ, ਰਿਫਿਊਜ਼ ਕਰਤਾ, ਦੂਜੀ ਤਰਫ ਤੇਗ ਬਹਾਦਰ ਸਾਹਿਬ ਕਹਿੰਦੇ ਜਨੇਊ ਲਾਉਣ ਵੀ ਨਹੀਂ ਦੇਣਾ। ਜ਼ਬਰਦਸਤੀ ਹੈ। ਬਿਲਕੁਲ। ਆਪ ਦੇਖੋ, ਇਹ ਫਿਕਸ ਨਹੀਂ ਆ। ਸਾਡੀ ਸੋਚ ਨੂੰ ਥੋੜਾ ਜਿਹਾ ਉੱਚਾ ਹੋਣ ਦੀ ਲੋੜ ਆ। ਜੋ ਸਾਡੀ ਬਾਣੀ 'ਚ ਲਿਖਿਆ ਨਾ, ਮੈਂ ਕਹਿੰਦਾ ਕਿ ਪਲੀਜ਼ ਇਹਨੂੰ ਨਾ ਪ੍ਰੋਪਰਲੀ ਕਨਵਿੰਸ ਕਰੋ। ਉਹ ਸਾਡੀ ਕੌਮ 'ਚ ਜਿਹੜੇ ਲੀਡਰਸ਼ਿਪ ਵੀ ਹੈਗੀ ਆ, ਉਹ ਪਤਾ ਨਹੀਂ ਕੀ ਕਰ ਰਹੇ ਨੇ ਵਿਚਾਰਿਆਂ ਦੀ, ਜਾਂ ਉਹਨਾਂ ਦੀ ਬੁੱਧੀ ਨਹੀਂ ਕੰਮ ਕਰਦੀ। ਤੁਸੀਂ ਪਲੀਜ਼ ਜੋ ਗੁਰੂਆਂ ਨੇ ਕਿਹਾ ਨਾ, ਉਹਨੂੰ ਪ੍ਰੋਪਰਲੀ ਐਕਸਪਲੇਨ ਕਰੋ। ਇਹ ਨਾ ਡਰੋ ਕਿ ਇਹ ਕਿਹਦੇ ਖਿਲਾਫ ਹੈ ਜਾਂ ਕਿਹਦੇ ਖਿਲਾਫ ਹੈ, ਕੋਈ ਨੁਕਸਾਨ ਹੋ ਜਾਊਗਾ। ਜੋ ਲਿਖਿਆ ਹੈ ਉਹਨੂੰ ਟਰਾਂਸਲੇਟ ਕਰਕੇ ਪ੍ਰੋਪਰਲੀ ਲੋਕਾਂ ਤੱਕ ਮੈਸੇਜ ਪਹੁੰਚਾਓ, ਤਾਂ ਜੋ ਲੋਕੀ ਸਮਝਣ ਕਿ ਬਾਣੀ 'ਚ ਲਿਖਿਆ ਕੀ ਹੈ। ਬਾਣੀ 'ਚ ਇਕੱਲਾ ਲੰਗਰ ਪਕਾਉਣਾ ਤੇ ਸੇਵਾ ਕਰਨੀ ਨਹੀਂ ਲਿਖੀ। ਉਹ ਬਾਣੀ 'ਚ ਲਿਖਿਆ ਕਿ ਤੂੰ ਆਪਣੀ ਡਿਊਟੀ ਕਰ, ਉਹੀ ਤੇਰਾ ਧਰਮ ਆ। ਇੱਥੇ ਗੁਰਦੁਆਰੇ ਝਾੜੂ ਮਾਰਿਆ ਜ਼ਿਆਦਾ ਜ਼ਰੂਰੀ ਨਹੀਂ ਹੈ। ਜਿੱਥੇ ਤੂੰ ਬਹਿਣਾ, ਜਿੱਥੇ ਤੂੰ ਦਫ਼ਤਰ 'ਚ ਬੈਠਾ, ਉੱਥੇ ਵੀ ਆਪਣੀ ਡਿਊਟੀ ਪੂਰੀ ਤਰ੍ਹਾਂ ਕਰ, ਉਹੀ ਧਰਮ ਆ ਤੇਰਾ। ਤੂੰ ਕਿਉਂ ਏਦਾਂ ਸੋਚਦਾ ਹੈ ਕਿ ਇੱਥੇ ਸੇਵਾ ਕੀਤੀ ਇਹ ਤੇਰੀ ਨਹੀਂ ਮਨਜ਼ੂਰ ਹੋਣੀ। ਜਿਹੜੀ ਤੇਰੀ ਡਿਊਟੀ ਆ, ਤੈਨੂੰ ਰੱਬ ਨੇ ਕਲਰਕ ਬਣਾਇਆ, ਤੈਨੂੰ ਰੱਬ ਨੇ ਇੰਸਪੈਕਟਰ ਬਣਾਇਆ, ਤੈਨੂੰ ਰੱਬ ਨੇ ਇੱਕ ਚਾਹੇ ਝਾੜੂ ਮਾਰਨ ਵਾਲਾ ਬਣਾਇਆ ਜਾਂ ਮੋਚੀ ਬਣਾਇਆ, ਉਹੀ ਤੇਰੀ ਸੇਵਾ ਵਾ। ਤੈਨੂੰ ਵੱਖਰੀ ਸੇਵਾ ਕਰਨ ਦੀ ਕੋਈ ਲੋੜ ਨਹੀਂ। ਇਹ ਜਦੋਂ ਸਾਡੇ ਦਿਮਾਗ 'ਚ ਇਹ ਗੱਲ ਆਵੇਗੀ, ਸਾਡਾ ਜੀਵਨ ਆਟੋਮੈਟਿਕਲੀ ਉੱਚਾ ਹੋ ਜਾਣਾ ਵਾ। ਰੱਬ ਨਹੀਂ ਚਾਹੁੰਦਾ ਕਿ ਮੈਂ ਆਪਣੀ ਇੱਥੇ ਮਾਂ ਪਿਓ ਦੀ ਸੇਵਾ ਛੱਡ ਕੇ ਤੇ ਉੱਥੇ ਕਿਸੇ ਦੇ ਹਸਪੀਟਲ ਜਾ ਕੇ, ਕਿਸੇ ਗੁਰਦੁਆਰੇ ਦੇ ਉੱਥੇ ਕਿਸੇ ਬੁੱਢਿਆਂ ਦਾ ਥੁੱਕ ਚੁੱਕੀ ਜਾਵਾਂ। ਨਿੱਜਰ ਸਾਹਿਬ, ਰੱਬ ਮੰਨਦਾ ਇਹ ਗੱਲ ਨੂੰ? ਨਹੀਂ, ਬਿਲਕੁਲ ਨਹੀਂ। ਔਰ ਲੋਕ ਏਦਾਂ ਕਰਦੇ ਨੇ। ਤੁਹਾਨੂੰ ਮੈਂ ਕਈ ਮਿਲਾ ਦੂੰਗਾ, ਉਹਨਾਂ ਦੇ ਘਰ ਬੁੱਢੇ ਵਿਚਾਰੇ ਘਰੇ ਬੈਠੇ ਆ। ਉਹ ਕਹਿੰਦਾ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ। ਉੱਥੇ ਜਾ ਕੇ ਡਿਊਟੀਆਂ ਲਵਾਉਂਦੇ ਨੇ, ਉੱਥੇ ਪਤਾ ਨਹੀਂ ਕੀ ਕੋਈ ਕਰਦੇ ਨੇ। ਤੇ ਕੀ ਸੱਚੀ ਰੱਬ ਏਡਾ ਸਟੂਪਿਡ ਹੈ? ਉਹ ਇਹ ਚੀਜ਼ ਨੂੰ ਐਕਸੈਪਟ ਕਰਦਾ? ਆਪਾਂ ਕਿਹਨੂੰ ਬੇਵਕੂਫ ਬਣਾਉਂਦੇ ਆ? ਕਰੈਕਟ। ਔਰ ਇਹ ਔਗਣ ਹੈਗੇ ਸਾਡੇ 'ਚ। ਬਾਣੀ ਤੇ ਉਹ ਕਹਿੰਦੀ ਹੈ, ਸਾਨੂੰ ਸਮਝਾ ਰਹੀ ਆ। ਹਾਂਜੀ ਨੇਜਰ ਸਾਹਿਬ, ਅਗਲੀ ਤੁਕ ਬੋਲੋ। ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਹਾਂਜੀ ਵੀਰ ਜੀ, ਦੇਖ ਲਓ। ਬਿਲਕੁਲ ਹੀ ਉਹ ਤੇ ਬਾਣੀ ਤੇ ਇਹੋ ਲਿਖਿਆ ਵਾ। ਇਹ ਮੇਰੇ ਤੋਂ ਵੀ ਸਖਤ ਲਫ਼ਜ਼ ਵਰਤੇ ਹੋਏ ਨੇ, ਮੈਂ ਤਾਂ ਫਿਰ ਵੀ ਪਿਆਰ ਨਾਲ ਥੋੜਾ ਜਿਹਾ ਪਿਆਰ ਨਾਲ ਹੀ ਸਮਝਾ ਰਿਹਾ। ਬਾਣੀ ਨਹੀਂ ਬਖਸ਼ਦੀ। ਮੂੜ ਕਹਿੰਦੇ ਨੇ, ਮੂਰਖ ਕਹਿੰਦੇ ਨੇ, ਪਤਾ ਨਹੀਂ
ਅੰਧਾ ਜਾਣੇ ਦੂਰ, ਅੰਨਾ ਹਾਂ। ਕਹਿੰਦੇ ਨੇ ਬੰਦੇ ਨੂੰ, ਬਿਲਕੁਲ ਅਕਲਦਾਨਾ। ਹਾਂ, ਬਿਲਕੁਲ ਸਹੀ ਹੈ। ਬ੍ਰਿਸ਼ ਬਹੁਤ ਸਖਤ ਬਾਣੀ। ਪਤਾ ਇਨਸਾਨ ਬੜਾ ਗਹਿਰੀ ਨੀਂਦ ਚ ਸੁੱਤਾ ਵਾ, ਮਾੜੀ ਮੋਟੀ ਗੱਲ ਨਾ ਇਹਨੇ ਜਾਗਣਾ ਨਹੀਂ। ਇਹਨੂੰ ਕਹਿੰਦੇ ਮੂਰਖ ਜਾਣੇ ਅੰਨਾ, ਮੂਰਖ ਜਾਣੇ ਦੂਰ, ਪਤਾ ਨਹੀਂ ਤਦੇ ਲਿਖਿਆ ਬਿਲਕੁਲ ਹਾਂ। ਕਿ ਜਦ ਕਿ ਉਹ ਤੇ ਹਾਜ਼ਰ ਹਜੂਰ ਆ ਤੇਰੇ ਅੰਦਰ, ਤੂੰ ਉਹਨੂੰ ਪਤਾ ਨਹੀਂ ਕਿੱਥੇ ਬਣਾਤਾ। ਇਸ ਕਰਕੇ ਠੀਕ ਹੈ ਜੀ, ਕਹਿੰਦੇ ਇਹ ਨਿਰਾਲੀ ਚਾਲ ਗੁਰਮੁਖੀ, ਗੁਰੂ ਦਿਖਿਆ ਸੁਣ ਮਨ ਪਿੰਨੇ। ਪਿੰਨੇ, ਵਾਹ ਜੀ ਵਾਹ। ਹਾਂ, ਤੇ ਇਹ ਦੇਖ ਲਓ ਫਿਰ ਹੁਣ ਜਿੰਨਾ ਚਿਰ ਤੁਹਾਡੀ ਜਿਹੜੀ ਗੱਡੀ ਜਿਹੜੀ ਗਲਤ ਡਾਇਰੈਕਸ਼ਨ ਵੱਲ ਜਾ ਰਹੀ ਹੈ, ਤੇ ਬਾਣੀ ਤੇ ਇਹੋ ਕਹਿੰਦੀ ਕਿ ਤੂੰ ਯੂ ਟਰਨ ਲੈ ਲਾ। ਹਾਂ, ਯੂ ਟਰਨ ਲੈ ਲਾ। ਬਸ ਇੰਨਾ ਹੀ ਕਹਿ ਰਹੀ, ਹੋਰ ਕੁਝ ਵੀ ਨਹੀਂ ਗੱਲ ਹੋਈ। ਜਿੱਥੇ ਤੂੰ ਜਾ ਰਿਹਾ ਉੱਥੇ ਕੋਈ ਵਧੀਆ ਡਾਇਰੈਕਸ਼ਨ ਨਹੀਂ ਆ। ਤੂੰ ਆਲਰੇਡੀ ਕਾਫੀ ਸਮੇਂ ਪਹਿਲਾਂ ਵੀ ਗੱਡੀਆਂ ਚਲਾਈਆਂ ਨੇ, ਉਧਰ ਹੀ ਤੂੰ ਬਾਰ-ਬਾਰ ਜਾ ਰਿਹਾ। ਹੁਣ ਤੂੰ ਏਦਾਂ ਕਰ ਕਿ ਸਾਡਾ ਕਹਿਣਾ ਮੰਨ ਲਾ, ਕਿਉਂਕਿ ਸਟੀਅਰਿੰਗ ਤੇ ਤੂੰ ਬੈਠਾ ਹੈ, ਤੇ ਮੋੜ ਲਾ ਗੱਡੀ ਆਪਣੀ। ਔਰ ਜੋ ਹੋ ਗਿਆ ਹੈ ਉਹਨੂੰ ਛੱਡ ਦੇ, ਜੋ ਹੋ ਗਿਆ ਉਹਨੂੰ ਛੱਡ ਦੇ। ਬਸ ਜਿੱਥੇ ਗੱਡੀ ਚਲਾ ਲਈ ਹੈ, ਹੁਣ ਜਿਹੜਾ ਉਧਰ ਨੂੰ ਧਿਆਨ ਨਾ ਦੇ ਬਸ। ਹਾਂਜੀ ਵੀਰ ਜੀ। ਹਾਂ, ਉਹ ਤੇ ਲੰਘ ਗਿਆ ਸਮਾਂ ਨਿਜਰ ਸਾਹਿਬ। ਜਿਹੜੀ ਕੱਲ ਦੀ ਰੋਟੀ ਖਾਧੀ ਗਈ ਉਹਦੇ ਬਾਰੇ ਹੁਣ ਮੈਂ ਕੀ ਕਵਾਂ, ਉਹ ਤੇ ਗਈ। ਮੂਰਖ ਤੇ ਹੋਵਾਂਗੇ ਜੇ ਮੈਂ ਕੱਲ ਦੀ ਜਾਂ ਪਰਸੋਂ ਦੀ ਦੇਖੋ ਤੈਨੂੰ ਯਾਦ ਵੀ ਨਹੀਂ ਹੋਣਾ। ਕੇਵਲ ਸਾਨੂੰ ਉਹਨਾਂ ਚੀਜ਼ਾਂ ਦਾ ਯਾਦ ਸਾਨੂੰ ਹੈਗੀ ਆ ਜਿੱਥੇ ਸਾਡੇ ਹੰਕਾਰ ਨੂੰ ਠੇਸ ਮਾਰੀ ਗਏ ਨੇ, ਔਰ ਜਾਂ ਜਿੱਥੇ ਹੰਕਾਰ ਸਾਡੇ ਦੀ ਪੂਰਤੀ ਹੋਈ। ਬਾਕੀ ਗੱਲ ਤਾਂ ਤੁਹਾਨੂੰ ਕੋਈ ਯਾਦ ਨਹੀਂ ਰਹੀ। ਸੋ ਅੱਜ ਦੀ ਵਿਚਾਰ ਨਿਜਰ ਸਾਹਿਬ ਬਹੁਤ ਵਧੀਆ ਗੁਰਕੀ ਸਾਹਿਬ। ਇੱਕ ਹੈਗੇ ਇੱਥੇ ਆਪਣੇ ਸੰਗਤ 'ਚ ਹੀ ਹੈਗੇ ਬੀਬੀ, ਉਹਨਾਂ ਦੇ ਮਦਰ ਇਨ ਲਾ ਦੀ ਕੱਲ੍ਹ ਵੀ ਅਰਦਾਸ ਕਰਾਈ ਸੀ। ਉਹ ਨਾ ਕਹਿੰਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਗੁਰਕੀ ਸਾਹਿਬ ਬਹੁਤ ਜ਼ਿਆਦਾ ਤਕਲੀਫ 'ਚ ਹੈਗੇ ਆ, ਅਤੇ ਉਹਨਾਂ ਦੇ ਵਾਸਤੇ ਜਿਹੜਾ ਹੈਗਾ ਅਰਦਾਸ ਫਿਰ ਕਰ ਦੇਣਾ। ਪਰਮਾਤਮਾ ਉਹਨਾਂ ਨੂੰ ਜਿਹੜਾ ਹੈਗਾ ਸ਼ਾਂਤੀ ਬਖਸ਼। ਹਾਂਜੀ ਵੀਰ ਜੀ। ਠੀਕ ਹੈ ਜੀ, ਠੀਕ ਹੈ। ਹਾਂਜੀ ਹਾਂ, ਠੀਕ ਹੈ। ਸਾਧ ਸੰਗਤ ਜੀ ਵਿਚਾਰ ਕਰਿਆ ਕਰੋ, ਸੁਣ ਕੇ ਤੇ ਇੱਕ ਕੰਨ ਥਣੀ ਦੂਜੇ ਥਣੀ ਕੰਨ ਥਣੀ ਨਾ ਕੱਢੋ। ਅਸੀਂ ਤੇ ਇਹੋ ਕਹਿੰਦੇ ਹਾਂ ਕਿ ਜਿਹੜਾ ਕੰਮ ਕਰਨਾ ਹੈ ਉਹਨੂੰ ਕਰਨਾ ਹੀ ਪੈਣਾ। ਹੋਰ ਕੋਈ ਆਪਸ਼ਨ ਨਹੀਂ ਹੈਗਾ ਤੁਹਾਡੇ ਕੋਲ, ਨਾ ਮੇਰੇ ਕੋਲ, ਨਾ ਨੇਚਰ ਸਾਹਿਬ ਕੋਲ। ਇਸ ਕਰਕੇ ਹਾਂਜੀ ਵਾਹਿਗੁਰੂ ਜੀ। ਪਹਿਲਾਂ ਇੱਕ ਆਪਣੇ ਗਰੁੱਪ ਦੇ ਸਾਧਕ ਹੈਗੇ ਆ, ਉਹਨਾਂ ਨੇ ਆਖਿਆ ਕਿ ਸਾਨੂੰ ਵਿਚਾਰ ਬਹੁਤ ਜ਼ਿਆਦਾ ਆਉਂਦੇ ਹੈਗੇ ਆ। ਗੁਰਕੀ ਸਾਹਿਬ ਨੇ ਕਹਿ ਦਿਓ ਸਾਨੂੰ ਸਮਝਾ ਦੇਣਾ ਵਿਚਾਰ ਰੋਕਣ ਦਾ। ਕੱਲ੍ਹ ਵੀ ਆਪਾਂ ਇਹਦੇ ਬਾਰੇ ਗੱਲ ਕੀਤੀ, ਤੁਹਾਨੂੰ ਕਹਿੰਦੇ ਅੱਜ ਫੇਰ ਕਹਿ ਦਿਓ। ਬਹੁਤ ਮਿਹਰਬਾਨੀ ਹੋਈ। ਵਿਚਾਰ ਰੋਕਣ ਦੀ ਤਾਂ ਭਾਈ ਸਾਹਿਬ ਜੀ ਇਹੀ ਤਾਂ ਸਾਰੀ ਦੀ ਸਾਰੀ ਗੁਰਬਾਣੀ, ਹਰ ਰੋਜ਼ ਦੀ ਕਥਾ ਇਹੀ ਤਾਂ ਹੁੰਦੀ ਹੈ। ਹਰ ਰੋਜ਼ ਦੀ ਕਥਾ ਇਹੀ ਤਾਂ ਹੈ। ਹਾਂਜੀ ਵਾਹਿਗੁਰੂ ਜੀ। ਮਾਈਕ ਬੰਦ ਕਰ ਦਿਓ, ਮੈਂ ਐਕਸਪਲੇਨ ਕਰ ਦਿੰਦਾ। ਇੱਕ ਮਿੰਟ ਮੈਂ ਕਰ ਦੇਣਾ, ਤਾਂ ਇੱਕਦਮ ਜਲਦੀ ਨਾਲ ਨਹੀਂ ਕਰ ਹੋਣਾ ਜੀ, ਮੇਰਾ ਉਹ ਹਿੱਲ ਗਿਆ ਹੱਥ ਨਾਲ। ਨਹੀਂ ਕੋਈ ਨਹੀਂ। ਹਾਂਜੀ ਕੋਈ ਨਹੀਂ। ਅੱਛਾ ਵੇਖੋ, ਇਹ ਵਿਚਾਰ ਜਿਹੜੇ ਨਾ, ਵਿਚਾਰ ਕਾਹਦੇ ਆ? ਉਹ ਸਾਡੀਆਂ ਬੇਵਕੂਫੀਆਂ ਦੇ ਵਿਚਾਰ ਆ। ਤੁਸੀਂ ਸੱਚ ਤੇ ਚੱਲਣਾ ਸ਼ੁਰੂ ਕਰਤਾ, ਵਿਚਾਰ ਆਪੇ ਸ਼ਾਂਤ ਹੋ ਜਾਣੇ ਆ। ਤੁਸੀਂ ਆਪਣੇ ਧਰਮ 'ਚ ਰਹੋ। ਜਿੱਥੇ ਮਨ ਭਟਕਦਾ ਹੈ, ਹੁਣ ਦੇਖੋ ਜਦੋਂ ਤੁਹਾਨੂੰ ਡਾਕਟਰ ਕਹਿ ਦਿੰਦਾ ਹੈ ਕਿ ਚਰਨਜੀਤ ਲੀਵਰ ਤੇਰਾ ਖਰਾਬ ਹੋ ਗਿਆ ਤੇ ਆਹ ਕੰਮ ਨਹੀਂ ਕਰਨੇ, ਉਦੋਂ ਆਪਾਂ ਕਿਉਂ ਬੰਦੇ ਦੇ ਪੁੱਤ ਬਣ ਜਾਂਦੇ? ਪਤਾ ਜੀਵਨ 'ਚ ਸੰਕਟ ਆ ਗਿਆ, ਮੌਤ ਹੋ ਸਕਦੀ। ਇਹ ਵੀ ਤੇ ਸੰਕਟ ਹੀ ਹੈ ਕਿ ਜਿਹੜੇ ਰਸਤੇ ਤੇ ਆਪਾਂ ਤੁਰੇ ਜਾ ਰਹੇ ਹਾਂ ਉਹ ਰਸਤਾ ਸਹੀ ਨਹੀਂ ਹੈ। ਬਾਣੀ ਤੇ ਉਹ ਕਹਿ ਰਹੀ ਹੈ। ਬਾਕੀ ਵਿਚਾਰਾਂ ਦੇ ਲਈ ਇੱਕ ਬਹੁਤ ਸਿੰਪਲ ਜਿਹਾ ਤਰੀਕਾ ਹੈ। ਤੁਸੀਂ 3 ਉਂਗਲ ਆਪਣੀਆਂ ਸਿੱਧੀਆਂ ਰੱਖੋ, ਚੀਚੀ ਨਾਲ ਅੰਗੂਠਾ ਲਾ ਕੇ। ਮੈਂ ਮੁਦਰਾ ਗਰੁੱਪ 'ਚ ਵੀ ਪਾ ਦਿੰਦਾ ਫੋਟੋ ਖਿੱਚ ਕੇ, ਦੋਨੋਂ ਹੱਥਾਂ ਦੀ ਮੁਦਰਾ ਬਣਾ ਕੇ। ਤੇ ਤੁਸੀਂ ਜਦੋਂ ਵੀ ਭਗਤੀ ਕਰੋਗੇ ਵਿਚਾਰ ਆਪਣੇ ਆਪ ਹੀ ਸ਼ਾਂਤ ਹੋ ਜਾਣੇ ਆ। ਬਾਕੀ ਵਾਹਿਗੁਰੂ ਦਾ ਜਾਪ ਹੈਗਾ। ਜੇ ਕਿਸੇ ਨੂੰ ਪ੍ਰੋਬਲਮ ਹੈ ਨਿਰਵਿਚਾਰ ਹੋਣ 'ਚ, ਜਾਂ ਤੇ ਮੈਂ ਗਰੁੱਪ 'ਚ ਦੋਨੋਂ ਹੀ ਟਿਊਨਾਂ ਪਾ ਦਿੰਦਾ। ਉਹਨੂੰ ਆਪਣੇ ਮੋਬਾਇਲ 'ਚ ਇੱਕ ਜਗ੍ਹਾ ਤੇ ਸੇਵ ਕਰਕੇ ਰੱਖ ਲਓ, ਉਹਨੂੰ ਪਲੇ ਕਰੋ, ਖਾਲੀ ਜਗ੍ਹਾ 'ਚ ਕੇਵਲ ਬੋਲਣਾ। 5-6 ਦਿਨ ਉਹਦੀ ਮਦਦ ਨਾਲ ਭਗਤੀ ਕਰੋਗੇ, ਆਟੋਮੈਟਿਕਲੀ ਹੀ ਤੁਸੀਂ ਵਿਚਾਰਾਂ ਤੋਂ ਮੁਕਤ ਹੋ ਜਾਓਗੇ। ਹੌਲੀ ਹੌਲੀ ਕਰਕੇ ਵਿਚਾਰ ਜਿਹੜੇ ਹੁੰਦੇ ਨਾ, ਵਿਚਾਰ ਕੋਈ ਗਲਤ ਨਹੀਂ ਹੁੰਦੇ। ਵਿਚਾਰ ਕੇਵਲ ਸਾਡਾ ਆਪਣਾ ਰੂਪ ਆ, ਸੂਖਮ ਰੂਪ। ਵਾਹਿਗੁਰੂ ਜੀ ਹੁਣ ਸਾਰਿਆਂ ਨੂੰ ਦੱਸ ਹੀ ਦਿਓ ਤੁਸੀਂ ਜਿਹੜੇ ਗਰੁੱਪ 'ਚ ਵੱਖਰਾ ਪਾਉਣਾ ਉਹਦਾ। ਹਾਂ ਮੈਂ ਪਾ ਦਿੰਦਾ। ਜਿਹੜਾ ਵਿਚਾਰ ਨੇ, ਵਿਚਾਰ ਅਸਲ ਦੇ ਵਿੱਚ ਅਸੀਂ ਖੁਦ ਹੀ ਤੇ ਇਕੱਠੇ ਕੀਤੇ। ਕਾਫੀ ਟਾਈਮ ਤੋਂ ਤੁਸੀਂ ਇਨਵੈਸਟਮੈਂਟ ਕੀਤੀ ਹੈ। ਉਹ ਤੁਹਾਡੇ ਚਿੱਤ ਦੇ ਵਿੱਚ ਉਹਦਾ ਕਾਫੀ ਵੱਡਾ ਹਿੱਸਾ ਬਣ ਚੁੱਕਿਆ। ਹੁਣ ਜਿਹੜੀ ਚੀਜ਼ ਮੈਂ ਆਪਣੇ ਘਰੇ ਸੁੱਟੀ ਹੋਵੇ ਰੋਜ਼ ਲਿਆ ਕੇ, ਇੱਕ ਸਮਾਂ ਆਉਣਾ ਮੇਰਾ ਸਾਰਾ ਘਰ ਉਸ ਚੀਜ਼ ਨਾਲ ਭਰ ਜਾਣਾ। ਚਾਹੇ ਮੈਂ ਕਾਮ ਲਿਆਂਦਾ, ਚਾਹੇ ਮੈਂ ਕ੍ਰੋਧ ਲਿਆਂਦਾ, ਚਾਹੇ ਮੈਂ ਲੋਭ ਲਿਆਂਦਾ, ਚਾਹੇ ਮੈਂ ਮੋਹ ਲਿਆਂਦਾ, ਚਾਹੇ ਮੈਂ ਹੰਕਾਰ ਲਿਆਂਦਾ। ਨਿੱਜਰ ਸਾਹਿਬ ਹਰ ਦਿਨ ਜੇਕਰ ਮੈਂ ਇੱਕ ਘਰ 'ਚ ਲੈ ਕੇ ਜਾਵਾਂ ਇਹਨਾਂ 'ਚੋਂ ਕੁਝ ਨਾ ਕੁਝ, ਇੱਕ ਸਮਾਂ ਆਉਣਾ ਸਾਰਾ ਘਰ ਉਹਦੇ ਨਾਲ ਹੀ ਭਰ ਜਾਣਾ ਵਾ।
ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਜਦ ਤੱਕ ਆਪਾਂ ਸੱਚ ਦੇ ਨਾਲ ਜਿਹੜਾ ਹੈਗਾ ਆਪਣਾ ਰਸਤਾ ਯੂ ਟਰਨ ਲੈਂਦੇ, ਵਿਚਾਰ ਨਹੀਂ ਬੰਦ ਹੋਣੇ ਪਾਏ। ਯੂ ਟਰਨ ਲਵਾਂਗੇ, ਕਿਉਂਕਿ ਜਿੰਨਾ ਝਾੜੂ ਲਾਵਾਂਗੇ ਓਨਾ ਫਿਰ ਉਸ ਤੋਂ ਜ਼ਿਆਦਾ ਤਾਂ ਆਪਾਂ ਕਚਰਾ ਲਿਆ ਕੇ ਸੁੱਟ ਦਿੰਦੇ ਹਾਂ। ਹਾਂਜੀ ਬਾਣੀ ਤੇ ਕਹਿੰਦੀ ਆ ਸਵੇਰ ਤੇ ਸ਼ਾਮ ਤੋਂ ਟਾਈਮ ਹੈਗਾ, ਮਤਲਬ ਕਿ ਹੁਣੇ ਵੀ ਟਾਈਮ ਹੈਗਾ, ਹੁਣੇ ਸੁਧਰ ਜਾਓ। ਹਾਂ, ਵਿਚਾਰ ਕੀ ਹੈ? ਵਿਚਾਰ ਉਹਦੇ ਆ ਕਿ ਮੈਂ ਗੜਬੜ ਕਰ ਰਿਹਾ, ਹੋਰ ਵਿਚਾਰ ਕਿੱਥੋਂ ਹੋਣੇ ਆ? ਸੱਚ ਬੋਲ ਦੋ ਨਾ। ਮੈਨੂੰ ਤੁਸੀਂ ਕਹੋ ਕਿ ਚਰਨਜੀਤ ਤੂੰ ਆ ਮਾੜਾ ਕੰਮ ਕੀਤਾ ਵਾ, ਮੈਂ ਕਹੂੰਗਾ ਨਹੀਂ ਕੀਤਾ, ਜਦ ਕਿ ਮੈਂ ਕੀਤਾ। ਹੁਣ ਇੱਕ ਝੂਠ ਨੂੰ ਛੁਪਾਉਣ ਦੇ ਲਈ ਮੈਨੂੰ 1000 ਝੂਠ ਬੋਲਣੇ ਪੈਣੇ, ਫਿਰ ਝੂਠ ਦਾ ਝੂਠ ਰਹਿਣਾ। ਹੁਣ ਜਦੋਂ ਮੈਂ ਕਹਿੰਦਾ ਕਿ ਮੈਂ ਕੀਤਾ ਤੇ ਨਾ ਮੇਰੇ ਮਨ 'ਚ ਕੋਈ ਪਛਤਾਵਾ ਆਉਣਾ, ਮੈਨੂੰ ਇੰਨੀ ਸ਼ਾਂਤੀ ਮਿਲਣੀ ਆ ਕਿ ਮੈਂ ਸੱਚ ਬੋਲਦਾ, ਸ਼ੁਕਰ ਮੇਰੀ ਜਾਨ ਛੁੱਟ ਗਈ। ਕਦੇ ਵੇਖੋ ਤੁਸੀਂ ਸੱਚ ਬੋਲਿਆ ਤੇ ਇੱਕਦਮ ਹੀ ਚਿੱਤ ਖਾਲੀ, ਕਿਉਂਕਿ ਸੱਚ ਬੋਲਤਾ ਹੈ। ਹੁਣ ਜਦੋਂ ਸੱਚ ਬੋਲਤਾ ਗੱਲ ਖਤਮ ਹੋ ਗਈ, ਉਸ ਤੋਂ ਬਾਅਦ ਤੇ ਹੋਰ ਕੁਝ ਬੋਲਣ ਵਾਸਤੇ ਹੈ ਹੀ ਨਹੀਂ। ਵਿਚਾਰ ਦਾ ਮਤਲਬ ਹੈ ਕਿ ਮੈਂ ਕੁਝ ਏਦਾਂ ਦਾ ਕਰ ਰਿਹਾ, ਪੰਗਾ ਸ਼ੰਗਾ ਲੈ ਰਿਹਾ, ਮਾਫ਼ ਕਰੋ ਲੋਕਾਂ ਨੂੰ, ਉਹਨਾਂ ਵਿਚਾਰਿਆਂ ਨੂੰ ਮਾਫ਼ ਕਰ ਦਿਓ, ਉਹਨਾਂ ਨੂੰ ਪੁਰਾਣੀਆਂ ਗੱਲਾਂ ਨੂੰ। ਆਪਣੇ ਆਪ ਹੀ ਤੁਸੀਂ ਮੁਕਤ ਹੋ ਜਾਣਾ। ਜਦੋਂ ਆਪਾਂ ਕਿਸੇ ਨੂੰ ਮਾਫ਼ ਹੀ ਨਹੀਂ ਕਰਦੇ, ਉਹ ਪੁਰਾਣਾ ਤੇ ਸਾਰਾ ਮਾਲ ਮੱਤਾ ਅੰਦਰ ਪਿਆ ਤੁਹਾਡੇ, ਔਰ ਉੱਤੋਂ ਆਪਾਂ ਹਰ ਦਿਨ ਜਾ ਕੇ ਉੱਥੇ ਪਹੁੰਚ ਜਾਂਦੇ ਹਾਂ, ਸਿੱਪੀ ਵਾਂਗੂ ਮੋਤੀ ਬਣਾਉਣਾ ਸ਼ੁਰੂ ਕਰ ਦਿੰਦੇ ਆ। ਤੇ ਉਹ ਜਾਲੇ ਸਾਡੇ ਅੰਦਰ ਲੱਗੇ ਨੇ, ਮੱਕੜੀ ਦੇ ਜਾਲੇ। ਤੁਹਾਡੇ ਕਮਰਿਆਂ 'ਚ ਜਿੱਦਾਂ ਮੱਕੜੀ ਦੇ ਜਾਲੇ ਲੱਗੇ ਹੁੰਦੇ ਨੇ, ਇਸੇ ਤਰ੍ਹਾਂ ਹੀ ਸਾਡੇ ਚਿੱਤ 'ਚ ਜਾਲੇ ਲੱਗੇ ਹੋਏ ਨੇ। ਇਹ ਜਿਹੜੇ ਜਾਲੇ ਆ ਉਹਨਾਂ ਚਿਰ ਤੱਕ ਨਸ਼ਟ ਨਹੀਂ ਹੋਣੇ ਜਿੰਨਾ ਚਿਰ ਤੱਕ ਤੁਸੀਂ ਉੱਥੇ ਕੰਮ ਕਰਨਾ ਬੰਦ ਨਹੀਂ ਕਰਦੇ। ਦਿਨੇ ਪਰਹੇਜ਼ ਕਰਿਆ ਕਰੋ। ਦਿਨੇ ਜਦੋਂ ਤੁਹਾਡੇ ਮਨ 'ਚ ਸੋਚ ਚੱਲੇ ਨਾ ਕਿ ਇਹ ਕੰਮ ਇੱਥੇ ਆ, ਮੈਂ ਫਲਾਣੇ ਤੋਂ ਏਦਾਂ ਬਦਲਾ ਲਊਂਗਾ, ਫਲਾਣੇ ਨੂੰ ਮੈਂ ਇਹ ਕਹੂੰਗਾ, ਉਹਨੇ ਮੇਰੇ ਨਾਲ ਧੋਖਾ ਕੀਤਾ, ਮੈਨੂੰ ਆਹ ਕੀਤਾ, ਜਿਹੜੀਆਂ ਗੱਲਾਂ, ਉੱਥੇ ਫੁੱਲ ਸਟਾਪ ਕਰੋ। ਉਹਨੂੰ ਕਹੇ ਕਿ ਉਹਦੀ ਮਰਜ਼ੀ ਹੈ, ਉਹਨੇ ਜੋ ਕੀਤਾ ਮੈਂ ਕੁਛ ਨਹੀਂ ਕਰ ਸਕਦਾ। ਔਰ ਦੂਸਰੀ ਚੀਜ਼, ਸਾਰੀ ਗੋਰਖੀ ਸਾਹਿਬ, ਦੂਸਰੀ ਚੀਜ਼ ਇਹ ਹੈਗੀ ਕਿ ਆਪਾਂ ਜਿਹੜੇ ਹੈਗੇ ਘੱਟ ਨਹੀਂ ਹੈਗੇ, ਆਪਾਂ 10 ਨੰਬਰ ਹੀ ਹੈਗੇ। ਆਪਾਂ ਆਪਣੇ ਆਪ ਨੂੰ ਵੀ ਮਾਫ਼ ਕਰ ਦਿਓ। ਹਾਂ, ਆਪਣੇ ਆਪ ਨੂੰ ਮਾਫ਼ ਕਰੋ। ਔਰ ਬਾਕੀ ਬਹੁਤੀ ਗੱਲ ਹੈ ਤੇ ਇੱਕ ਹੋਰ ਸੌਖਾ ਤਰੀਕਾ ਹੈਗਾ, ਤੁਸੀਂ ਡੰਡੌਤ ਕਰਕੇ ਪ੍ਰਮਾਤਮਾ ਦੇ ਗੜੀ ਅਰਦਾਸ ਕਰੋ ਕਿ ਉਹਨੂੰ ਕਹੋ ਕਿ ਮੇਰੇ ਪਿਤਾ ਥੋੜੀ ਰਹਿਮਤ ਕਰ, ਇਹ ਥੋੜਾ ਜਿਹਾ ਵੱਡਾ ਪੱਥਰ ਮੇਰੇ ਕੋਲ ਨਹੀਂ ਚੁੱਕਿਆ ਜਾਂਦਾ, ਥੋੜੀ ਮਦਦ ਕਰੋ। ਆਪਣੇ ਆਪ ਹੀ ਤੁਹਾਡੇ ਤੇ ਉਸ ਪ੍ਰਮਾਤਮਾ ਦੀ ਕਿਰਪਾ ਹੋ ਜਾਣੀ। ਠੀਕ ਹੈ ਜੀ? ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਅੱਛਾ ਜੀ, ਅਰਦਾਸ ਇੱਕ ਅਰਦਾਸ ਹੈ, ਠੀਕ ਹੈ। ਉਹ ਮਾਤਾ ਉਹਨਾਂ ਦੀ ਜਿਹੜੀ ਡਾਕਟਰਾਂ ਨੇ ਜਵਾਬ ਦੇਤਾ ਗੋਰਖੀ ਸਾਹਿਬ, ਔਰ ਤਕਲੀਫ ਦੇ ਵਿੱਚ ਹੈਗੇ, ਕਹਿੰਦੇ ਮਾਲਕ ਪਰਮਾਤਮਾ ਜਿਹੜਾ ਹੈਗਾ ਇਹ ਦੁੱਖ ਤੋਂ ਮੁਕਤ ਕਰ ਦੇ ਉਹਨਾਂ ਨੂੰ, ਬਸ ਇਹੀ ਹੈਗੀ ਜੀ। ਹਾਂ, ਠੀਕ ਹੈ, ਠੀਕ ਹੈ। ਅੱਛਾ, ਉਹਨਾਂ ਨੂੰ ਕਿ ਸਰੀਰ ਦਾ ਤਿਆਗ ਕਰ ਦੇਣ। ਹਾਂਜੀ ਹਾਂਜੀ, ਠੀਕ ਹੈ ਜੀ, ਅਰਦਾਸ ਕਰਦੇ ਹਾਂ ਜੀ ਪਰਮਾਤਮਾ ਦੇ ਕੋਲ। ਇਹੋ ਜਿਹੇ ਜੀਵਨ ਹੈ, ਵੇਖ ਲਓ ਕਿੱਡੀ ਮੁਸ਼ਕਲ ਸਮੱਸਿਆ ਆ ਜਾਂਦੀ ਹੈ। ਸਭ ਕੁਝ ਇੱਥੇ ਪਿਆ, ਡਾਕਟਰ ਵੀ ਕਹਿੰਦੇ ਸਤਿ ਸ੍ਰੀ ਅਕਾਲ, ਸਾਡੇ ਹੱਥ ਖੜੇ, ਹੁਣ ਕੁਝ ਨਹੀਂ ਕਰ, ਜੋ ਹੈ ਸੀ ਕਰ ਲਿਆ। ਇਹ ਕਈ ਵਾਰੀ ਕੁਝ ਏਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ, ਉਹ ਚੀਜ਼ਾਂ ਰਾਹ 'ਚ ਸਾਨੂੰ ਬਲੌਕ ਕਰ ਦਿੰਦੀਆਂ। ਇਸ ਕਰਕੇ ਪਲੀਜ਼ ਬੜੇ ਧਿਆਨ ਨਾਲ ਗੱਡੀ ਚਲਾਓ, ਗਲਤ ਗੱਡੀ ਨਾ ਚਲਾਓ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ਼। ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਇਹ ਮੇਰੇ ਪਿਤਾ ਮਿਹਰ ਕਰੋ, ਮਿਹਰ ਕਰੋ, ਸਾਨੂੰ ਸਮੱਤ ਬਖਸ਼ੋ ਤਾਂ ਜੋ ਅਸੀਂ ਇਹ ਪਹੇਲੀ ਨੂੰ ਹੱਲ ਕਰ ਸਕੀਏ। ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਤੇ ਕੁਛ ਵੀ ਨਹੀਂ ਹੋਵੇਗਾ। ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ। ਆਪ ਜੀ ਸਾਨੂੰ ਇਹ ਸੰਗਤ ਬਖਸ਼ ਰਹੇ ਹੋ ਮੇਰੇ ਪਿਤਾ। ਐਸੀ ਸੰਗਤ ਬਖਸ਼ੀ ਹੈ ਜਿਸ ਨੂੰ ਵੇਖ ਕੇ ਸਾਡਾ ਵੀ ਹੌਸਲਾ ਜਿਹੜਾ ਅਫਜਾਈ ਹੁੰਦਾ ਹੈ, ਸਾਡਾ ਮਨ ਖੁਸ਼ ਹੁੰਦਾ ਮੇਰੇ ਪਿਤਾ। ਜਦੋਂ ਇੱਕ ਸਫ਼ਰ ਤੇ ਚੱਲਣ ਦੇ ਕੁਝ ਹੋਰ ਲੋਕ ਵੀ ਮਿਲ ਜਾਣ ਤੇ ਸਫ਼ਰ ਥੋੜਾ ਆਸਾਨ ਹੋ ਜਾਂਦਾ ਹੈ। ਜੇ ਮੈਂ ਇਕੱਲਾ ਚੱਲਦਾ ਤਾਂ ਥੋੜਾ ਮੁਸ਼ਕਲ ਸੀ, ਪਰ ਹੁਣ ਸੰਗਤ ਵਾਹਵਾ ਇਕੱਠੀ ਚੱਲ ਪਈ ਹੈ ਆਪਣੇ ਨਾਲ। ਆਪ ਇਹਨਾਂ ਦੇ ਹਿਰਦੇ 'ਚ ਇਸੇ ਤਰ੍ਹਾਂ ਉਦਮ ਬਖਸ਼ੋ ਤਾਂ ਜੋ ਇਹ ਜਿਹੜੀ ਜੀਵਨ ਰੂਪੀ ਯਾਤਰਾ ਜਿੱਥੇ ਅਸੀਂ ਚੱਲ ਪਏ ਹਾਂ,
सच का पल्ला फड़ना, सच च जीवन बतीत करना, सच बोलना, सच सुनना, सच देखना। एक कर्म जिहड़ा है ना ही पूरा कर सकीए, धर्म च जीवन बतीत करिए, अपनी सोच नूं होर उच्चा लैके जाइए, ज्ञान प्राप्त करिए, विद्या प्राप्त करिए, होर जीवन च चमक आवे, होर चमक आवे। कबीर साहब वांगू चमक आवे। मन निर्मल भया जैसे गंगा नीर, पाछे लागे हर बने, कहत कबीर कबीर। साडे भी जीवन च वो सोच दो, वो अवस्था दो मेरे मालिक। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੁਹਾਨੂੰ ਇਹ ਮਾਰਗ ਨਹੀਂ ਪਤਾ, ਬਿਲਕੁਲ ਨਹੀਂ ਪਤਾ। ਅਸੀਂ ਕਲੇਮ ਨਹੀਂ ਕਰ ਸਕਦੇ, ਅਸੀਂ ਚੱਲ ਪਏ ਹਾਂ। ਆਪ ਸਾਡੀ ਕਿਸ਼ਤੀ ਨੂੰ ਫੜੋ ਇੱਕ ਮਲਹਾ ਦੇ ਵਾਂਗੂ, ਇਸ ਨੂੰ ਕਿਨਾਰੇ ਤੇ ਲਾਓ ਮੇਰੇ। ਸਾਡੇ ਚ ਕੋਈ ਗੁਣ ਨਹੀਂ, ਕੋਈ ਚੰਗਿਆਈ ਨਹੀਂ ਹੈਗੀ ਮੇਰੇ ਪਿਤਾ, ਮਿਹਰ ਕਰੋ, ਮਿਹਰ ਕਰੋ। ਮੇਰੇ ਪਿਤਾ ਜੀ ਇੱਕ ਅਰਦਾਸ ਹੈ, ਇਹ ਬਜ਼ੁਰਗ ਨੇ ਆਪ ਜਾਨੀ ਜਾਣ ਜੋ, ਉਹਨਾਂ ਨੂੰ ਇਸ ਦੁੱਖ ਤੋਂ, ਇਸ ਸੰਤਾਪ ਤੋਂ ਮੁਕਤੀ ਦਿੱਤੇ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਥੋੜਾ ਜਿਹਾ ਵੱਧ ਸਮਾਂ ਲਾਵਾਂਗੇ ਸਾਧ ਸੰਗਤ ਜੀ। ਵਾਹਿਗੁਰੂ 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 ਵਾਹਿਗੁਰੂ
ਸਾਧ ਸੰਗਤ ਕੀ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।